नमस्कार दोस्तों, स्वागत है आपका हमारे YouTube चैनल एग्जाम प्रिपरेशन पर। आज का सेशन शुरू करने से पहले यदि आप हमारे चैनल पर नए हैं तो हमारा चैनल सब्सक्राइब करें, वीडियो को लाइक करें, शेयर करें और बेल बटन को प्रेस करना ना भूलें। ਅੱਜ ਦੇ ਸੈਸ਼ਨ ਦੇ ਵਿੱਚ ਆਪਾਂ 3 ਟੌਪਿਕ ਪੜਾਂਗੇ। ਟੌਪਿਕ ਫਸਟ ਹੈ ਜੀ, ਉਹ ਹੈ ਫਾਈਨੈਂਸ ਕਮਿਸ਼ਨ ਆਰਟੀਕਲ 280। ਦੂਸਰਾ ਟੌਪਿਕ ਰਹੇਗਾ ਆਪਣਾ ਕੈਗ ਆਰਟੀਕਲ 148 ਤੇ ਥਰਡ ਟੌਪਿਕ ਰਹੇਗਾ ਅਟਾਰਨੀ ਜਨਰਲ, ਠੀਕ ਹੈ ਜੀ, ਆਰਟੀਕਲ 76। ਇਹ ਤਿੰਨੋਂ ਦੇ ਤਿੰਨੋਂ ਟੌਪਿਕ ਬਹੁਤ ਜ਼ਿਆਦਾ ਇੰਪੋਰਟੈਂਟ ਹੈ ਐਗਜ਼ਾਮ ਦੇ ਪੁਆਇੰਟ ਆਫ ਵਿਊ ਤੋਂ। ਚੱਲਦੇ ਹਾਂ ਜੀ ਅੱਜ ਦੇ ਆਪਣੇ ਪਹਿਲੇ ਟੌਪਿਕ ਤੇ। ਹਾਂਜੀ, ਪਹਿਲਾ ਟੌਪਿਕ ਹੈ ਜੀ ਆਪਣੇ ਕੋਲ ਫਾਈਨੈਂਸ ਕਮਿਸ਼ਨ ਆਰਟੀਕਲ 280। ਹਾਂਜੀ, ਕੁਝ ਇੰਪੋਰਟੈਂਟ ਫੈਕਟ ਜਿਹੜੇ ਤੁਸੀਂ ਨੋਟ ਕਰਨੇ ਆ। ਫਾਈਨੈਂਸ ਜਿਹੜਾ ਕਮਿਸ਼ਨ ਹੈ, ਵਿੱਤ ਕਮਿਸ਼ਨ ਹੈ, ਉਹ ਇੱਕ ਸੰਵਿਧਾਨਿਕ ਅਥਾਰਟੀ ਹੈ, ਠੀਕ ਹੈ ਜੀ। ਇਹ ਪਹਿਲਾ ਫੈਕਟ ਹੀ ਸਭ ਤੋਂ ਜ਼ਿਆਦਾ ਇੰਪੋਰਟੈਂਟ ਹੈ। ਹਾਂਜੀ, ਜਿਹੜਾ ਫਾਈਨੈਂਸ ਕਮਿਸ਼ਨ ਹੈ ਉਹ ਕਨਸਟੀਟਿਊਸ਼ਨਲ ਬੋਡੀ ਹੈ, ਠੀਕ ਹੈ ਜੀ। ਸੰਵਿਧਾਨ ਦੇ ਆਰਟੀਕਲ 280 ਦੇ ਤਹਿਤ ਜਿਹੜਾ ਭਾਰਤ ਦਾ ਰਾਸ਼ਟਰਪਤੀ ਹੈ ਉਹ ਹਰ 5 ਸਾਲ ਦੇ ਲਈ ਫਾਈਨੈਂਸ ਕਮਿਸ਼ਨ ਦੀ ਨਿਯੁਕਤੀ ਕਰਦਾ ਹੈ, ਠੀਕ ਹੈ ਜੀ। ਬਹੁਤ ਹੀ ਇੰਪੋਰਟੈਂਟ ਫੈਕਟ ਹੈ, ਧਿਆਨ ਰੱਖਣਾ ਹੈ। ਆਰਟੀਕਲ 280 ਹੈ ਜਿਹੜਾ ਉਹ ਫਾਈਨੈਂਸ ਕਮਿਸ਼ਨ ਦੇ ਗਠਨ ਦੇ ਨਾਲ ਸੰਬੰਧਿਤ ਹੈ ਤੇ ਇਹਦਾ ਗਠਨ ਹੈ ਜਿਹੜਾ ਉਹ ਰਾਸ਼ਟਰਪਤੀ ਦੁਆਰਾ ਕੀਤਾ ਜਾਂਦਾ ਹੈ। 5 ਸਾਲ ਦੀ ਇਹਦੀ ਮਿਆਦ ਹੁੰਦੀ ਹੈ ਜੀ। ਨਵੰਬਰ 2017 ਦੇ ਵਿੱਚ ਭਾਰਤ ਦੇ ਰਾਸ਼ਟਰਪਤੀ ਵੱਲੋਂ 15ਵੇਂ ਵਿੱਤ ਕਮਿਸ਼ਨ ਦੀ ਨਿਯੁਕਤੀ ਕੀਤੀ ਗਈ ਸੀ NK ਸਿੰਘ ਦੀ ਪ੍ਰਧਾਨਗੀ ਦੇ ਹੇਠ, ਠੀਕ ਹੈ ਜੀ। ਇਹ ਧਿਆਨ ਰੱਖਣਾ, ਲੇਟੈਸਟ ਜਿਹੜਾ ਕਰੰਟ ਟੌਪਿਕ ਤੇ ਹੈ ਇਹ। NK ਸਿੰਘ ਹੈ ਜਿਹੜਾ, ਉਸ ਨੇ ਆਪਣੀ ਜਿਹੜੀ ਰਿਪੋਰਟ ਹੈ ਉਹ ਰਾਸ਼ਟਰਪਤੀ ਨੂੰ ਸਬਮਿਟ ਕਰਨੀ ਸੀਗੀ 5 ਸਾਲਾਂ ਦੇ ਲਈ। ਜਿਹੜੇ ਇਹ 5 ਸਾਲ ਹੈ ਉਹ 2021 ਤੋਂ 2026 ਤੱਕ ਹੋਣਗੇ ਜੀ, ਠੀਕ ਹੈ ਜੀ। ਅਪ੍ਰੈਲ 2021 ਤੋਂ 31 ਮਾਰਚ 2026 ਤੱਕ ਇਹਦੀ ਰਿਕਮੈਂਡੇਸ਼ਨ ਹੋਏਗੀ। ਇੱਕ ਗੱਲ ਹੋਰ ਧਿਆਨ ਰੱਖਣੀ ਹੈ, ਜਿਹੜਾ ਫਾਈਨੈਂਸ ਕਮਿਸ਼ਨ ਹੈ ਉਹ ਕਨਸਟੀਟਿਊਸ਼ਨਲ ਬੋਡੀ ਦੇ ਨਾਲ ਰਿਕਮੈਂਡੇਸ਼ਨ ਬੋਡੀ ਹੈ, ਠੀਕ ਹੈ ਜੀ। ਇਹਦਾ ਕੰਮ ਸਿਰਫ ਸਿਫਾਰਿਸ਼ਾਂ ਦੇਣਾ ਹੈ, ਉਹ ਸਿਫਾਰਿਸ਼ਾਂ ਨੂੰ ਮੰਨਣਾ ਨਾ ਮੰਨਣਾ ਉਹ ਕੇਂਦਰ ਸਰਕਾਰ ਤੇ ਨਿਰਭਰ ਕਰਦਾ ਹੈ, ਠੀਕ ਹੈ ਜੀ। ਵਿੱਤ ਕਮਿਸ਼ਨ ਹੈ ਜਿਹੜਾ, ਉਹਦਾ ਮੇਨ ਮੁੱਖ ਕੰਮ ਕੀ ਹੈ? ਇਹਦਾ ਜਿਹੜਾ ਮੁੱਖ ਕੰਮ ਹੈ ਉਹ ਹੈ ਟੈਕਸ ਦੀ ਆਮਦਨ ਦੀ ਵੰਡ ਦੇ ਲਈ ਵਿਧੀ ਜਾਂ ਫਾਰਮੂਲਾ ਤਿਆਰ ਕਰਨਾ। ਬਈ ਜਿਹੜਾ ਟੈਕਸ ਕਲੈਕਟ ਹੁੰਦਾ ਹੈ ਉਹਦੀ ਵੰਡ ਕੀਤੀ ਜਾਂਦੀ ਹੈ ਸੈਂਟਰ ਤੇ ਸਟੇਟ ਗਵਰਨਮੈਂਟ ਦੇ ਵਿੱਚ। ਉਹ ਕਿਸ ਰੇਸ਼ੀਓ ਦੇ ਵਿੱਚ ਹੋਏਗੀ, ਉਹਦਾ ਕੀ ਫਾਰਮੂਲਾ ਹੋਏਗਾ, ਤੇ ਉਹ ਸਾਰਾ ਜਿਹੜਾ ਤੈਅ ਕਰਦਾ ਹੈ ਫਾਈਨੈਂਸ ਕਮਿਸ਼ਨ, ਠੀਕ ਹੈ ਜੀ। ਜਿਹੜਾ 15ਵਾਂ ਵਿੱਤ ਕਮਿਸ਼ਨ ਹੈ ਇਹਦੀ ਰਿਕਮੈਂਡੇਸ਼ਨ ਸੀ 41%, ਜਿੰਨਾ ਟੈਕਸ ਕਲੈਕਟ ਹੋਏਗਾ ਉਹਦਾ 41 ਜਿਹੜਾ ਸ਼ੇਅਰ ਹੈ ਉਹ ਸਟੇਟ ਗਵਰਨਮੈਂਟ ਨੂੰ ਜਾਏਗਾ, ਠੀਕ ਹੈ ਜੀ। ਇਹ ਧਿਆਨ 'ਚ ਰੱਖਣਾ ਹੈ, ਬਹੁਤ ਇੰਪੋਰਟੈਂਟ ਫੈਕਟ ਹੈ ਜੀ। ਵਿਚ ਵਨ ਆਫ ਦੀ ਫੋਲੋਇੰਗ ਸਟੇਟਮੈਂਟ ਅਬਾਊਟ ਆ ਸਟੇਟ ਫਾਈਨੈਂਸ ਕਮਿਸ਼ਨ ਇਜ਼ ਟਰੂ। ਹਾਂਜੀ, ਆਪਾਂ ਸਟੇਟ ਫਾਈਨੈਂਸ ਕਮਿਸ਼ਨ ਦੇ ਬਾਰੇ ਵਿੱਚ ਦੱਸਣਾ ਵੀ ਇਹਨਾਂ 'ਚੋਂ ਕਿਹੜੀ ਸਟੇਟਮੈਂਟ ਟਰੂ ਹੈ। ਹਾਂਜੀ, ਇਹ ਇਨਫਾਰਮਲ ਬੋਡੀ ਹੈ, ਇਹ ਗਲਤ ਹੈ ਜੀ। ਇਹ ਕਨਸਟੀਟਿਊਸ਼ਨਲ ਬੋਡੀ ਹੈ, ਇਹ ਰਾਈਟ ਆਨਸਰ ਹੈ ਜੀ। ਸਟੇਟ ਫਾਈਨੈਂਸ ਕਮਿਸ਼ਨ ਹੈ ਜਿਹੜਾ ਉਹ ਵੀ ਇੱਕ ਸੰਵਿਧਾਨਕ ਬੋਡੀ ਹੁੰਦੀ ਹੈ। ਇਹਦਾ ਗਠਨ ਆਰਟੀਕਲ 243I ਸੈਕਸ਼ਨ ਦੇ ਤਹਿਤ ਹੁੰਦਾ ਹੈ, ਠੀਕ ਹੈ। ਆਰਟੀਕਲ 243I ਦੇ ਵਿੱਚ ਸਟੇਟ ਫਾਈਨੈਂਸ ਕਮਿਸ਼ਨ ਦਾ ਜਿਹੜਾ ਗਠਨ ਹੁੰਦਾ, ਇਹ ਧਿਆਨ 'ਚ ਰੱਖ ਲੈਣਾ ਹੈ, ਠੀਕ ਹੈ ਜੀ। ਤੇ 280 ਆਰਟੀਕਲ ਦੇ ਤਹਿਤ ਹੈ ਜਿਹੜਾ ਸੈਂਟਰ ਦਾ ਜਿਹੜਾ ਫਾਈਨੈਂਸ ਕਮਿਸ਼ਨ ਉਹਦਾ ਗਠਨ ਹੁੰਦਾ। ਤੇ ਦੋਨੋਂ ਦੇ ਦੋਨੋਂ ਬੋਡੀਜ਼ ਜਿਹੜੀਆਂ ਉਹ ਕਨਸਟੀਟਿਊਸ਼ਨਲ ਬੋਡੀ ਹੈ, ਸੰਵਿਧਾਨਕ ਬੋਡੀ ਹੈ। ਆਫਟਰ ਦੀ ਕਮੈਂਸਮੈਂਟ ਆਫ ਦੀ ਕਨਸਟੀਟਿਊਸ਼ਨ, ਕਹਿੰਦੇ ਸੰਵਿਧਾਨ ਸ਼ੁਰੂ ਹੋਣ ਤੋਂ ਬਾਅਦ, ਹਾਊ ਮੈਨੀ ਫਾਈਨੈਂਸ ਕਮਿਸ਼ਨ ਹੈਵ ਬੀਨ ਕਨਸਟੀਟਿਊਟਡ, ਕਿੰਨੇ ਸੰਵਿਧਾਨ ਜਿਹੜੇ ਵਿੱਤ ਕਮਿਸ਼ਨ ਉਹਨਾਂ ਦਾ ਗਠਨ ਕੀਤਾ ਗਿਆ। ਤੇ ਜਿਹੜਾ 15ਵਾਂ ਵਿੱਤ ਕਮਿਸ਼ਨ NK ਸਿੰਘ ਦੀ ਪ੍ਰਧਾਨਗੀ ਦੇ ਵਿੱਚ ਕੀਤਾ ਗਿਆ ਸੀਗਾ ਤੇ ਟੋਟਲ 15 ਹੋ ਚੁੱਕੇ ਜੀ। ਫਾਈਨੈਂਸ ਆਰ ਡਿਸਟ੍ਰੀਬਿਊਟਡ ਬਿਟਵੀਨ ਦੀ ਸੈਂਟਰ ਐਂਡ ਦੀ ਸਟੇਟ, ਕਹਿੰਦੇ ਜਿਹੜਾ ਵਿੱਤ ਹੈ ਉਹਦੀ ਵੰਡ ਕੀਤੀ ਜਾਂਦੀ ਹੈ ਕੇਂਦਰ ਤੇ ਰਾਜਾਂ ਦੇ ਵਿੱਚ ਔਨ ਦੀ ਰਿਕਮੈਂਡੇਸ਼ਨ ਆਫ ਵਿਚ ਆਫ ਦੀ ਫੋਲੋਇੰਗ, ਦੱਸਣਾ ਕਿਹਦੀ ਸਿਫਾਰਿਸ਼ ਤੇ ਕੀਤੀ ਜਾਂਦੀ ਹੈ। ਹਾਂਜੀ, ਇਹ ਫਾਈਨੈਂਸ ਕਮਿਸ਼ਨ ਦੀ ਸਿਫਾਰਿਸ਼ ਤੇ ਕੀਤੀ ਜਾਂਦੀ ਹੈ। 15th ਫਾਈਨੈਂਸ ਕਮਿਸ਼ਨ ਰਿਕਮੈਂਡੇਸ਼ਨ ਵੁੱਡ ਬੀ ਐਪਲੀਕੇਬਲ ਫॉर ਦੀ ਪੀਰੀਅਡ ਫਰੋਮ, ਜਿਹੜਾ 15ਵਾਂ ਫਾਈਨੈਂਸ ਕਮਿਸ਼ਨ ਹੈ ਉਹਦੀਆਂ ਸਿਫਾਰਿਸ਼ਾਂ ਦੱਸਣੀਆਂ ਹੈ ਇਹ ਕਦੋਂ ਤੋਂ ਐਪਲੀਕੇਬਲ ਹੋਣਗੀਆਂ। ਹਾਂਜੀ, ਇਹ ਅਪ੍ਰੈਲ 2021 ਤੋਂ ਸ਼ੁਰੂ ਹੋਣਗੀਆਂ ਤੇ ਮਾਰਚ 2026 ਤੱਕ ਇਹ ਰਿਕਮੈਂਡੇਸ਼ਨ ਲਾਗੂ ਹੋਣਗੀਆਂ, ਠੀਕ ਹੈ ਜੀ, ਖਤਮ ਹੋ ਜਾਣਗੀਆਂ। ਧਿਆਨ 'ਚ ਰੱਖਣਾ, ਇਹ ਜਿਹੜਾ ਟਾਈਮ ਪੀਰੀਅਡ ਹੈ ਉਹ 2021 ਤੋਂ 2026 ਹੈ, ਅਪ੍ਰੈਲ 2021 ਤੋਂ ਮਾਰਚ 2026, ਠੀਕ ਹੈ ਜੀ। ਇੱਕ ਗੱਲ ਹੋਰ ਧਿਆਨ ਰੱਖਣੀ ਹੈ, ਜਿਹੜਾ 15ਵਾਂ ਫਾਈਨੈਂਸ ਕਮਿਸ਼ਨ ਹੈ ਇਹਦਾ ਇੱਕ 1 ਈਅਰ ਰਿਕਮੈਂਡੇਸ਼ਨ ਵੀ ਹੈਗੀ ਹੈ, ਉਹ ਸੀ ਕੋਵਿਡ ਦੇ ਦੌਰਾਨ, ਠੀਕ ਹੈ ਜੀ। ਉਹ ਹੈਗੀ ਹੈ ਅਪ੍ਰੈਲ 2020 ਤੋਂ ਲੈ ਕੇ ਮਾਰਚ 2021 ਤੱਕ, ਠੀਕ ਹੈ ਜੀ। ਇਹ ਵੀ ਧਿਆਨ 'ਚ ਰੱਖਣਾ ਜੀ, ਉਹ ਵੀ 15ਵੇਂ ਫਾਈਨੈਂਸ ਕਮਿਸ਼ਨ ਦੀ ਰਿਕਮੈਂਡੇਸ਼ਨ ਹੈ। ਹੂ ਇਜ਼ ਅਪੁਆਇੰਟਡ ਐਜ਼ ਦੀ ਚੇਅਰਮੈਨ ਆਫ 15th ਫਾਈਨੈਂਸ ਕਮਿਸ਼ਨ, ਦੱਸਣਾ ਵੀ 15ਵੇਂ ਵਿੱਤ ਕਮਿਸ਼ਨ ਦਾ ਜਿਹੜਾ ਚੇਅਰਮੈਨ ਹੈ ਉਹ ਕਿਸ ਨੂੰ ਅਪੁਆਇੰਟ ਕੀਤਾ ਗਿਆ, NK ਸਿੰਘ ਨੂੰ ਅਪੁਆਇੰਟ ਕੀਤਾ ਗਿਆ ਸੀ, ਠੀਕ ਹੈ ਜੀ। ਧਿਆਨ 'ਚ ਰੱਖਣਾ। ਹੂ ਅਪੁਆਇੰਟਸ ਦੀ ਫਾਈਨੈਂਸ ਕਮਿਸ਼ਨ, ਫਾਈਨੈਂਸ ਕਮਿਸ਼ਨ ਦੀ ਨਿਯੁਕਤੀ ਕੌਣ ਕਰਦਾ ਹੈ? ਹਾਂਜੀ, ਇਹਦੀ ਨਿਯੁਕਤੀ ਹੈ ਜਿਹੜੀ ਉਹ ਪ੍ਰੈਜ਼ੀਡੈਂਟ ਦੁਆਰਾ ਕੀਤੀ ਜਾਂਦੀ ਹੈ। ਫਾਈਨੈਂਸ ਕਮਿਸ਼ਨ ਇਜ਼ ਕਨਸਟੀਟਿਊਟਡ ਬਾਈ ਦੀ ਪ੍ਰਾਈਮ ਮਿਨਿਸਟਰ ਆਫ ਇੰਡੀਆ ਅੰਡਰ, ਦੱਸਣਾ ਕਿਸ ਆਰਟੀਕਲ ਦੇ ਅਧੀਨ ਹੈ ਜਿਹੜੀ ਫਾਈਨੈਂਸ ਕਮਿਸ਼ਨ ਦਾ ਗਠਨ ਕੀਤਾ ਜਾਂਦਾ ਹੈ ਰਾਸ਼ਟਰਪਤੀ ਦੁਆਰਾ, ਉਹ ਹੈ ਜੀ ਆਰਟੀਕਲ 280, ਠੀਕ ਹੈ ਜੀ। ਧਿਆਨ 'ਚ ਰੱਖਣਾ ਇਹ। ਹਾਂਜੀ, ਕੁਝ ਹੋਰ ਇੰਪੋਰਟੈਂਟ ਫੈਕਟ ਜਿਹੜੇ ਆਪਾਂ ਧਿਆਨ 'ਚ ਰੱਖਣੇ ਆ ਉਹ ਹੈ ਜੀ ਵਿੱਤ ਕਮਿਸ਼ਨ ਦਾ ਇਤਿਹਾਸਿਕ ਪਿਛੋਕੜ। ਹਾਂਜੀ, ਜਿਹੜਾ ਵਿੱਤ ਕਮਿਸ਼ਨ ਹੈ ਇਹਦਾ ਜਿਹੜਾ ਗਠਨ ਸਭ ਤੋਂ ਪਹਿਲੀ ਵਾਰ ਬ੍ਰਿਟਿਸ਼ ਅੰਗਰੇਜ਼ੀ ਸਰਕਾਰ ਨੇ ਕੀਤਾ ਸੀ 1920 ਦੇ ਦਹਾਕੇ ਦੇ ਵਿੱਚ, ਠੀਕ ਹੈ ਜੀ। ਤੇ ਮੇਨ ਜਿਹੜਾ ਪਰਪਸ ਸੀਗਾ ਇਹਦੇ ਗਠਨ ਦਾ ਉਹ ਸੀਗਾ ਬ੍ਰਿਟਿਸ਼ ਸ਼ਾਸਨ ਦੇ ਵਿੱਚ ਆਪਣੇ ਵਪਾਰਿਕ ਦਬਦਬੇ ਨੂੰ ਮਜ਼ਬੂਤ ਕਰਨਾ, ਠੀਕ ਹੈ ਜੀ। ਆਪਣਾ ਜਿਹੜਾ ਵਪਾਰ ਹੈ ਉਹਦੇ ਵਿੱਚ ਮੋਨੋਪੋਲੀ ਕਾਇਮ ਕਰਨੀ ਤੇ ਜਿਹੜਾ ਭਾਰਤੀ ਜਿਹੜਾ ਲੋਕਾਂ ਦਾ ਵਪਾਰ ਹੈ ਉਹਨੂੰ ਕੁਚਲਣਾ, ਠੀਕ ਹੈ ਜੀ। ਇਹ ਉਸ ਸਮੇਂ ਬ੍ਰਿਟਿਸ਼ ਸ਼ਾਸਨ ਦਾ ਜਿਹੜਾ ਵਿੱਤ ਕਮਿਸ਼ਨ ਐਸਟੈਬਲਿਸ਼ ਕਰਨ ਦਾ ਮੁੱਖ ਪਰਪਸ ਸੀ। ਹਾਂਜੀ, ਆਜ਼ਾਦੀ ਤੋਂ ਬਾਅਦ ਡਾਕਟਰ BR ਅੰਬੇਦਕਰ ਉਸ ਸਮੇਂ ਦੇ ਕਾਨੂੰਨ ਮੰਤਰੀ ਸੀ, ਲਾਅ ਮਿਨਿਸਟਰ ਸੀ। 1951 ਦੇ ਸੰਵਿਧਾਨ ਦੇ ਕਾਨੂੰਨ ਦੇ ਤਹਿਤ 6 ਅਪ੍ਰੈਲ 1952 ਨੂੰ KC ਨਿਯੋਗੀ ਦੀ ਪ੍ਰਧਾਨਗੀ ਦੇ ਵਿੱਚ ਖੇਤਰੀ ਅਸਮਾਨਤਾਵਾਂ ਨੂੰ ਠੀਕ ਕਰਨ ਦੇ ਲਈ ਪਹਿਲਾ ਫਾਈਨੈਂਸ ਜਿਹੜਾ ਕਮਿਸ਼ਨ ਉਹਦਾ ਗਠਨ ਕੀਤਾ ਗਿਆ। ਇਸ ਫੈਕਟ ਦੇ ਵਿੱਚ ਬਹੁਤ ਸਾਰੇ ਜਿਹੜੇ ਇੰਪੋਰਟੈਂਟ ਪੁਆਇੰਟ ਆਏ ਹੈ।
ਧਿਆਨ ਰੱਖਣਾ ਹੈ ਵੀ ਪਹਿਲਾ ਜਿਹੜਾ ਹੈਗਾ ਫਾਈਨੈਂਸ ਕਮਿਸ਼ਨ ਉਹਦਾ ਗਠਨ ਕਦੋਂ ਕੀਤਾ ਗਿਆ 1951 ਦੇ ਕਾਨੂੰਨ ਦੇ ਤਹਿਤ ਕੀਤਾ ਗਿਆ ਸੀਗਾ। ਠੀਕ ਹੈ ਜੀ, ਕੇ.ਸੀ. ਨਜੋਗੀ ਦੀ ਪ੍ਰਧਾਨਗੀ ਦੇ ਹੇਠ ਕੀਤਾ ਗਿਆ ਸੀ। ਮੇਨ ਪਰਪਸ ਸੀਗਾ ਰੀਜਨਲ ਇੰਬੈਲੈਂਸ ਆ ਜਿਹੜੀਆਂ ਖੇਤਰੀ ਅਸਮਾਨਤਾਵਾਂ ਨੂੰ ਘਟਾਉਣਾ, ਵੀ ਪੰਜਾਬ ਹੈ ਉਹਦੀ ਪਰ ਕੈਪੀਟਾ ਇਨਕਮ ਜ਼ਿਆਦਾ ਸੀ, ਉਧਰ ਨੌਰਦਰਨ ਇੰਡੀਆ ਦੇ ਜਿਹੜੇ ਸਟੇਟ ਹੈ ਉਹ ਜਿਹਨੂੰ ਆਪਾਂ ਪਹਾੜੀ ਇਲਾਕਾ ਕਹਿ ਦਿੰਦੇ ਹਾਂ, ਜਿਹਦੇ ਵਿੱਚ ਅਸਮ, ਨਾਗਾਲੈਂਡ, ਠੀਕ ਹੈ, ਇਹ ਆ ਜਾਂਦੇ ਆ, ਉਹਨਾਂ ਦੀ ਜਿਹੜੀ ਪਰ ਕੈਪੀਟਾ ਇਨਕਮ ਬਹੁਤ ਘੱਟ ਸੀ। ਇਸ ਤਰ੍ਹਾਂ ਜਿਹੜੀਆਂ ਅਸਮਾਨਤਾ ਸੀ ਜਿਹੜੀ ਰੀਜਨਲ, ਉਹਨੂੰ ਖਤਮ ਕਰਨ ਦੇ ਲਈ ਫਾਈਨੈਂਸ ਕਮਿਸ਼ਨ ਦਾ ਜਿਹੜਾ ਗਠਨ ਕੀਤਾ ਗਿਆ ਸੀਗਾ। ਠੀਕ ਹੈ, ਤੇ ਇਹਦੇ ਵਿੱਚ ਗਠਨ ਕਰਨ ਦੇ ਵਿੱਚ ਸਭ ਤੋਂ ਜ਼ਿਆਦਾ ਜਿਹੜੀ ਮਹੱਤਵਪੂਰਨ ਭੂਮਿਕਾ ਸੀ ਉਹ ਸੀ ਡਾਕਟਰ B.R. ਅੰਬੇਦਕਰ ਦੀ। ਇਹ ਸਾਰੇ ਫੈਕਟ ਤੁਸੀਂ ਧਿਆਨ 'ਚ ਰੱਖਣੇ, ਸਾਰੇ ਦੇ ਸਾਰੇ ਇੰਪੋਰਟੈਂਟ ਹੈ ਜੀ। ਹਾਂਜੀ, ਹੂ ਇਜ਼ ਰਿਸਪੌਂਸੀਬਲ ਫਾਰ ਸੈਟਿੰਗ ਅਪ ਦੀ ਫਾਈਨੈਂਸ ਕਮਿਸ਼ਨ ਇਨ ਇੰਡੀਆ? ਭਾਰਤ ਦੇ ਵਿੱਚ ਫਾਈਨੈਂਸ ਕਮਿਸ਼ਨ ਦੇ ਗਠਨ ਦੇ ਲਈ ਕੌਣ ਜਿਹੜਾ ਹੈ ਰਿਸਪੌਂਸੀਬਲ ਹੈ? ਹਾਂਜੀ, ਉਹ B.R. ਅੰਬੇਦਕਰ। ਸਾਰਾ ਕ੍ਰੈਡਿਟ B.R. ਅੰਬੇਦਕਰ ਨੂੰ ਜਾਂਦਾ ਹੈ ਫਾਈਨੈਂਸ ਕਮਿਸ਼ਨ ਦੇ ਗਠਨ ਦੇ ਲਈ। Who was the chairman of the first finance commission of India that was appointed in 1951? 1951 ਦੇ ਵਿੱਚ ਕਹਿੰਦੇ ਪਹਿਲੇ ਫਾਈਨੈਂਸ ਕਮਿਸ਼ਨ ਦਾ ਗਠਨ ਹੋਇਆ, ਉਹਦਾ ਚੇਅਰਮੈਨ ਕੌਣ ਸੀ? ਹਾਂਜੀ, ਕੇ.ਸੀ. ਨਜੋਗੀ ਉਹਦਾ ਜਿਹੜਾ ਚੇਅਰਮੈਨ ਸੀਗਾ, ਧਿਆਨ 'ਚ ਰੱਖਣਾ ਜੀ। ਇਨ ਵਿਚ ਈਅਰ ਡਿਡ ਦੀ ਫਾਈਨੈਂਸ ਕਮਿਸ਼ਨ ਆਫ ਇੰਡੀਆ ਕੇਮ ਇਨਟੂ ਐਗਜ਼ਿਸਟੈਂਸ? ਦੱਸਣਾ ਹੈ ਵੀ ਭਾਰਤ ਦਾ ਜਿਹੜਾ ਕਿਹੜੇ ਸਾਲ ਫਾਈਨੈਂਸ ਕਮਿਸ਼ਨ ਹੈ ਜਿਹੜਾ ਉਹ ਹੋਂਦ ਵਿੱਚ ਆਇਆ। ਇਹ 1951 ਦੇ ਵਿੱਚ ਹੋਂਦ ਵਿੱਚ ਆਇਆ ਸੀ, ਧਿਆਨ 'ਚ ਰੱਖਣਾ ਜੀ। ਹਾਂਜੀ, ਕੁਝ ਹੋਰ ਇੰਪੋਰਟੈਂਟ ਜਿਹੜੇ ਫੈਕਟ ਤੁਸੀਂ ਧਿਆਨ 'ਚ ਰੱਖਣੇ ਹੈ ਫਾਈਨੈਂਸ ਕਮਿਸ਼ਨ ਦੇ ਨਾਲ ਸੰਬੰਧਿਤ। ਜਿਹੜੀ ਫਾਈਨੈਂਸ ਕਮਿਸ਼ਨ ਇੱਕ ਸੰਵਿਧਾਨਕ ਸੰਸਥਾ ਹੈ, ਕਨਸਟੀਟਿਊਸ਼ਨਲ ਬੋਡੀ ਹੈ, ਤੇ ਨਾਲ ਇੱਕ ਗੱਲ ਧਿਆਨ ਰੱਖਣੀ ਹੈ ਰਿਕਮੈਂਡੇਸ਼ਨ ਬੋਡੀ ਹੈ। ਠੀਕ ਹੈ ਜੀ, ਇਹਨੇ ਰਿਕਮੈਂਡੇਸ਼ਨ ਦੇਣੀਆਂ, ਸਿਫਾਰਸ਼ਾਂ ਕਰਨੀਆਂ। ਹਾਂਜੀ, ਭਾਰਤ ਦੇ ਸੰਵਿਧਾਨ ਦੇ ਅਨੁਸਾਰ 5 ਸਾਲ ਬਾਅਦ ਰਾਸ਼ਟਰਪਤੀ ਨੂੰ ਭਾਰਤ ਦੇ ਲਈ ਵਿੱਤ ਕਮਿਸ਼ਨ ਦਾ ਗਠਨ ਕਰਨਾ ਹੁੰਦਾ ਹੈ। ਹਰ 5 ਸਾਲਾਂ ਬਾਅਦ ਜਿਹੜਾ ਰਾਸ਼ਟਰਪਤੀ ਨੇ ਵਿੱਤ ਕਮਿਸ਼ਨ ਦਾ ਗਠਨ ਕਰਨਾ ਹੁੰਦਾ ਹੈ, ਤੇ ਭਾਰਤ ਦੇ ਸੰਵਿਧਾਨ ਦੇ ਆਰਟੀਕਲ 280 ਦੇ ਤਹਿਤ ਵਿੱਤ ਕਮਿਸ਼ਨ ਦੇ ਗਠਨ ਦਾ ਜ਼ਿਕਰ ਕੀਤਾ ਗਿਆ। ਆਰਟੀਕਲ 281 ਦੇ ਵਿੱਚ ਜਿਹੜਾ ਦੱਸਿਆ ਗਿਆ ਵੀ ਇਹ ਜਿਹੜਾ ਫਾਈਨੈਂਸ ਕਮਿਸ਼ਨ ਹੈ ਉਹਨੇ ਸਿਫਾਰਸ਼ਾਂ ਦੇਣੀਆਂ ਹੁੰਦੀਆਂ। ਠੀਕ ਹੈ ਜੀ, ਵੀ ਕਿਸ ਤਰ੍ਹਾਂ ਜਿਹੜਾ ਟੈਕਸ ਤੋਂ ਪ੍ਰਾਪਤ ਆਮਦਨ ਹੈ ਜਿਹੜੀ ਉਹਦੀ ਸਟੇਟ ਤੇ ਸੈਂਟਰ ਦੇ ਵਿਚਕਾਰ ਆ ਉਹ ਵੰਡ ਕਰਨੀ ਹੈ। ਠੀਕ ਹੈ ਜੀ, ਆਰਟੀਕਲ 281 ਦੇ ਵਿੱਚ ਧਿਆਨ ਰੱਖ ਲੈਣਾ ਹੈ ਇਹ ਸਿਫਾਰਸ਼ਾਂ ਨਾਲ ਸੰਬੰਧਿਤ ਹੈ ਵਿੱਤ ਕਮਿਸ਼ਨ ਦੀਆਂ, ਤੇ ਆਰਟੀਕਲ 280 ਹੈ ਜਿਹੜਾ ਉਹ ਫਾਈਨੈਂਸ ਕਮਿਸ਼ਨ ਦੇ ਗਠਨ ਦੇ ਨਾਲ ਸੰਬੰਧਿਤ ਹੈ। ਹਾਂਜੀ, ਆਰਟੀਕਲ 281 ਦਾ ਕਿਸ ਦੇ ਨਾਲ ਸੰਬੰਧਿਤ ਹੈ? ਆਰਟੀਕਲ 281 ਦਾ ਸੰਬੰਧ ਵਿੱਤ ਕਮਿਸ਼ਨ ਦੀਆਂ ਸਿਫਾਰਸ਼ਾਂ ਦੇ ਨਾਲ ਹੈ। ਫਾਈਨੈਂਸ ਕਮਿਸ਼ਨ ਇਜ਼ ਕੰਸਟੀਟਿਊਟਡ ਫॉर ਅ ਪੀਰੀਅਡ ਆਫ, ਕਿੰਨੇ ਸਮੇਂ ਦੇ ਲਈ ਇਹਦਾ ਗਠਨ ਕੀਤਾ ਜਾਂਦਾ ਫਾਈਨੈਂਸ ਕਮਿਸ਼ਨ ਦਾ? ਉਹ ਹੈ ਜੀ 5 ਈਅਰ ਦੇ ਲਈ। ਵਿੱਤ ਕਮਿਸ਼ਨ ਦਾ ਗਠਨ ਕਿਸ ਆਰਟੀਕਲ ਦੇ ਤਹਿਤ ਕੀਤਾ ਜਾਂਦਾ? ਉਹ ਆਰਟੀਕਲ ਹੈ ਜੀ 280 ਦੇ ਤਹਿਤ। ਹਾਂਜੀ, ਕੁਝ ਹੋਰ ਇੰਪੋਰਟੈਂਟ ਫੈਕਟ ਜਿਹੜੇ ਆਪਾਂ ਧਿਆਨ 'ਚ ਰੱਖਣੇ ਆ ਉਹ ਹੈ ਵਿੱਤ ਕਮਿਸ਼ਨ ਦੇ ਬਣਤਰ ਬਾਰੇ। ਠੀਕ ਹੈ ਜੀ, ਕਿਸ ਤਰ੍ਹਾਂ ਦਾ ਉਹਦਾ ਢਾਂਚਾ ਹੈ। ਜਿਹੜਾ ਵਿੱਤ ਕਮਿਸ਼ਨ ਆ ਉਹਦੇ ਵਿੱਚ ਇੱਕ ਚੇਅਰਮੈਨ ਹੁੰਦਾ ਹੈ ਤੇ 4 ਹੋਰ ਮੈਂਬਰ ਹੁੰਦੇ ਆ, ਤੇ ਕੁੱਲ ਮਿਲਾ ਕੇ 5 ਮੈਂਬਰੀ ਕਮਿਸ਼ਨ ਹੁੰਦਾ। ਧਿਆਨ ਰੱਖਣਾ, ਫਾਈਨੈਂਸ ਕਮਿਸ਼ਨ 5 ਮੈਂਬਰੀ ਕਮਿਸ਼ਨ ਹੈ ਜਿਹਦੇ ਵਿੱਚ ਇੱਕ ਚੇਅਰਮੈਨ ਹੈ ਤੇ 4 ਹੋਰ ਮੈਂਬਰ ਹੁੰਦੇ ਆ। ਇਹਨਾਂ 5 ਦੀ ਜਿਹੜੀ ਨਿਯੁਕਤੀ ਹੈ ਉਹ ਰਾਸ਼ਟਰਪਤੀ ਦੁਆਰਾ ਕੀਤੀ ਜਾਂਦੀ ਹੈ, ਤੇ ਇਹਨਾਂ ਦਾ ਜਿਹੜਾ ਕਾਰਜਕਾਲ ਹੈ ਉਹ ਰਾਸ਼ਟਰਪਤੀ ਦੇ ਹੁਕਮਾਂ ਦੇ ਨਾਲ ਤੈਅ ਹੁੰਦਾ ਹੈ। ਠੀਕ ਹੈ ਜੀ, ਜਿਹੜਾ ਹੁਕਮ ਹੈ ਜਿਹੜੇ ਉਹ ਰਾਸ਼ਟਰਪਤੀ ਦੇ ਨਾਲ ਤੈਅ ਹੁੰਦਾ, ਪਰ ਇਹ ਕਾਰਜਕਾਲ ਵਧਾਉਣਾ ਘਟਾਉਣਾ ਇਹ ਸਾਰੀ ਪਾਵਰ ਹੈ ਜਿਹੜੀ ਉਹ ਪਾਰਲੀਮੈਂਟ ਕੋਲ ਹੁੰਦੀ ਹੈ। ਪਹਿਲਾਂ ਜੇ ਮੰਨ ਲਓ 5 ਈਅਰ ਇਹਦਾ ਕਾਰਜਕਾਲ ਹੈ, ਜੇ ਉਹਨੂੰ 7 ਸਾਲ ਦਾ ਕਾਰਜਕਾਲ ਕਰਨਾ ਹੈ ਤਾਂ ਪਹਿਲਾਂ ਲੋਕ ਸਭਾ ਦੇ ਵਿੱਚ ਜਾਂ ਰਾਜ ਸਭਾ 'ਚ ਬਿੱਲ ਜਾਏਗਾ, ਉਹ ਪਾਸ ਹੋਏਗਾ, ਫਿਰ ਇਹ ਅਗਲੇ ਦੂਜੇ ਸਦਨ 'ਚ ਜਾਏਗਾ, ਉੱਥੇ ਦੋਵਾਂ ਸਦਨਾਂ ਤੋਂ ਪਾਸ ਹੋਣ ਤੋਂ ਬਾਅਦ ਰਾਸ਼ਟਰਪਤੀ ਦੇ ਸਾਈਨ ਹੋਣ ਤੋਂ ਬਾਅਦ, ਜਾਣੀ ਕਿ ਰਾਸ਼ਟਰਪਤੀ ਦੇ ਹੁਕਮਾਂ ਤੋਂ ਬਾਅਦ ਉਹਦਾ ਕਾਰਜਕਾਲ ਹੈ ਉਹ ਤੈਅ ਹੋ ਜਾਏਗਾ। ਹਾਂਜੀ, ਜਿਹੜਾ ਫਾਈਨੈਂਸ ਕਮਿਸ਼ਨ ਉਹਦੀ ਮੁੜ ਨਿਯੁਕਤੀ ਵੀ ਹੋ ਸਕਦੀ ਹੈ, ਇਹ ਵੀ ਪ੍ਰੋਵੀਜ਼ਨ ਰੱਖੀ ਗਈ ਹੈ ਵੀ ਐਨ.ਕੇ. ਸਿੰਘ ਜਿਹੜਾ ਕਿ ਹੁਣ ਬਣਿਆ ਆਪਣਾ ਫਾਈਨੈਂਸ ਕਮਿਸ਼ਨ ਹੈ 15ਵਾਂ, ਉਹਦਾ ਚੇਅਰਮੈਨ ਉਹਨੂੰ ਦੁਬਾਰਾ ਵੀ ਚੇਅਰਮੈਨ ਲਗਾਇਆ ਜਾ ਸਕਦਾ ਹੈ। ਸੰਵਿਧਾਨ ਨੇ ਸੰਸਦ ਨੂੰ, ਠੀਕ ਹੈ ਧਿਆਨ 'ਚ ਰੱਖਣਾ, ਸੰਸਦ ਨੂੰ ਵਿੱਤ ਕਮਿਸ਼ਨ ਦੇ ਮੈਂਬਰਾਂ ਦੀ ਯੋਗਤਾ ਤੇ ਚੋਣ ਕਰਨ ਦੇ ਤਰੀਕੇ ਨਿਰਧਾਰਿਤ ਕਰਨ ਦਾ ਅਧਿਕਾਰ ਦਿੱਤਾ ਹੈ। ਠੀਕ ਹੈ ਜੀ, ਸਾਰੀਆਂ ਪਾਵਰਾਂ ਪਾਰਲੀਮੈਂਟ ਦੇ ਕੋਲ ਹੈ ਵੀ ਕੀ ਉਹਨਾਂ ਦੀ ਮੈਂਬਰਾਂ ਦੀ ਫਾਈਨੈਂਸ ਕਮਿਸ਼ਨ ਦੇ ਮੈਂਬਰਾਂ ਦੀ ਐਲੀਜੀਬਿਲਟੀ ਹੋਏਗੀ ਤੇ ਕਿਸ ਤਰ੍ਹਾਂ ਇਸ ਦੇ ਮੈਂਬਰਾਂ ਨੂੰ ਚੁਣਿਆ ਜਾਏਗਾ, ਇਹ ਸਾਰੀ ਜਿਹੜੀ ਪਾਵਰ ਹੈ ਉਹ ਪਾਰਲੀਮੈਂਟ ਕੋਲ ਹੈ। ਇਸ ਤਹਿਤ ਸੰਸਦ ਨੇ ਕਮਿਸ਼ਨ ਦੇ ਚੇਅਰਮੈਨ ਤੇ ਮੈਂਬਰਾਂ ਦੀਆਂ ਵਿਸ਼ੇਸ਼ ਯੋਗਤਾਵਾਂ ਨਿਰਧਾਰਿਤ ਕੀਤੀਆਂ। ਠੀਕ ਹੈ ਜੀ, ਕਿਉਂਕਿ ਪਾਵਰ ਪਾਰਲੀਮੈਂਟ ਕੋਲ ਸੀ ਤੇ ਪਾਰਲੀਮੈਂਟ ਨੇ ਫਿਰ ਇਸ ਪਾਵਰ ਦੇ ਤਹਿਤ ਚੇਅਰਮੈਨ ਤੇ ਉਹਦੇ ਮੈਂਬਰਾਂ ਦੀਆਂ ਯੋਗਤਾਵਾਂ ਜਿਹੜੀਆਂ ਉਹ ਨਿਰਧਾਰਿਤ ਕੀਤੀਆਂ। ਹਾਂਜੀ, ਵਿੱਤ ਕਮਿਸ਼ਨ ਦੇ ਮੈਂਬਰਾਂ ਦੀ ਯੋਗਤਾ ਤੇ ਚੋਣ ਕਰਨ ਦੇ ਤਰੀਕੇ ਨਿਰਧਾਰਿਤ ਕਰਨ ਦਾ ਅਧਿਕਾਰ ਕਿਸ ਕੋਲ ਹੈ? ਇਹ ਪਾਰਲੀਮੈਂਟ ਕੋਲ ਹੈ ਜੀ। ਵਿੱਤ ਕਮਿਸ਼ਨ ਕਿੰਨੇ ਮੈਂਬਰੀ ਸੰਸਥਾ ਹੈ? ਹਾਂਜੀ, ਇਹ 5 ਮੈਂਬਰੀ ਸੰਸਥਾ ਹੈ ਜਿਹਦੇ ਵਿੱਚ ਇੱਕ ਚੇਅਰਮੈਨ ਤੇ ਬਾਕੀ 4 ਮੈਂਬਰ ਹੁੰਦੇ ਹਨ। ਹਾਂਜੀ, ਯੋਗਤਾਵਾਂ ਕਿਹੜੀਆਂ ਨਿਰਧਾਰਿਤ ਕੀਤੀਆਂ ਪਾਰਲੀਮੈਂਟ ਨੇ? ਹਾਂਜੀ, ਜਿਹੜਾ ਕਮਿਸ਼ਨ ਦਾ ਚੇਅਰਮੈਨ ਹੈ, ਠੀਕ ਹੈ ਜੀ, ਉਹਦੀ ਚੋਣ ਉਹਨਾਂ ਵਿਅਕਤੀਆਂ ਵਿੱਚੋਂ ਕੀਤੀ ਜਾਏਗੀ ਜਿਨ੍ਹਾਂ ਨੂੰ ਜਨਤਕ ਮਾਮਲਿਆਂ ਦੇ ਵਿੱਚ ਤਜਰਬਾ ਹੈ। ਠੀਕ ਹੈ ਜੀ, ਯਾਨੀ ਕਿ ਐਕਸਪੀਰੀਅੰਸ ਇਨ ਪਬਲਿਕ ਅਫੇਅਰਸ, ਜਿਨ੍ਹਾਂ ਨੂੰ ਉਹ ਵਿਅਕਤੀ ਜਿਹਨੂੰ ਪਬਲਿਕ ਅਫੇਅਰ ਦੇ ਵਿੱਚ ਐਕਸਪੀਰੀਅੰਸ ਹੈ ਉਹਨੂੰ ਚੇਅਰਮੈਨ ਦੀ ਉਹਦੀ ਚੋਣ ਕੀਤੀ ਜਾਏਗੀ ਐਜ਼ ਅ ਚੇਅਰਮੈਨ। ਤੇ ਜਿਹੜੇ ਦੂਜੇ ਬਾਕੀ 4 ਹੋਰ ਮੈਂਬਰ ਹੈ ਉਹ ਚੁਣੇ ਜਾਣਗੇ। ਉਹਦੇ ਲਈ ਕੀ ਯੋਗਤਾ ਹੈ? ਹਾਈ ਕੋਰਟ ਦਾ ਜੱਜ ਚੁਣੇ ਜਾਣ ਦੇ ਯੋਗ ਹੋਵੇ ਉਹ ਵਿਅਕਤੀ ਭਾਰਤ ਦੇ ਲੇਖਾ ਤੇ ਵਿੱਤ ਮਾਮਲਿਆਂ ਦੀ ਸੰਬੰਧ ਵਿੱਚ ਵਿਸ਼ੇਸ਼ ਜਾਣਕਾਰੀ ਰੱਖਣ ਵਾਲਾ ਹੋਵੇ, ਪ੍ਰਸ਼ਾਸਨ ਤੇ ਵਿੱਤੀ ਮਾਮਲਿਆਂ ਦੇ ਵਿੱਚ ਵਿਸ਼ਾਲ ਤਜਰਬਾ ਰੱਖਣ ਵਾਲਾ ਹੋਵੇ ਤੇ ਅਰਥ ਸ਼ਾਸਤਰ ਦਾ ਵੀ ਉਸ ਨੂੰ ਗਿਆਨ ਹੋਵੇ। ਠੀਕ ਹੈ ਜੀ, 4 ਵਿਅਕਤੀ ਆਪਾਂ ਚੁਣਨੇ ਆ ਤੇ 4 ਵਿਅਕਤੀਆਂ ਦੇ ਲਈ ਇਹ ਦੱਸਦਾ ਵੀ ਇਕਨੋਮਿਕਸ ਦੇ ਵਿੱਚ ਗਿਆਨ ਹੋਵੇ, ਵਿੱਤੀ ਮਾਮਲਿਆਂ ਦੇ ਵਿੱਚ ਤੇ ਪ੍ਰਸ਼ਾਸਨ ਦੇ ਵਿੱਚ ਤਜਰਬਾ ਹੋਵੇ, ਲੇਖਾ ਤੇ ਵਿੱਤ ਮਾਮਲਿਆਂ ਦੇ ਵਿੱਚ ਸੰਬੰਧ ਵਿੱਚ ਜਾਣਕਾਰੀ ਹੋਵੇ ਤੇ ਹਾਈ ਕੋਰਟ ਦਾ ਜੱਜ ਚੁਣੇ ਜਾਣ ਦੀ ਯੋਗਤਾ ਰੱਖਦਾ ਹੋਵੇ। ਠੀਕ ਹੈ ਜੀ, ਇਹ ਧਿਆਨ 'ਚ ਰੱਖਣੇ ਸਾਰੇ ਫੈਕਟ ਇੰਪੋਰਟੈਂਟ ਹੈ। ਹਾਂਜੀ, ਅਯੋਗਤਾ ਕਹਿੰਦੇ ਮੈਂਬਰਾਂ ਨੂੰ ਅਯੋਗ ਠਹਿਰਾਇਆ ਜਾ ਸਕਦਾ ਹੈ ਜੇਕਰ ਉਹ ਦਿਮਾਗੀ ਤੌਰ ਤੇ ਠੀਕ ਨਹੀਂ ਪਾਏ ਜਾਂਦੇ। ਠੀਕ ਹੈ, ਜਾਂ ਕੋਈ ਅਜਿਹਾ ਕੰਮ ਕਰਦੇ ਹੈ ਜਿਹੜਾ ਕਿ ਰਾਸ਼ਟਰ ਦੇ ਹਿੱਤ ਵਿੱਚ ਨਹੀਂ ਤੇ ਹਿੱਤਾਂ ਦਾ ਟਕਰਾਅ ਹੋ ਜੇ। ਠੀਕ ਹੈ, ਜਿੱਥੇ ਉਹ ਆਪਣੇ ਪਰਸਨਲ ਲਾਭ ਲੈਣ ਵਾਸਤੇ ਕੰਮ ਕਰਨ ਤੇ ਉਦੋਂ ਵੀ ਉਹਨਾਂ ਨੂੰ ਅਯੋਗ ਠਹਿਰਾਇਆ ਜਾ ਸਕਦਾ ਹੈ। ਹਾਂਜੀ, ਵਟ ਇਜ਼ ਨਾਟ ਦੀ ਕੁਆਲੀਫਿਕੇਸ਼ਨ ਆਫ ਦੀ ਫਾਈਨੈਂਸ ਕਮਿਸ਼ਨ? ਦੱਸਣਾ ਹੈ ਫਾਈਨੈਂਸ ਕਮਿਸ਼ਨ ਦੀ ਇਹਨਾਂ ਵਿੱਚੋਂ ਕਿਹੜੀ ਯੋਗਤਾ ਨਹੀਂ ਹੈ। ਕੁਆਲੀਫਾਈਡ ਟੂ ਬੀ ਅਪਾਇੰਟਡ ਐਜ਼ ਜੱਜ ਆਫ ਹਾਈ ਕੋਰਟ ਦੇ ਜੱਜ ਬਣਨ ਦੇ ਲਈ ਉਹ ਕਾਬਲ ਹੋਵੇ, ਬਿਲਕੁਲ ਸਹੀ ਹੈ ਜੀ। ਸਪੈਸ਼ਲ ਨੌਲੇਜ ਆਫ ਫਾਈਨੈਂਸ, ਵਿੱਤ ਦਾ ਖਾਸ ਗਿਆਨ ਹੋਵੇ, ਇਹ ਵੀ ਬਿਲਕੁਲ ਸਹੀ ਹੈ। ਸਪੈਸ਼ਲ ਨੌਲੇਜ ਆਫ ਇਕਨੋਮਿਕਸ, ਅਰਥ ਸ਼ਾਸਤਰ ਦਾ ਵੀ ਖਾਸ ਗਿਆਨ ਹੋਵੇ, ਇਹ ਵੀ ਬਿਲਕੁਲ ਸਹੀ ਹੈ। 3 ਈਅਰ ਪ੍ਰੈਕਟਿਸ ਐਡਵੋਕੇਟ ਆਫ ਹਾਈ ਕੋਰਟ ਦੇ
ਵਕੀਲ ਦੇ ਤੌਰ ਤੇ 3 ਸਾਲਾਂ ਦੀ ਪ੍ਰੈਕਟਿਸ। ਹਾਂਜੀ, ਅਜਿਹਾ ਕੁਝ ਨਹੀਂ ਹੈ, ਸਿਰਫ ਇੰਨਾ ਹੀ ਕਿਹਾ ਗਿਆ ਵੀ ਹਾਈ ਕੋਰਟ ਦੇ ਜੱਜ ਬਣਨ ਦਾ ਉਹਦੇ ਕੋਲ ਜਿਹੜਾ ਹੈ ਯੋਗਤਾ ਰੱਖਦਾ ਹੋਵੇ। ਠੀਕ ਹੈ ਜੀ। ਫਿਰ ਉਹਨਾਂ ਨੇ ਪੁੱਛਿਆ ਸੀਗਾ ਨੋਟ, ਤੇ ਇਹ ਆਪਣਾ ਰਾਈਟ ਆਨਸਰ ਹੋ ਜਾਏਗਾ। ਹਾਂਜੀ, ਨੈਕਸਟ ਹੈ ਜੀ ਆਪਣੇ ਕੋਲ ਫਾਈਨੈਂਸ ਕਮਿਸ਼ਨ ਦੇ ਕੰਮ। ਕਿਹੜੇ ਕੰਮ ਹੈ ਜਿਹੜੇ ਫਾਈਨੈਂਸ ਕਮਿਸ਼ਨ ਹੈ ਜਿਹੜਾ ਉਹ ਕਰਦਾ ਹੈ। ਹਾਂਜੀ, ਜਿੰਨੀਆਂ ਵੀ ਇਹ ਕੰਮ ਕਰਦਾ, ਜੋ ਵੀ ਰਿਪੋਰਟ ਤਿਆਰ ਕਰਦਾ ਉਹ ਰਾਸ਼ਟਰਪਤੀ ਨੂੰ ਉਹ ਰਿਕਮੈਂਡੇਸ਼ਨ ਭੇਜਦਾ। ਇੱਕ ਗੱਲ ਧਿਆਨ ਰੱਖਣੀ ਹੈ, ਪਾਰਲੀਮੈਂਟ ਨੂੰ ਸਿੱਧੀ ਡਾਇਰੈਕਟ ਨਹੀਂ ਭੇਜਦਾਗਾ, ਬਾਏ ਜਿਹੜਾ ਇਹ ਆਪਣੀ ਰਿਕਮੈਂਡੇਸ਼ਨ ਪ੍ਰੈਜ਼ੀਡੈਂਟ ਨੂੰ ਸੌਂਪਦਾ, ਤੇ ਪ੍ਰੈਜ਼ੀਡੈਂਟ ਹੈ ਜਿਹੜਾ ਉਹ ਸੰਸਦ ਦੇ ਪਟਲ ਤੇ ਉਸ ਰਿਕਮੈਂਡੇਸ਼ਨ ਨੂੰ ਰੱਖਦਾ। ਠੀਕ ਹੈ ਜੀ, ਇਹ ਧਿਆਨ 'ਚ ਰੱਖਣਾ ਜੀ। ਕੇਂਦਰ ਅਤੇ ਰਾਜਾਂ ਦੇ ਵਿਚਕਾਰ ਟੈਕਸਾਂ ਦੀ ਜਿਹੜੀ ਕਮਾਈ ਹੈ ਉਹਦੀ ਵੰਡ ਕਰਨਾ। ਠੀਕ ਹੈ, ਇਹਦਾ ਮੁੱਖ ਕੰਮ ਹੈ ਜੀ। ਸਭ ਤੋਂ ਮੁੱਖ ਕੰਮ ਇਹ ਹੈ ਵੀ ਜੋ ਟੈਕਸ ਕਲੈਕਟ ਹੋਏ ਹੈ ਉਹਨਾਂ ਦੀ ਸੈਂਟਰ ਤੇ ਰਾਜ ਆ ਉਹਦੇ ਵਿਚਕਾਰ ਕਿਵੇਂ ਵੰਡ ਕਰਨੀ ਹੈ, ਕਿਸ ਰੇਸ਼ੀਓ ਦੇ ਵਿੱਚ ਕਰਨੀ ਹੈ। ਠੀਕ ਹੈ, ਉਹ ਜਿਹੜਾ ਹੈ ਵਿੱਤ ਕਮਿਸ਼ਨ ਦਾ ਮੁੱਖ ਕੰਮ ਹੈ। ਉਸ ਤੋਂ ਬਾਅਦ ਹੈ ਜੀ ਜਿਹੜਾ ਭਾਰਤ ਦਾ ਸੰਚਿਤ ਨਿਧੀ ਫੰਡ, ਜਿਹਨੂੰ ਕੰਸੋਲੀਡੇਟਡ ਫੰਡ ਆਫ ਇੰਡੀਆ ਕਹਿੰਦੇ ਆ, ਉਹਦੇ ਵਿੱਚ ਰਾਜਾਂ ਦੇ ਲਈ ਗ੍ਰਾਂਟ ਇਨ ਏਡ ਦੀ ਸਿਫਾਰਿਸ਼ ਕਰਨਾ ਵੀ ਉਹਦੇ ਵਿੱਚੋਂ ਕੁਝ ਗ੍ਰਾਂਟਾਂ ਜਿਹੜੀਆਂ ਦਿੱਤੀਆਂ ਜਾਂਦੀਆਂ ਰਾਜਾਂ ਨੂੰ, ਤੇ ਕਿੰਨੀ ਗ੍ਰਾਂਟ ਦਿੱਤੀ ਜਾਏਗੀ, ਇਹਦੀ ਸਿਫਾਰਿਸ਼ ਕੀਤੀ ਜਾਂਦੀ ਹੈ ਫਾਈਨੈਂਸ ਕਮਿਸ਼ਨ ਦੁਆਰਾ। ਹਾਂਜੀ, ਰਾਜ ਦੇ ਵਿੱਤ ਕਮਿਸ਼ਨ ਦੁਆਰਾ ਕੀਤੀਆਂ ਸਿਫਾਰਿਸ਼ਾਂ ਦੇ ਆਧਾਰ ਤੇ ਰਾਜ ਦੀ ਮਿਊਨਿਸਪੈਲਿਟੀ ਅਤੇ ਪੰਚਾਇਤਾਂ ਦੇ ਸਰੋਤਾਂ ਦੀ ਪੂਰਤੀ ਦੇ ਲਈ ਰਾਜ ਦੇ ਸੰਚਿਤ ਫੰਡ ਨੂੰ ਵਧਾਉਣ ਦੇ ਲਈ ਲੋੜੀਂਦੇ ਉਪਾਅ ਕਰਨੇ। ਹਾਂਜੀ, ਇਸ ਪੁਆਇੰਟ ਦੇ ਵਿੱਚ ਕਿਹਾ ਗਿਆ ਹੈ ਵੀ ਜਿਹੜਾ ਰਾਜ ਦਾ ਜਿਹੜਾ ਫਾਈਨੈਂਸ ਕਮਿਸ਼ਨ, ਜਿਹਦਾ ਗਠਨ ਆਰਟੀਕਲ 243 ਆਈ ਦੇ ਤਹਿਤ ਹੁੰਦਾ ਹੈ, ਉਹ ਜਿਹੜਾ ਭਾਰਤ ਦਾ ਜਿਹੜਾ ਫਾਈਨੈਂਸ ਕਮਿਸ਼ਨ ਹੈ ਉਹਨੂੰ ਕੁਝ ਲਿਖਤੀ ਰੂਪ ਦੇ ਵਿੱਚ ਬੇਨਤੀਆਂ ਭੇਜਦਾ, ਸਿਫਾਰਿਸ਼ਾਂ ਭੇਜਦਾ, ਜਿਹਦੇ ਵਿੱਚ ਕਿਹਾ ਜਾਂਦਾ ਹੈ ਜਿਹੜੀ ਮਿਊਨਿਸਪੈਲਿਟੀਜ਼ ਹੈਗੀਆਂ ਉਹਨਾਂ ਦੇ ਜਿਹੜੇ ਫੰਡ ਆ ਉਹ ਵਧਾਏ ਜਾਣ। ਗੱਲ ਧਿਆਨ 'ਚ ਰੱਖਣੀ ਕੀ ਹੈ, ਜਿਹੜੀ ਮਿਊਨਿਸਪੈਲਿਟੀਜ਼ ਹੈ ਉਹਨਾਂ ਨੂੰ ਜਿਹੜੇ ਫੰਡ ਹੈ ਉਹ ਸੈਂਟਰ ਗਵਰਨਮੈਂਟ ਵੱਲੋਂ ਹੁੰਦੇ ਆ, ਜਾਰੀ ਕੀਤੇ ਜਾਂਦੇ ਆ। ਠੀਕ ਹੈ ਜੀ, ਧਿਆਨ ਰੱਖਣਾ ਹੈ। ਤੇ ਇੱਕ ਗੱਲ ਹੋਰ ਧਿਆਨ ਰੱਖਣੀ ਹੈ, ਉਹ ਇਹ ਕੀ ਹੈ ਵੀ ਜਿਹੜਾ ਮਿਊਨਿਸਪੈਲਿਟੀਜ਼ ਹੈਗੀਆਂ, ਠੀਕ ਹੈ ਜੀ, ਇਹਦੇ ਲਈ ਜਿਹੜੀਆਂ ਰਿਕਮੈਂਡੇਸ਼ਨ ਜਿਹੜੀਆਂ ਜਾਰੀ ਕਰਦਾ ਉਹ ਰਾਜ ਦਾ ਵਿੱਤ ਕਮਿਸ਼ਨ ਜਾਰੀ ਕਰਦਾ ਹੈ। ਠੀਕ ਹੈ ਜੀ, ਵੀ ਉਹਨਾਂ ਨੂੰ ਕਿੰਨਾ ਸ਼ੇਅਰ ਦਿੱਤਾ ਜਾਣਾ ਚਾਹੀਦਾ, ਨਾ ਕਿ ਸੈਂਟਰ ਦਾ। ਇਹ ਧਿਆਨ 'ਚ ਰੱਖ ਲੈਣਾ ਜੀ। ਹਾਂਜੀ, ਰਾਸ਼ਟਰਪਤੀ ਦੁਆਰਾ ਕਮਿਸ਼ਨ ਨੂੰ ਭੇਜਿਆ ਗਿਆ ਕੋਈ ਵੀ ਵਿੱਤੀ ਮਾਮਲਾ, ਠੀਕ ਹੈ, ਇਹ ਵੀ ਵਿੱਤ ਕਮਿਸ਼ਨ ਦਾ ਕੰਮ ਹੈ। ਵਿੱਤ ਕਮਿਸ਼ਨ ਦਾ ਜਿਹੜਾ ਮੁੱਖ ਕੰਮ ਹੈ ਉਹ ਪੁਆਇੰਟ ਨੰਬਰ 1 ਵਿੱਚ ਆਪਾਂ ਪੜ੍ਹਿਆ, ਉਹ ਹੈ ਟੈਕਸ ਦੀ ਵੰਡ ਕਰਨਾ ਸੈਂਟਰ ਤੇ ਸਟੇਟ ਦੇ ਵਿੱਚ। ਦੂਸਰਾ ਕੰਮ ਹੈ ਜੀ ਗ੍ਰਾਂਟ ਇਨ ਏਡ ਪ੍ਰੋਵਾਈਡ ਕਰਵਾਉਣਾ ਸੈਂਟਰ ਤੋਂ ਰਾਜਾਂ ਨੂੰ। ਠੀਕ ਹੈ ਜੀ, ਕੰਸੋਲੀਡੇਟਡ ਫੰਡ ਦੇ ਵਿੱਚੋਂ। ਠੀਕ ਹੈ, ਤੀਸਰਾ ਜਿਹੜਾ ਆਪਾਂ ਪੜ੍ਹਿਆ ਉਹ ਹੈ ਜੀ ਜਿਹੜੇ ਆਪਣੇ ਮਿਊਨਿਸਪੈਲਿਟੀਜ਼ ਜਾਂ ਪੰਚਾਇਤਾਂ ਉਹਨਾਂ ਦੇ ਲਈ ਸੰਚਿਤ ਨਿਧੀ ਫੰਡ ਵਧਾਉਣ ਦੇ ਲਈ ਉਪਾਅ ਕਰਨੇ। ਠੀਕ ਹੈ, ਇਹ ਸਿਫਾਰਿਸ਼ ਕੀਤੀ ਜਾਂਦੀ ਹੈ ਸਟੇਟ ਫਾਈਨੈਂਸ ਕਮਿਸ਼ਨ ਨੂੰ ਦੁਬਾਰਾ। ਠੀਕ ਹੈ ਜੀ, ਤੇ ਉਹਦੇ ਤੇ ਉਹਨੂੰ ਬੇਨਤੀ ਕੀਤੀ ਜਾਂਦੀ ਹੈ ਵੀ ਇਹਨਾਂ ਦੇ ਜਿਹੜੇ ਫੰਡ ਵਧਾਏ ਜਾਣ। ਇਹ ਸਾਰੇ ਜਿਹੜੇ ਇੰਪੋਰਟੈਂਟ ਫੈਕਟ ਹੈ ਤੁਸੀਂ ਧਿਆਨ 'ਚ ਰੱਖਣੇ ਜੀ। 1960 ਤੱਕ ਜਿਹੜਾ ਕਮਿਸ਼ਨ ਹੈ ਉਹ ਅਸਾਮ, ਬਿਹਾਰ, ਉੜੀਸਾ, ਪੱਛਮੀ ਬੰਗਾਲ, ਠੀਕ ਹੈ ਜੀ, ਧਿਆਨ ਰੱਖਣਾ ਹੈ, ਅਸਾਮ, ਬਿਹਾਰ, ਉੜੀਸਾ ਤੇ ਵੈਸਟ ਬੰਗਾਲ। ਠੀਕ ਹੈ, ਇਹਨਾਂ ਦੇ ਲਈ ਹਰ ਸਾਲ ਜਿਹੜਾ ਜੂਟ ਹੈ ਜਾਂ ਜੂਟ ਦੇ ਨਾਲ ਸੰਬੰਧਿਤ ਜਿੰਨੇ ਵੀ ਉਤਪਾਦ ਬਣਦੇ ਆ ਉਹਨਾਂ ਦੀ ਨਿਰਯਾਤ ਡਿਊਟੀ ਦੇ ਸੰਬੰਧ ਵਿੱਚ ਵੀ ਸੁਝਾਅ ਦਿੱਤੇ ਜਾਂਦੇ ਸੀ। 1960 ਤੱਕ ਦਾ ਜਿਹੜਾ ਸੈਂਟਰ ਦਾ ਜਿਹੜਾ ਫਾਈਨੈਂਸ ਕਮਿਸ਼ਨ ਹੈ ਉਹ ਜੂਟ ਤੇ ਉਹਦੇ ਨਾਲ ਸੰਬੰਧਿਤ ਜਿੰਨੇ ਵੀ ਪ੍ਰੋਡਕਟ ਹੈ ਉਹਦੇ ਤੇ ਕਿੰਨਾ ਨਿਰਯਾਤ ਟੈਕਸ ਲਗਾਇਆ ਜਾਵੇ ਉਹਦੇ ਸੰਬੰਧ ਵਿੱਚ ਵੀ ਸੁਝਾਅ ਦਿੱਤੇ ਜਾਂਦੇ ਸੀ। ਠੀਕ ਹੈ ਜੀ, ਇਹ ਵੀ ਧਿਆਨ 'ਚ ਰੱਖਣਾ। ਹਾਂਜੀ, ਮੇਨ ਏਜੰਸੀ ਟੂ ਰਿਜ਼ੋਲਵ ਦੀ ਫਿਸਕਲ ਡਿਸਪਿਊਟ ਬਿਟਵੀਨ ਸੈਂਟਰ ਐਂਡ ਸਟੇਟਸ। ਹਾਂਜੀ, ਸੈਂਟਰ ਤੇ ਸਟੇਟ ਦੇ ਵਿੱਚ ਜਿਹੜੇ ਜਿੰਨੇ ਵੀ ਰਾਜਕੋਸ਼ੀ ਵਿਵਾਦ ਹੈ ਉਹਨਾਂ ਨੂੰ ਸੋਲਵ ਕਰਨ ਦਾ ਮੁੱਖ ਜਿਹੜਾ ਏਜੰਸੀ ਕਿਹੜੀ ਹੈ ਜੀ, ਉਹ ਹੈ ਜੀ ਆਪਣੇ ਕੋਲ ਫਾਈਨੈਂਸ ਕਮਿਸ਼ਨ। ਠੀਕ ਹੈ ਜੀ, ਕੰਸੀਡਰ ਦੀ ਫੋਲੋਇੰਗ ਸਟੇਟਮੈਂਟ ਰਿਗਾਰਡਿੰਗ ਫਾਈਨੈਂਸ ਕਮਿਸ਼ਨ। ਫਾਈਨੈਂਸ ਕਮਿਸ਼ਨ ਦੇ ਸੰਬੰਧ ਦੇ ਵਿੱਚ ਆਪਾਂ ਦੱਸਣਾ ਹੈ ਵੀ ਕਰੈਕਟ ਕੋਡ ਆ ਉਹਦੀ ਚੋਣ ਕਰਨੀ ਆਪਾਂ ਦੱਸਣਾ ਵੀ ਕਿਹੜਾ ਕਰੈਕਟ ਹੈ। ਟੈਕਸ ਡਿਸਟ੍ਰੀਬਿਊਸ਼ਨ ਬਿਟਵੀਨ ਸੈਂਟਰ ਐਂਡ ਸਟੇਟ, ਜਿਹੜੀ ਟੈਕਸ ਆ ਉਹਦੀ ਵੰਡ ਕੀਤੀ ਜਾਂਦੀ ਹੈ ਫਾਈਨੈਂਸ ਕਮਿਸ਼ਨ ਦੁਆਰਾ ਸੈਂਟਰ ਤੇ ਸਟੇਟ ਦੇ ਵਿੱਚ, ਬਿਲਕੁਲ ਰਾਈਟ ਆਨਸਰ ਹੈ ਜੀ ਇਹ। ਗ੍ਰਾਂਟ ਇਨ ਏਡ ਆਫ ਦੀ ਰੈਵਨਿਊ ਆਫ ਸਟੇਟ ਆਊਟ ਆਫ ਦੀ ਕੰਸੋਲੀਡੇਟਡ ਫੰਡ ਆਫ ਇੰਡੀਆ, ਭਾਰਤ ਦੇ ਕੰਸੋਲੀਡੇਟਡ ਫੰਡ ਦੇ ਵਿੱਚੋਂ ਜਿਹੜਾ ਸਟੇਟ ਹੈ ਉਹਨੂੰ ਗ੍ਰਾਂਟ ਇਨ ਏਡ ਦੇ ਤੌਰ ਤੇ ਜਿਹੜੀ ਰੈਵਨਿਊ ਦਿੱਤੀ ਜਾਂਦੀ ਹੈ ਇਹ ਵੀ ਬਿਲਕੁਲ ਸਹੀ ਹੈ। ਠੀਕ ਹੈ ਜੀ, ਇਹਦਾ ਰਾਈਟ ਆਨਸਰ ਬਣ ਜਾਏਗਾ ਜੀ ਸੀ। ਵਾਟ ਇਜ਼ ਦੀ ਫੰਕਸ਼ਨ ਆਫ ਫਾਈਨੈਂਸ ਕਮਿਸ਼ਨ, ਫਾਈਨੈਂਸ ਕਮਿਸ਼ਨ ਦਾ ਕੰਮ ਕੀ ਹੈ। ਹਾਂਜੀ, ਇਹਦਾ ਜਿਹੜਾ ਮੁੱਖ ਕੰਮ ਹੈ ਉਹ ਹੈ ਰਿਕਮੈਂਡੇਸ਼ਨ ਦੇਣਾ ਔਨ ਡਿਸਟ੍ਰੀਬਿਊਸ਼ਨ ਆਫ ਟੈਕਸ ਰੈਵਨਿਊ ਬਿਟਵੀਨ ਦੀ ਯੂਨੀਅਨ ਐਂਡ ਸਟੇਟ ਐਂਡ ਅਮੰਗਸਟ ਆਫ ਦੀ ਸਟੇਟ ਦੈਮਸੈਲਵਸ। ਠੀਕ ਹੈ ਜੀ, ਧਿਆਨ 'ਚ ਰੱਖਣਾ ਹੈ, ਕੇਂਦਰ ਤੇ ਰਾਜਾਂ ਦੇ ਵਿਚਕਾਰ ਟੈਕਸ ਦੀ ਵੰਡ ਕਰਨਾ। ਠੀਕ ਹੈ ਜੀ, ਕਿੰਨਾ ਪਰਸੈਂਟ ਹੈ ਜਿਹੜਾ ਸ਼ੇਅਰ ਹੈ ਉਹ ਸੈਂਟਰ ਤੋਂ ਰਾਜਾਂ ਨੂੰ ਜਾਏਗਾ। ਜਿਵੇਂ 15ਵਾਂ ਜਿਹੜਾ ਫਾਈਨੈਂਸ ਕਮਿਸ਼ਨ ਹੈ ਉਹਦੀ ਰਿਕਮੈਂਡੇਸ਼ਨ ਹੈਗੀ ਹੈ 41%। ਠੀਕ ਹੈ, ਅੱਜ ਭਾਰਤ ਦੇ ਵਿੱਚ 28 ਰਾਜ ਹੈ ਤੇ 8 ਯੂਟੀ ਹੈ, ਤੇ ਉਹਨਾਂ ਸਾਰਿਆਂ ਨੂੰ 41% ਹਿੱਸਾ ਮਿਲੇਗਾ। ਤੇ ਬਾਅਦ ਵਿੱਚ ਇਹ 41% ਦੇ ਵਿੱਚੋਂ ਵੱਖ-ਵੱਖ ਸਟੇਟਾਂ ਨੂੰ ਕਿੰਨਾ ਹਿੱਸਾ ਜਾਏਗਾ, ਯੂਪੀ ਨੂੰ ਕਿੰਨਾ ਜਾਏਗਾ, ਠੀਕ ਹੈ ਜੀ, ਤੇ ਪੰਜਾਬ ਨੂੰ ਕਿੰਨਾ ਜਾਏਗਾ, ਇਹ ਵੀ ਸਭ ਕੁਝ ਜਿਹੜਾ ਉਹ ਨਿਰਧਾਰਤ ਕਰਦਾ ਹੈ ਜੀ ਫਾਈਨੈਂਸ ਕਮਿਸ਼ਨ। ਇਹਦਾ ਰਾਈਟ ਆਨਸਰ ਬਣੇਗਾ ਜੀ ਡੀ। ਹਾਂਜੀ, ਸਬਮਿਸ਼ਨ ਆਫ ਰਿਪੋਰਟ ਕਿਹਨੂੰ ਸੌਂਪੀ ਜਾਂਦੀ ਹੈ। ਕਮਿਸ਼ਨ ਦੁਆਰਾ ਜਿਹੜੀ ਰਿਪੋਰਟ ਹੈ ਉਹ ਰਾਸ਼ਟਰਪਤੀ ਨੂੰ ਸੌਂਪੀ ਜਾਂਦੀ ਹੈ ਤੇ ਰਾਸ਼ਟਰਪਤੀ ਇਸ ਨੂੰ ਸੰਸਦ ਦੇ ਦੋਹਾਂ ਸਦਨਾਂ ਦੇ ਵਿੱਚ ਰੱਖਦਾ ਹੈ। ਵੈਰੀ ਇੰਪੋਰਟੈਂਟ ਹੈ ਤੇ ਜ਼ਿਆਦਾਤਰ ਜਿਹੜੇ ਸਟੂਡੈਂਟ ਹੈ ਉਹ ਇੱਥੇ ਗਲਤੀ ਕਰ ਹੁੰਦੇ ਆ। ਇਹ ਸਵਾਲ ਬਹੁਤ ਵਾਰ ਐਗਜ਼ਾਮ ਦੇ ਵਿੱਚ ਪੁੱਛਿਆ ਗਿਆ ਤਾਂ ਬਹੁਤੇ ਪਾਰਲੀਮੈਂਟ ਦੇ ਵਿੱਚ ਲਗਾਏ ਜਾਂਦੇ ਆ। ਠੀਕ ਹੈ ਜੀ, ਧਿਆਨ ਰੱਖਣਾ ਹੈ, ਇਹਦੀ ਪੁਆਇੰਟਿੰਗ ਅਥਾਰਟੀ ਹੈ ਜਿਹੜਾ ਉਹ ਹੈ ਰਾਸ਼ਟਰਪਤੀ, ਤੇ ਰਾਸ਼ਟਰਪਤੀ ਨੂੰ ਹੀ ਆਪਣੀ ਜਿਹੜੀ ਹੈ ਰਿਪੋਰਟ ਸਬਮਿਟ ਕਰਦਾ ਹੈ। ਹਾਂਜੀ, ਅਗਲਾ ਹੈ ਜੀ ਨੈਕਸਟ ਆਪਣੇ ਕੋਲ ਸਲਾਹਕਾਰ ਭੂਮਿਕਾ। ਇਹ ਮੈਂ ਤੁਹਾਨੂੰ ਸਟਾਰਟਿੰਗ ਤੋਂ ਹੀ ਦੱਸ ਚੁੱਕਿਆ ਸੀਗਾ, ਜਿਹੜਾ ਫਾਈਨੈਂਸ ਕਮਿਸ਼ਨ ਹੈ ਸੰਵਿਧਾਨਕ ਬੋਡੀ ਦੇ ਨਾਲ ਇੱਕ ਸਲਾਹਕਾਰ ਬੋਡੀ ਹੈ ਤੇ ਇਹਦਾ ਮੁੱਖ ਕੰਮ ਹੈ ਜਿਹੜਾ ਸਿਫਾਰਸ਼ਾਂ ਦੇਣਾ ਹੈ ਟੈਕਸ ਦੀ ਵੰਡ ਦੇ ਸੰਬੰਧ ਵਿੱਚ, ਤੇ ਸਰਕਾਰ ਇਹਨਾਂ ਸਿਫਾਰਸ਼ਾਂ ਨੂੰ ਮੰਨਣ ਦੇ ਲਈ ਪਾਬੰਦ ਨਹੀਂ ਹੈ। ਠੀਕ ਹੈ, ਧਿਆਨ ਰੱਖਣਾ। ਇਹ ਕੇਂਦਰ ਸਰਕਾਰ ਦਾ ਕੰਮ ਹੈ ਕਿ ਉਹ ਰਾਜ ਸਰਕਾਰਾਂ ਨੂੰ ਦਿੱਤੀ ਜਾਣ ਵਾਲੀ ਸਹਾਇਤਾ ਦੇ ਸੰਬੰਧ ਦੇ ਵਿੱਚ ਕਮਿਸ਼ਨ ਦੀਆਂ ਸਿਫਾਰਸ਼ਾਂ ਨੂੰ ਲਾਗੂ ਕਰੇ। ਠੀਕ ਹੈ ਜੀ, ਜੇ ਕੇਂਦਰ ਸਰਕਾਰ ਉਹਦੀਆਂ ਸਿਫਾਰਸ਼ਾਂ ਨੂੰ ਮੰਨਦੀ ਹੈ ਤਾਂ ਉਹਨੂੰ ਲਾਗੂ ਕਰਨ ਦੀ ਜ਼ਿੰਮੇਵਾਰੀ ਵੀ ਸੈਂਟਰ ਗਵਰਨਮੈਂਟ ਦੀ ਹੈ। ਇਹ ਧਿਆਨ 'ਚ ਰੱਖਣਾ ਜੀ। ਵਿੱਤ ਕਮਿਸ਼ਨ ਆਪਣੀ ਰਿਪੋਰਟ ਕਿਸ ਨੂੰ ਪੇਸ਼ ਕਰਦਾ ਹੈ। ਹਾਂਜੀ, ਪ੍ਰੈਜ਼ੀਡੈਂਟ ਰਾਸ਼ਟਰਪਤੀ ਨੂੰ ਪੇਸ਼ ਕਰਦਾ ਹੈ। ਵਿੱਤ ਕਮਿਸ਼ਨ ਕਿਸ ਪ੍ਰਕਾਰ ਦੀ ਸੰਸਥਾ ਹੈ। ਹਾਂਜੀ, ਸੰਵਿਧਾਨਿਕ ਬੋਡੀ ਹੈ, ਬਿਲਕੁਲ ਹੈ ਜੀ। ਗੈਰ ਸੰਵਿਧਾਨਿਕ ਨਹੀਂ ਜੀ, ਗੈਰ ਸੰਵਿਧਾਨਿਕ ਨਹੀਂ ਹੈ। ਸਲਾਹਕਾਰੀ ਹੈ ਜੀ, ਵਿਧਾਇਕ ਨਹੀਂ ਹੈ। ਠੀਕ ਹੈ, ਵਿਧਾਨਿਕ ਹੋਣਾ ਸੀ ਤੇ ਵਿਧਾਨਿਕ ਨਹੀਂ ਹੈ। ਫਿਰ ਇਹਦਾ ਰਾਈਟ ਆਨਸਰ ਬਣ ਜਾਏਗਾ 1 and 3। ਠੀਕ ਹੈ, ਸੰਵਿਧਾਨਿਕ ਬੋਡੀ ਵੀ ਹੈ ਤੇ ਸਲਾਹਕਾਰੀ ਵੀ ਹੈ। ਵਿੱਤ ਕਮਿਸ਼ਨ ਦਾ ਕਾਰਜਕਾਲ, ਠੀਕ ਹੈ ਜੀ, ਇਹ ਜਿਹੜੇ ਇੰਪੋਰਟੈਂਟ ਫੈਕਟ ਹੈ ਧਿਆਨ 'ਚ ਰੱਖਣੇ ਆ। ਭਾਰਤ ਦਾ ਜਿਹੜਾ ਰਾਸ਼ਟਰਪਤੀ ਹੈ ਵਿੱਤ ਕਮਿਸ਼ਨ ਦੇ ਮੈਂਬਰਾਂ ਦੀ ਉਹਦੇ ਦੀ ਮਿਆਦ ਨਿਰਧਾਰਤ ਕਰਦਾ ਹੈ। ਆਮ ਤੌਰ ਤੇ 5 ਸਾਲ ਦੇ ਲਈ ਇਹਦੀ ਮਿਆਦ ਜਿਹੜੀ ਤੈਅ ਕੀਤੀ ਜਾਂਦੀ ਹੈ ਤੇ ਕੁਝ ਸਥਿਤੀਆਂ ਦੇ ਵਿੱਚ ਮੈਂਬਰਾਂ ਦੀ ਮੁੜ ਨਿਯੁਕਤੀ ਦੀ ਵੀ ਵਿਵਸਥਾ ਕੀਤੀ ਗਈ ਹੈ। ਹਾਂਜੀ, ਜਿਹੜਾ ਰਾਸ਼ਟਰਪਤੀ ਹੈ ਉਹ
ਨਿਰਦੇਸ਼ ਦਿੰਦਾ ਹੈ ਕਮਿਸ਼ਨ ਦੇ ਮੈਂਬਰਾਂ ਨੂੰ ਵੀ ਇੱਕ ਵਲੰਟੀਅਰ ਸੇਵਾ ਦੇ ਤੌਰ ਤੇ ਉਹਨਾਂ ਨੂੰ ਕੰਮ ਕਰਨਾ ਚਾਹੀਦਾ ਹੈ, ਪਾਰਟ ਟਾਈਮ ਸੇਵਾ ਦੇ ਤੌਰ ਤੇ ਕੰਮ ਕਰਨਾ ਚਾਹੀਦਾ ਹੈ। 5 ਸਾਲਾਂ ਦੀ ਮਿਆਦ ਪੁੱਗਣ ਤੋਂ ਪਹਿਲਾਂ ਵੀ ਰਾਸ਼ਟਰਪਤੀ ਜੇ ਜ਼ਰੂਰੀ ਸਮਝਦਾ ਹੈ ਤਾਂ ਵਿੱਤ ਕਮਿਸ਼ਨ ਨੂੰ ਉਹ ਨਿਯੁਕਤ ਕਰ ਸਕਦਾ ਹੈ। ਠੀਕ ਹੈ ਜੀ। ਮੈਂਬਰਾਂ ਦੀ ਤਨਖਾਹ ਜਿਹੜੀ ਉਹ ਸੰਵਿਧਾਨ ਦੁਆਰਾ ਨਿਰਧਾਰਿਤ ਉਪਬੰਧਾਂ ਅਨੁਸਾਰ ਕੀਤੀ ਗਈ ਹੈ। ਠੀਕ ਹੈ ਜੀ। ਇਹ ਉਪਬੰਧ ਕੀ ਕਹਿੰਦੇ ਆ, ਇਹਦੇ ਵਿੱਚ ਦੱਸਿਆ ਗਿਆ ਹੈ ਵੀ ਜਿਹੜੀ ਮੈਂਬਰਾਂ ਦੀ ਵਿੱਤ ਕਮਿਸ਼ਨ ਦੇ ਮੈਂਬਰਾਂ ਦੀ ਤਨਖਾਹ ਹੈ ਉਹ ਪਾਰਲੀਮੈਂਟ ਦੁਆਰਾ ਤੈਅ ਕੀਤੀ ਜਾਏਗੀ, ਸੰਸਦ ਦੁਆਰਾ ਤੈਅ ਕੀਤੀ ਜਾਏਗੀ। ਵਿੱਤ ਕਮਿਸ਼ਨ ਦਾ ਸਧਾਰਨ ਰੂਪ ਵਿੱਚ ਕਾਰਜਕਾਲ ਕਿੰਨਾ ਹੁੰਦਾ ਹੈ ਜੀ, ਉਹ 5 ਸਾਲ ਹੁੰਦਾ ਜੀ ਕਾਰਜਕਾਲ। ਹਾਂਜੀ, ਜਿਹੜੇ ਵਿੱਤ ਕਮਿਸ਼ਨ ਹੁਣ ਤੱਕ ਬਣੇ ਆ 15 ਜੀ, ਉਹਨਾਂ ਤੇ ਆਪਾਂ ਇੱਕ ਨਜ਼ਰ ਮਾਰਦੇ ਹਾਂ। ਜਿਹੜਾ ਇਹ ਟੌਪਿਕ ਹੈ ਇਹ ਇਕਨੋਮਿਕਸ ਸਟੂਡੈਂਟ ਦੇ ਲਈ ਵੀ ਹੈ ਤੇ ਪੋਲੀਟੀਕਲ ਸਟੂਡੈਂਟ ਦੇ ਲਈ ਵੀ ਹੈ। ਠੀਕ ਹੈ ਜੀ। ਤੇ ਇਕਨੋਮਿਕਸ ਸਟੂਡੈਂਟ ਦੇ ਲਈ ਆਹ ਸਾਰੀਆਂ ਚੀਜ਼ਾਂ ਬਹੁਤ ਇੰਪੋਰਟੈਂਟ ਹੈ, ਕਿਉਂਕਿ ਇਹਦੇ ਵਿੱਚ 4 ਜਿਹੜੇ ਹੈਗੇ ਆ ਉਹ ਫਾਈਨੈਂਸ ਕਮਿਸ਼ਨ ਪਾ ਦਿੰਦੇ ਆ ਤੇ ਕਹਿ ਦਿੰਦੇ ਆ ਇਹਨੂੰ ਕ੍ਰੋਨੋਲੋਜੀਕਲ ਆਰਡਰ ਦੇ ਤਹਿਤ ਇਹਨੂੰ ਲਗਾਇਆ ਜਾਵੇ। ਠੀਕ ਹੈ ਜੀ। ਜਿਹੜੇ ਪੋਲ ਸਾਇੰਸ ਵਾਲੇ ਸਟੂਡੈਂਟ ਆ ਉਹਨਾਂ ਦੇ ਲਈ ਸਿਰਫ ਫਸਟ ਤੇ ਲਾਸਟ ਜਿਹੜਾ ਉਹੀ ਇੰਪੋਰਟੈਂਟ ਹੈ, ਇਹ ਧਿਆਨ ਰੱਖਣਾ ਜੀ। ਹਾਂਜੀ, ਜਿਹੜਾ ਫਸਟ ਹੈ ਜਿਹੜਾ ਆਪਣੇ ਕੋਲ ਉਹ ਸੀਗਾ ਕੇ.ਸੀ. ਨਿਯੋਗੀ, ਸੈਕੰਡ ਸੀਗਾ ਕੇ. ਸੰਥਾਨਮ, ਥਰਡ ਸੀ ਏ.ਕੇ. ਚੰਦਾ, ਜਿਹੜਾ ਫੋਰਥ ਕਮਿਸ਼ਨ ਬਣਿਆ ਸੀਗਾ ਉਹ ਪੀ.ਵੀ. ਰਾਜਮਨਾਰ ਸੀਗਾ। ਠੀਕ ਹੈ ਜੀ। ਫਿਫਥ ਸੀ ਮਹਾਵੀਰ ਤਿਆਗੀ, 6ਵਾਂ ਕਮਿਸ਼ਨ ਬਣਿਆ ਸੀ ਬ੍ਰਹਮਾਨੰਦ ਰੈਡੀ ਦੀ ਅਗਵਾਈ ਹੇਠ, ਚੇਅਰਮੈਨਸ਼ਿਪ ਹੇਠ, 7ਵਾਂ ਕਮਿਸ਼ਨ ਬਣਿਆ ਸੀ ਜੇ.ਐਮ. ਸ਼ੇਲਤ ਤੇ 8ਵਾਂ ਬਣਿਆ ਸੀ ਚੇਵਤ ਦੀ ਅਗਵਾਈ ਹੇਠ, ਵਾਈ.ਵੀ. ਚੇਵਤ। ਠੀਕ ਹੈ ਜੀ। ਇਹ ਧਿਆਨ 'ਚ ਰੱਖਣੀ ਹੈ ਜੀ। ਜਿਹੜਾ 9ਵਾਂ ਕਮਿਸ਼ਨ ਬਣਿਆ ਸੀਗਾ ਐਨ.ਕੇ.ਪੀ. ਸਾਲਵੇ ਦੀ ਅਗਵਾਈ ਹੇਠ ਬਣਿਆ ਸੀਗਾ, ਤੇ 10ਵਾਂ ਕੇ.ਸੀ. ਪੰਥ, 11ਵਾਂ ਖੁਸਰੋ, 12ਵਾਂ ਰੰਗਾਰਾਜਨ, 13ਵਾਂ ਵਿਜੇ ਕੇਲਕਰ ਤੇ 14ਵਾਂ ਵਾਈ.ਵੀ. ਰੈਡੀ ਤੇ 15ਵਾਂ ਜਿਹੜਾ ਐਨ.ਕੇ. ਸਿੰਘ। ਐਨ.ਕੇ. ਸਿੰਘ ਹੈ ਜਿਹੜਾ ਇਹ 2017 ਦੇ ਵਿੱਚ ਇਹਦਾ ਗਠਨ ਕੀਤਾ ਗਿਆ ਸੀ। ਇਹਦੀ ਰਿਕਮੈਂਡੇਸ਼ਨ ਹੈ ਜਿਹੜੀ 2 ਰਿਪੋਰਟਾਂ ਇਹਦੀਆਂ, ਇੱਕ ਹੈਗੀ ਹੈ ਜੀ 2020 ਤੇ 21 ਦੀ ਹੈ, 1 ਸਾਲ ਦੀ ਹੈ ਇਹ। ਠੀਕ ਹੈ ਜੀ। ਇਹ ਕੋਵਿਡ ਕਰਕੇ 1 ਸਾਲ ਦੀ ਸੀਗੀ, ਤੇ ਦੂਜੀ ਰਿਪੋਰਟ 2021 ਤੋਂ 2026 ਹੈ, ਇਹ 5 ਸਾਲਾਂ ਦੀ। ਟੋਟਲ 6 ਸਾਲਾਂ ਦੀਆਂ ਰਿਕਮੈਂਡੇਸ਼ਨ ਹੈ। ਇਸ ਰਿਕਮੈਂਡੇਸ਼ਨ ਦੇ ਵਿੱਚ 41% ਜਿਹੜੀ ਉਹ ਜਿਹੜਾ ਸ਼ੇਅਰ ਦੱਸਿਆ ਗਿਆ ਸਟੇਟ ਗਵਰਨਮੈਂਟ ਦਾ। ਠੀਕ ਹੈ ਜੀ, ਧਿਆਨ 'ਚ ਰੱਖਣਾ ਹੈ। ਜਿਹੜਾ 14ਵਾਂ ਵਿੱਤ ਕਮਿਸ਼ਨ ਵਾਈ.ਵੀ. ਰੈਡੀ ਦੀ ਅਗਵਾਈ 'ਚ ਬਣਿਆ ਸੀਗਾ, ਇਹਦੇ ਵਿੱਚ 42% ਸ਼ੇਅਰ ਹੈ ਜਿਹੜਾ ਉਹ ਦਿੱਤਾ ਗਿਆ ਸੀਗਾ, ਪਰ 15ਵੇਂ ਵਿੱਤ ਕਮਿਸ਼ਨ ਨੇ 1% ਜਿਹੜਾ ਸ਼ੇਅਰ ਆ ਉਹ ਘਟਾਤਾ। ਜਿਹੜਾ 1% ਸ਼ੇਅਰ ਹੈ ਜਿਹੜਾ ਘਟਾਇਆ ਹੈ ਉਹ ਯੂਜ਼ ਕੀਤਾ ਜਾਏਗਾ ਜਿਹੜੇ ਨਵੇਂ 2 ਡਿਊਟੀ ਬਣੇ ਆ ਲਦਾਖ ਤੇ ਜੰਮੂ ਕਸ਼ਮੀਰ ਦੇ ਡਿਵੈਲਪਮੈਂਟ ਵਾਸਤੇ। ਠੀਕ ਹੈ ਜੀ, ਧਿਆਨ 'ਚ ਰੱਖਣਾ ਜੀ। ਹਾਂਜੀ, ਵੈਨ ਵਾਜ਼ ਫਸਟ ਫਾਈਨੈਂਸ ਕਮਿਸ਼ਨ ਕਨਸਟੀਟਿਊਟਡ, ਦੱਸਣਾ ਪਹਿਲੇ ਫਾਈਨੈਂਸ ਕਮਿਸ਼ਨ ਦਾ ਜਿਹੜਾ ਗਠਨ ਕਦੋਂ ਹੋਇਆ, ਇਹ 1951 ਦੇ ਵਿੱਚ ਇਹਦਾ ਗਠਨ ਹੋਇਆ ਸੀ। ਹੂ ਵਾਜ਼ ਦੀ ਫਸਟ ਫਾਈਨੈਂਸ ਕਮਿਸ਼ਨ, ਪਹਿਲਾ ਫਾਈਨੈਂਸ ਕਮਿਸ਼ਨ ਕੌਣ ਸੀਗਾ, ਇਹ ਸੀ ਕੇ.ਸੀ. ਨਿਯੋਗੀ। ਹਾਂਜੀ, 15ਵਾਂ ਵਿੱਤ ਕਮਿਸ਼ਨ, ਹਾਂਜੀ ਵਿੱਤ ਕਮਿਸ਼ਨ 15ਵਾਂ ਉਹਦਾ ਚੇਅਰਮੈਨ ਸੀ ਕੇ.ਸੀ. ਨਿਯੋਗੀ ਨੰਦ ਕਿਸ਼ੋਰ ਸਿੰਘ, ਐਨ.ਕੇ. ਸਿੰਘ। 15ਵੇਂ ਦਾ ਸੀਗਾ ਐਨ.ਕੇ. ਸਿੰਘ। ਠੀਕ ਹੈ ਜੀ, ਨੰਦ ਕਿਸ਼ੋਰ ਸਿੰਘ। ਤੇ ਜਿਹੜੇ ਫੁੱਲ ਟਾਈਮ ਮੈਂਬਰ ਸੀ ਇਹਦੇ, ਠੀਕ ਹੈ ਸੀ, ਉਹ ਅਜੇ ਨਾਰਾਇਣ ਝਾ, ਅਸ਼ੋਕ ਲਹਿਰੀ ਤੇ ਅਨੂਪ ਸਿੰਘ, ਇਹ ਫੁੱਲ ਟਾਈਮ ਸੀ। ਤੇ ਇੱਕ ਮੈਂਬਰ ਸੀਗਾ ਜਿਹੜਾ ਕਿ ਉਹ ਪੂਰਾ ਟਾਈਮ ਉਹਨੇ ਨਹੀਂ ਕੀਤਾ, ਉਹਦੀ ਜਗ੍ਹਾ ਤੇ ਹੋਰ ਜਿਹੜਾ ਮੈਂਬਰ ਉਹ ਲੈ ਲਿਆ ਗਿਆ ਸੀ। ਠੀਕ ਹੈ। ਵਿੱਤ ਕਮਿਸ਼ਨ ਦੀਆਂ ਸਿਫਾਰਸ਼ਾਂ, ਜਿਹੜਾ ਵਿੱਤ ਕਮਿਸ਼ਨ ਆਪਣੀਆਂ ਸਿਫਾਰਸ਼ਾਂ ਹੋਰੀਜ਼ੋਨਟਲ ਡਿਵੈਲਪਮੈਂਟ ਦੇ ਲਈ ਦਿੰਦਾ ਹੈ। ਠੀਕ ਹੈ, 2 ਤਰ੍ਹਾਂ ਦੇ ਡਿਵੈਲਪਮੈਂਟ ਹੁੰਦੇ ਆ, ਹੋਰੀਜ਼ੋਨਟਲ ਤੇ ਵਰਟੀਕਲ। ਠੀਕ ਹੈ, ਹੋਰੀਜ਼ੋਨਟਲ ਦਾ ਮਤਲਬ ਹੈ ਵੀ ਜਿਹੜੇ ਸਟੇਟ ਹੈ ਕੁਝ ਗਰੀਬ ਹੈ ਕੁਝ ਅਮੀਰ ਹੈ, ਤੇ ਗਰੀਬਾਂ ਨੂੰ ਅਮੀਰਾਂ ਦੇ ਬਰਾਬਰ ਹੈ ਜਿਹੜਾ ਕਰਨਾ ਉਹਨੂੰ ਹੋਰੀਜ਼ੋਨਟਲ ਡਿਵੈਲਪਮੈਂਟ ਕਹਿੰਦੇ ਨੇ। ਠੀਕ ਹੈ ਜੀ। ਤੇ ਵਰਟੀਕਲ ਦੇ ਵਿੱਚ ਸਟੇਟਾਂ ਨੂੰ ਸੈਂਟਰ ਗਵਰਨਮੈਂਟ ਦੇ ਬਰਾਬਰ ਕਰਨਾ। ਠੀਕ ਹੈ, ਉਹਨਾਂ ਨੂੰ ਜ਼ਿਆਦਾ ਫਾਈਨੈਂਸ ਦੇ ਰਿਸੋਰਸਸ ਪ੍ਰੋਵਾਈਡ ਕਰਾਉਣਾ ਸਟੇਟਾਂ ਨੂੰ ਤਾਂ ਜੋ ਸੈਂਟਰ ਦੇ ਬਰਾਬਰ ਪਹੁੰਚਣ, ਉਹ ਵਰਟੀਕਲ ਡਿਵੈਲਪਮੈਂਟ ਹੁੰਦਾ। ਹਾਂਜੀ, ਇਹਦੇ ਵਿੱਚ 15ਵੇਂ ਕਮਿਸ਼ਨ ਦੇ ਜਿਹੜੇ ਸੁਝਾਅ ਦਿੱਤੇ ਗਏ ਆ, ਸਭ ਤੋਂ ਪਹਿਲਾਂ ਜਨਸੰਖਿਆ ਪ੍ਰਦਰਸ਼ਨ ਦੇ ਆਧਾਰ ਤੇ 12.5% ਵੇਟੇਜ ਦਿੱਤਾ ਗਿਆ, ਭਾਵ ਜਿਹਦੀ ਜਨਸੰਖਿਆ ਜ਼ਿਆਦਾ ਹੈ। ਠੀਕ ਹੈ, ਉਹਨੂੰ ਜਿਵੇਂ ਯੂਪੀ ਹੈ ਉਹਦੀ ਯੂਪੀ ਦੀ ਜ਼ਿਆਦਾ ਹੈ, ਉਹਦਾ 12.5% ਜਿਹੜਾ ਵੇਟੇਜ ਹੈ ਉਹ ਜਨਸੰਖਿਆ ਦੇ ਆਧਾਰ ਤੇ ਹੈ। ਇਹਦਾ ਮਤਲਬ ਇਹ ਹੈ ਵੀ ਯੂਪੀ ਹੈ ਉਹਨੂੰ ਜ਼ਿਆਦਾ ਜਨਸੰਖਿਆ ਦੇ ਹਿਸਾਬ ਨਾਲ ਜਿਹੜਾ ਉਹ ਪੈਸੇ ਮਿਲਣਗੇ। ਹੁਣ ਇਹ ਗੱਲ ਧਿਆਨ ਨਾਲ ਸਮਝੋ, ਗੱਲ ਕੀ ਕਹਿਣਾ ਚਾਹੁੰਦੇ ਇੱਥੇ। ਸਪੋਜ਼ ਕਰੋ 1 ਲੱਖ ਰੁਪਈਆ ਜਿਹੜੀ ਹੈਗੀ ਹੈ ਉਹ ਐਜ਼ ਅ ਟੈਕਸ ਰੈਵਨਿਊ ਕਲੈਕਟ ਹੋਈ ਹੈ, ਇਹਦੇ ਵਿੱਚੋਂ ਜਿਹੜਾ 41% ਹਿੱਸਾ ਉਹ ਜਾਏਗਾ ਸਟੇਟ ਗਵਰਨਮੈਂਟ ਨੂੰ, ਸਾਰੇ ਰਾਜਾਂ ਨੂੰ ਜਾਏਗਾ, ਯਾਨੀ ਕਿ 41,000 ਜਾਏਗਾ। ਠੀਕ ਹੈ ਜੀ, ਕਲੀਅਰ ਹੋ ਗਿਆ। 41,000 ਦੇ ਵਿੱਚੋਂ 12.5% ਹੈ ਜਿਹੜਾ, ਠੀਕ ਹੈ ਜੀ, ਉਹ ਜਨਸੰਖਿਆ ਦੇ ਆਧਾਰ ਤੇ ਵੰਡਿਆ ਜਾਏਗਾ। ਠੀਕ ਹੈ ਜੀ, ਇਹ ਗੱਲ ਸਮਝ ਆ ਗਈ। ਤੇ 41,000 ਦੇ ਵਿੱਚੋਂ 45% ਹੈ ਉਹ ਆਮਦਨ ਕਲੈਕਸ਼ਨ ਦੇ ਆਧਾਰ ਤੇ ਵੰਡਿਆ ਜਾਏਗਾ, ਜਿਸ ਸਟੇਟ ਤੋਂ ਟੈਕਸ ਰੈਵਨਿਊ ਜ਼ਿਆਦਾ ਕਲੈਕਟ ਹੋਇਆ ਉਹਨੂੰ ਜਿਹੜਾ ਹਿੱਸਾ ਵੀ ਜ਼ਿਆਦਾ ਮਿਲੇਗਾ। ਹਾਂਜੀ, ਆਬਾਦੀ ਦੇ ਹਿਸਾਬ ਨਾਲ ਵੀ 15% ਹੈ ਤੇ ਖੇਤਰ ਦੇ ਹਿਸਾਬ ਨਾਲ ਵੀ 15% ਹੈ। ਠੀਕ ਹੈ ਜੀ, ਧਿਆਨ ਰੱਖ ਲੈਣਾ। ਇਹ ਜੰਗਲ ਤੇ ਵਾਤਾਵਰਨ, ਜਿਸ ਸਟੇਟ ਦੇ ਵਿੱਚ ਜੰਗਲ ਜ਼ਿਆਦਾ ਹੈ, ਵਾਤਾਵਰਨ ਸਾਫ਼ ਸੁਥਰਾ ਹੈ, ਉਹ 10% ਹਿੱਸਾ ਜਿਹੜਾ ਉਹ ਇਹਦੇ ਵਿੱਚੋਂ ਜਾਏਗਾ। ਠੀਕ ਹੈ ਜੀ, ਇਹ ਰੇਸ਼ੀਓ ਬਣੇਗੀ ਗਾਂ ਜਾ ਕੇ। ਤੇ ਵਿਦ ਟੈਕਸ ਅਤੇ ਵਿੱਤੀ ਯਤਨਾਂ ਦੇ ਲਈ 2.5% ਹੈ ਜੀ। ਠੀਕ ਹੈ ਜੀ, ਇਹ ਜਿਹੜੀਆਂ ਚੀਜ਼ਾਂ ਜਿਹੜੇ ਇਕਨੋਮਿਕਸ ਵਾਲੇ ਸਟੂਡੈਂਟ ਉਹਨਾਂ ਨੇ ਬਹੁਤ ਜ਼ਿਆਦਾ ਧਿਆਨ ਨਾਲ ਰੱਖਣੀਆਂ ਹੈ, ਧਿਆਨ ਰੱਖਣਾ ਹੈ ਇਹਨਾਂ ਸਾਰੀਆਂ ਚੀਜ਼ਾਂ ਦਾ। ਹਾਂਜੀ, 21 ਤੋਂ ਲੈ ਕੇ 26 ਤੱਕ ਅਤੇ 2021 ਮਿਆਦ। ਠੀਕ ਹੈ, ਟੋਟਲ 6 ਸਾਲ ਹੋ ਗਿਆ। ਕੇਂਦਰੀ ਟੈਕਸਾਂ ਦੇ ਵਿੱਚ ਰਾਜਾਂ ਦੀ ਹਿੱਸੇਦਾਰੀ ਦਾ 41% ਦੀ ਰਿਕਮੈਂਡੇਸ਼ਨ ਹੈ ਜਿਹੜੀ ਉਹ ਐਨ.ਕੇ. ਸਿੰਘ ਕਮਿਸ਼ਨ ਦੁਆਰਾ ਕੀਤੀ ਗਈ ਹੈ। ਤੇ ਜਿਹੜਾ 14ਵਾਂ ਕਮਿਸ਼ਨ ਸੀ ਵਾਈ.ਵੀ. ਰੈਡੀ ਦੇ ਅੰਤਰਗਤ, ਠੀਕ ਹੈ ਜੀ, ਉਹਦਾ ਟਾਈਮ ਪੀਰੀਅਡ 2015 ਤੋਂ 20 ਤੱਕ ਸੀਗਾ। ਤੇ ਜਿਹੜਾ ਨੰਦ ਕਿਸ਼ੋਰ ਜਿਹੜਾ 15ਵਾਂ ਸੀਗਾ, ਇਹਦੀ ਟਾਈਮ ਪੀਰੀਅਡ ਵੈਸੇ ਤਾਂ ਸੀ 2020 ਤੋਂ 25 ਤੱਕ, ਪਰ ਕੋਵਿਡ ਆਉਣ ਦੇ ਕਾਰਨ ਇਹਨੂੰ 1 ਸਾਲ ਦੀ ਐਕਸਟੈਂਸ਼ਨ ਦਿੱਤੀ ਗਈ। ਠੀਕ ਹੈ ਜੀ, ਧਿਆਨ 'ਚ ਰੱਖ ਲੈਣਾ। ਟੋਟਲ 6 ਸਾਲ ਦਾ ਕਾਰਜਕਾਲ ਬਣ ਗਿਆ ਇਹਦਾ। ਹਾਂ, ਜਿਹੜਾ 14ਵਾਂ ਵਿੱਤ ਕਮਿਸ਼ਨ ਸੀਗਾ ਉਹਨੇ 42% ਹਿੱਸੇ ਦੀ ਰਿਕਮੈਂਡੇਸ਼ਨ ਕੀਤੀ ਸੀਗੀ। ਜਿਹੜਾ ਕਿ 15ਵਾਂ ਉਹਨੇ 1% ਘਟਾਇਆ ਸੀ, ਜਿਹੜਾ 1% ਘਟਾਇਆ ਸੀਗਾ ਉਹਨੂੰ ਐਡਜਸਟ ਕੀਤਾ ਜਾਣਾ ਸੀਗਾ। ਜੰਮੂ ਕਸ਼ਮੀਰ ਤੇ ਲਦਾਖ ਦੇ ਜਿਹੜੇ ਨਵੇਂ ਬਣੇ ਡਿਊਟੀ ਹੈ ਉਹਨਾਂ ਨੂੰ ਡਿਵੈਲਪ ਕਰਨ ਵਾਸਤੇ 1% ਜਿਹੜਾ ਉਹ ਐਡਜਸਟ ਕੀਤਾ ਜਾਣਾ ਸੀਗਾ। ਇਹ ਧਿਆਨ ਰੱਖ ਲੈਣਾ ਜੀ, ਇੰਪੋਰਟੈਂਟ ਫੈਕਟ ਹੈ ਜੀ। ਹਾਂਜੀ, ਕ੍ਰਾਈਟੇਰੀਆ ਕੀ ਹੈ? ਹਾਂਜੀ, ਜਿਹੜਾ 1 ਸਾਲ ਤੇ 5 ਸਾਲ, ਟੋਟਲ 6 ਸਾਲ ਹੈ ਜੀ। 6 ਸਾਲਾਂ ਦਾ ਕ੍ਰਾਈਟੇਰੀਆ ਸੇਮ ਹੈ। ਉਹਦੇ ਵਿੱਚ ਕੀ ਕਿਹਾ ਗਿਆ ਵੀ ਜਿਹੜਾ ਇਨਕਮ ਡਿਸਟੈਂਸ, ਇਹਦਾ ਮਤਲਬ ਵੀ ਜਿੰਨੀ ਐਜ਼ ਅ ਟੈਕਸ ਦੇ ਰੂਪ ਵਿੱਚ ਇਨਕਮ ਕਿਸੇ ਸਟੇਟ ਤੋਂ ਕਲੈਕਟ ਹੋਈ ਉਹਦਾ 45% ਹਿੱਸਾ ਜਾਏਗਾ। ਏਰੀਆ ਦੇ ਹਿਸਾਬ ਨਾਲ 15%। ਤੇ ਪਾਪੂਲੇਸ਼ਨ 2011, ਇਹ ਧਿਆਨ ਰੱਖਣਾ ਹੈ, ਪਹਿਲਾਂ 1971 ਦੀ ਪਾਪੂਲੇਸ਼ਨ ਚੱਲਦੀ ਹੁੰਦੀ ਸੀ, ਹੁਣ 2011 ਦੀ ਪਾਪੂਲੇਸ਼ਨ ਦੇ ਤਹਿਤ 15%।
ਡੈਮੋਗ੍ਰਾਫਿਕ ਪਰਫਾਰਮੈਂਸ, ਜਨਸੰਖਿਆ ਦੀ ਕੀ ਪਰਫਾਰਮੈਂਸ ਹੈ ਉਹਦੇ ਆਧਾਰ ਤੇ 12.5%, ਫੋਰੈਸਟ ਤੇ ਇਕੋਲੋਜੀ ਦੇ ਹਿਸਾਬ ਨਾਲ 10%, ਟੈਕਸ ਐਂਡ ਫਿਸਕਲ ਐਫਰਟ ਦੇ ਹਿਸਾਬ ਨਾਲ 2.5% ਤੇ ਟੋਟਲ ਜਿਹੜਾ ਉਹ 100%। ਯਾਨੀ ਕਿ ਮੈਂ ਜਿਹੜੀ ਪਿੱਛੇ ਐਗਜ਼ਾਮਪਲ ਦਿੱਤੀ ਹੈ ਬਈ ਲੱਖ ਰੁਪਏ ਮੰਨ ਲਓ ਕਲੈਕਟ ਹੋਈ ਹੈ ਟੈਕਸ ਰੈਵਨਿਊ, ਤਾਂ ਉਹਦਾ 41,000 ਸਟੇਟਸ ਨੂੰ ਜਾਏਗਾ ਤੇ 41,000 ਦੀ ਇਸ ਤਰੀਕੇ ਨਾਲ ਡਿਸਟ੍ਰੀਬਿਊਟ ਕੀਤੀ ਜਾਣਗੇ, ਵੱਖ-ਵੱਖ ਸਟੇਟਾਂ ਨੂੰ ਜਾਣਗੇ। ਠੀਕ ਹੈ ਜੀ। ਹਾਂਜੀ, ਉਸ ਤੋਂ ਬਾਅਦ ਹੈ ਜੀ ਰਾਜ ਵਿੱਤ ਕਮਿਸ਼ਨ। ਜਿਹੜਾ ਸਟੇਟ ਫਾਈਨੈਂਸ ਕਮਿਸ਼ਨ ਦਾ ਗਠਨ ਹੈ ਜਿਹੜਾ ਆਰਟੀਕਲ 243 ਆਈ ਦੇ ਤਹਿਤ ਕੀਤਾ ਗਿਆ ਹੈ ਤੇ ਰਾਜ ਦੇ ਰਾਜਪਾਲ ਹੈ ਜਿਹੜਾ ਉਹ ਹਰ 5 ਸਾਲ ਦੇ ਲਈ ਰਾਜ ਦੇ ਵਿੱਤ ਕਮਿਸ਼ਨ ਦਾ ਗਠਨ ਕਰਦਾ ਹੈ। ਹਾਂਜੀ, ਹੁਣ ਸਿੱਟਾ ਕੀ ਨਿਕਲਦਾ, ਕੰਕਲੂਜਨ ਕੀ ਨਿਕਲਿਆ? ਜਿਹੜਾ ਫਾਈਨੈਂਸ ਕਮਿਸ਼ਨ ਹੈ, ਠੀਕ ਹੈ ਜੀ, ਉਹਦੀ ਭੂਮਿਕਾ ਨੂੰ ਬਹੁਤ ਜ਼ਿਆਦਾ ਹੁਣ ਬੀਤੇ ਸਮੇਂ ਵਿੱਚ ਸਟਰੋਂਗ ਕਰ ਦਿੱਤਾ ਗਿਆ ਹੈ। ਠੀਕ ਹੈ ਜੀ। ਕਿਵੇਂ ਕਰ ਦਿੱਤਾ ਗਿਆ ਹੈ? ਜਦੋਂ ਯੋਜਨਾ ਆਯੋਗ ਪਹਿਲਾਂ ਪਲਾਨਿੰਗ ਕਮਿਸ਼ਨ ਹੁੰਦਾ ਸੀ 2015 ਤੋਂ ਪਹਿਲਾਂ, ਤਾਂ ਬਹੁਤ ਸਾਰੇ ਜਿਹੜੇ ਕੰਮ ਹੈ ਜਿਹੜੇ ਫਾਈਨੈਂਸ ਕਮਿਸ਼ਨ ਦੇ ਉਹ ਪਲਾਨਿੰਗ ਕਮਿਸ਼ਨ ਦੁਆਰਾ ਕੀਤੇ ਜਾਂਦੇ ਸੀ। ਤਾਂ ਉਦੋਂ ਜਿਹੜਾ ਫਾਈਨੈਂਸ ਕਮਿਸ਼ਨ ਹੈ ਉਹ ਪਲਾਨਿੰਗ ਕਮਿਸ਼ਨ ਦੀ ਇੱਕ ਸਬੋਰਡੀਨੇਟ ਬੋਡੀ ਸੀ, ਸਹਾਇਕ ਬੋਡੀ ਸੀ। ਠੀਕ ਹੈ, ਕਲੀਅਰ ਹੋ ਗਿਆ। ਪਰ ਅੱਜ ਜਿਹੜਾ ਪਲਾਨਿੰਗ ਕਮਿਸ਼ਨ ਖਤਮ ਹੋ ਗਿਆ, ਨੀਤੀ ਆਯੋਗ ਆ ਗਿਆ। ਨੀਤੀ ਆਯੋਗ ਦੇ ਜਿਹੜੇ ਕੰਮ ਹੈ ਥੋੜੇ ਜਿਹੇ ਘਟਾ ਦਿੱਤੇ ਗਏ ਆ। ਠੀਕ ਹੈ, ਫਾਈਨੈਂਸ ਨਾਲ ਸੰਬੰਧਿਤ ਕੰਮ ਸਾਰੇ ਜਿਹੜੇ ਉਹ ਫਾਈਨੈਂਸ ਕਮਿਸ਼ਨ ਨੂੰ ਦਿੱਤੇ ਗਏ ਆ। ਯੋਜਨਾ ਕਮਿਸ਼ਨ ਨੇ ਦੇਸ਼ ਦੇ ਵਿਕਾਸ ਦੇ ਖਾਕੇ ਦੀ ਯੋਜਨਾ ਬਣਾਉਣ ਤੋਂ ਇਲਾਵਾ ਰਾਜਾਂ ਨੂੰ ਵਿੱਤੀ ਵੰਡ ਦੀ ਭੂਮਿਕਾ ਨਿਭਾਈ। ਆ ਧਿਆਨ ਦਿਓ, ਇੱਥੇ ਇਹਨਾਂ ਨੇ ਕਿਹਾ ਗਿਆ ਜਿਹੜਾ ਪਲਾਨਿੰਗ ਕਮਿਸ਼ਨ ਹੈ ਉਹਦਾ ਮੁੱਖ ਕੰਮ ਸੀਗਾ ਡਿਵੈਲਪਮੈਂਟ ਦੇ ਲਈ ਪਲਾਨਿੰਗ ਤਿਆਰ ਕਰਨਾ, ਪਰ ਉਹਦੇ ਨਾਲ ਉਹ ਵਿੱਤੀ ਵੰਡ ਦੀ ਵੀ ਭੂਮਿਕਾ ਨਿਭਾ ਜਾਂਦਾ ਸੀ। ਠੀਕ ਹੈ ਜੀ, ਮਤਲਬ ਕੀ ਹੈ, ਫਾਈਨੈਂਸ ਕਮਿਸ਼ਨ ਦਾ ਕੰਮ ਕਰ ਜਾਂਦਾ ਸੀ। ਵਿੱਤ ਕਮਿਸ਼ਨ ਦੀ ਭੂਮਿਕਾ ਨੂੰ ਮਹੱਤਵ ਦੇਣ ਦੇ ਲਈ, ਠੀਕ ਹੈ ਜੀ, ਫਾਈਨੈਂਸ ਕਮਿਸ਼ਨ ਹੈ ਉਹਦੀ ਇੰਪੋਰਟੈਂਸ ਹੈ ਉਹਨੂੰ ਵਧਾਉਣ ਦੇ ਲਈ ਕੀ ਕੀਤਾ ਗਿਆ, ਪਲਾਨਿੰਗ ਕਮਿਸ਼ਨ ਨੂੰ ਖਤਮ ਕਰ ਦਿੱਤਾ ਗਿਆ, ਉਹਦੀ ਜਗ੍ਹਾ ਤੇ ਨੀਤੀ ਆਯੋਗ ਜਿਹੜਾ ਉਹ ਲਿਆਂਦਾ ਗਿਆ। ਹਾਂਜੀ, ਜਿਹੜਾ ਯੋਜਨਾ ਕਮਿਸ਼ਨ ਨੂੰ ਖਤਮ ਕਰਨਾ ਤੇ ਰਾਜਾਂ ਨੂੰ ਟੈਕਸ ਦਾ 41% ਸੌਂਪਣ ਦੇ ਲਈ 15ਵੇਂ ਵਿੱਤ ਕਮਿਸ਼ਨ ਦੀਆਂ ਸਿਫਾਰਸ਼ਾਂ ਨੂੰ ਸਵੀਕਾਰ ਕਰ ਲੈਣਾ। ਠੀਕ ਹੈ, ਵੀ ਕੋਈ ਕਿੰਤੂ ਪਰੰਤੂ ਨਾ ਕਰਨਾ, ਕਿਉਂਕਿ ਇਹ ਰਿਕਮੈਂਡੇਸ਼ਨ ਬੋਡੀ ਹੈ, ਮੰਨਣਾ ਨਾ ਮੰਨਣਾ ਸੈਂਟਰ ਗਵਰਨਮੈਂਟ ਤੇ ਨਿਰਭਰ ਕਰਦਾ ਹੈ, ਪਰ ਬਿਨਾਂ ਕਿਸੇ ਕਿੰਤੂ ਪਰੰਤੂ ਦੇਸ਼ ਦੀਆਂ ਸਿਫਾਰਸ਼ਾਂ ਨੂੰ ਮੰਨ ਲੈਣਾ। ਠੀਕ ਹੈ, ਇਸ ਗੱਲ ਵੱਲ ਇਸ਼ਾਰਾ ਕਰਦਾ ਹੈ ਜਿਹੜਾ ਫਾਈਨੈਂਸ ਕਮਿਸ਼ਨ ਹੈ, ਠੀਕ ਹੈ ਜੀ, ਉਹਦੀ ਇੰਪੋਰਟੈਂਸ ਹੈ ਜਿਹੜੀ ਉਹਦੀ ਹੋਂਦ ਹੈ ਜਿਹੜੀ ਉਹਨੂੰ ਬਣਾਈ ਰੱਖਣ ਦੇ ਵੱਲ ਇੱਕ ਸਕਾਰਾਤਮਕ ਕਦਮ ਹੈ। ਠੀਕ ਹੈ ਜੀ, ਇਹ ਧਿਆਨ ਚ ਰੱਖਣਾ ਜੀ, ਸਾਰੇ ਫੈਕਟ ਇੰਪੋਰਟੈਂਟ ਹੈ। 15ਵੇਂ ਵਿੱਤ ਕਮਿਸ਼ਨ ਨੇ ਰਾਜਾਂ ਦੇ ਲਈ ਕਿੰਨੇ ਪ੍ਰਤੀਸ਼ਤ ਹਿੱਸੇ ਦੀ ਸਿਫਾਰਸ਼ ਕੀਤੀ ਸੀ? ਉਹ ਹੈ ਜੀ 41% ਹਿੱਸੇ ਦੀ ਸਿਫਾਰਸ਼ ਕੀਤੀ ਸੀ। ਰਾਜਾਂ ਵਿੱਚ ਵਿੱਤ ਕਮਿਸ਼ਨ ਦਾ ਗਠਨ ਕਿਸ ਆਰਟੀਕਲ ਦੇ ਤਹਿਤ ਕੀਤਾ ਗਿਆ? ਆਰਟੀਕਲ 243 ਆਈ ਦੇ ਤਹਿਤ ਕੀਤਾ ਗਿਆ। ਹਾਂਜੀ, ਅਗਲਾ ਟੌਪਿਕ ਹੈ ਜੀ ਆਪਣੇ ਕੋਲ ਕੈਗ 148 ਆਰਟੀਕਲ। ਜਿਹੜਾ ਕੈਗ ਹੈ ਇਹਦੇ ਨਾਲ ਸੰਬੰਧਿਤ ਇਤਿਹਾਸਿਕ ਪਿਛੋਕੜ ਦੀ ਗੱਲ ਕਰਦੇ ਹਾਂ। ਹਾਂਜੀ, ਜਿਹੜਾ ਕੈਗ ਹੈ ਸ਼ੁਰੂ ਦੇ ਵਿੱਚ 1858 ਦੇ ਵਿੱਚ ਇਹਦੀ ਸਥਾਪਨਾ ਕੀਤੀ ਗਈ ਸੀ। ਉਸ ਸਮੇਂ ਅਕਾਊਂਟੈਂਟ ਜਨਰਲ, ਠੀਕ ਹੈ, ਇਸ ਪੋਸਟ ਦਾ ਨਾਮ ਹੁੰਦਾ ਸੀ। ਕੈਗ ਦਾ ਜਿਹੜਾ ਨਾਮ ਹੈ ਅਕਾਊਂਟੈਂਟ ਜਨਰਲ ਹੁੰਦਾ ਸੀ। 1858 ਦੇ ਵਿੱਚ ਬ੍ਰਿਟਿਸ਼ ਸਰਕਾਰ ਦੁਆਰਾ ਇਸ ਦੀ ਸਥਾਪਨਾ ਕੀਤੀ ਗਈ ਸੀ ਤੇ 1858 ਉਹੀ ਈਅਰ ਹੈ ਜਿਹਦੇ ਵਿੱਚ ਕੰਪਨੀ ਦੇ ਸਾਰੇ ਕੰਮਾਂ ਨੂੰ ਬ੍ਰਿਟਿਸ਼ ਸਰਕਾਰ ਨੇ ਆਪਦੇ ਹੱਥ ਵਿੱਚ ਲੈ ਲਿਆ ਸੀ। 1859 ਤੋਂ ਬਾਅਦ ਇਸ ਅਹੁਦੇ ਨੂੰ ਆਡੀਟਰ ਜਨਰਲ ਦਾ ਨਾਮ ਦਿੱਤਾ ਗਿਆ। ਠੀਕ ਹੈ, ਪਹਿਲਾਂ ਅਕਾਊਂਟੈਂਟ ਜਨਰਲ ਸੀਗਾ, ਫਿਰ 1859 ਦੇ ਵਿੱਚ ਇਹਦੇ ਉਹਦੇ ਦਾ ਨਾਮ ਬਦਲ ਕੇ ਆਡੀਟਰ ਜਨਰਲ ਕਰ ਦਿੱਤਾ ਗਿਆ ਤੇ 1860 ਦੇ ਵਿੱਚ ਪਹਿਲੇ ਆਡੀਟਰ ਜਿਹੜੇ ਜਨਰਲ ਹੈ ਉਹ ਸਰ ਐਡਵਰਡ ਡਰਮੰਡ ਬਣੇ ਸੀਗੇ। ਠੀਕ ਹੈ, ਧਿਆਨ ਚ ਰੱਖ ਲੈਣਾ। ਤੇ 1866 ਦੇ ਵਿੱਚ ਫਿਰ ਇਸ ਅਹੁਦੇ ਦਾ ਨਾਮ ਬਦਲ ਕੇ ਇਹਦਾ ਨਾਮ ਕੈਗ ਕਰ ਦਿੱਤਾ ਗਿਆ। ਠੀਕ ਹੈ ਜੀ, ਕੰਟਰੋਲਰ ਐਂਡ ਆਡੀਟਰ ਜਨਰਲ ਕਰ ਦਿੱਤਾ ਗਿਆ। ਧਿਆਨ ਦਿਓ, ਇੱਕ ਵਾਰੀ ਫਿਰ ਦੇਖੋ, ਅਕਾਊਂਟੈਂਟ ਜਨਰਲ ਜਿਹੜਾ ਇਹ ਮੂਲ ਰੂਪ ਵਿੱਚ ਇਹਦਾ ਨਾਮ ਸੀਗਾ, ਇਹਦੀ ਸਥਾਪਨਾ 1858 ਦੇ ਵਿੱਚ ਬ੍ਰਿਟਿਸ਼ ਗਵਰਨਮੈਂਟ ਨੇ ਕੀਤੀ ਸੀ। ਫਿਰ 1859 ਦੇ ਵਿੱਚ ਇਸ ਅਹੁਦੇ ਨੂੰ ਆਡੀਟਰ ਜਨਰਲ ਕਿਹਾ ਜਾਣ ਲੱਗਿਆ। ਠੀਕ ਹੈ, ਅਕਾਊਂਟੈਂਟ ਦੀ ਜਗ੍ਹਾ ਤੇ ਆਡੀਟਰ ਸ਼ਬਦ ਯੂਜ਼ ਕਰ ਲਿਆ ਗਿਆ ਤੇ ਪਹਿਲੇ ਆਡੀਟਰ ਜਿਹੜੇ ਜਨਰਲ ਬਣੇ ਸੀ 1860 ਦੇ ਵਿੱਚ ਸਰ ਐਡਵਰਡ ਡਰਮੰਡ ਬਣੇ ਸੀਗੇ। ਬਾਅਦ ਵਿੱਚ ਆਡੀਟਰ ਜਨਰਲ ਦੇ ਨਾਲ ਇੱਕ ਸ਼ਬਦ ਹੋਰ ਲਗਾ ਦਿੱਤਾ ਗਿਆ, ਕੰਟਰੋਲਰ। ਠੀਕ ਹੈ, ਫਿਰ ਇਹ ਕੈਗ ਬਣ ਗਿਆ। ਇਹ ਧਿਆਨ ਰੱਖਣਾ ਜੀ। ਭਾਰਤ ਸਰਕਾਰ ਐਕਟ 1919 ਦੇ ਤਹਿਤ ਆਡੀਟਰ ਜਨਰਲ ਨੂੰ ਸਰਕਾਰੀ ਕੰਟਰੋਲ ਤੋਂ ਮੁਕਤ ਕਰ ਦਿੱਤਾ ਗਿਆ ਤੇ ਇਸ ਨੂੰ ਇੱਕ ਕਾਨੂੰਨੀ ਦਰਜਾ ਦਿੱਤਾ ਗਿਆ। ਠੀਕ ਹੈ ਜੀ, ਧਿਆਨ ਰੱਖਣਾ ਇਹ 1919 ਦੇ ਐਕਟ ਦੇ ਤਹਿਤ ਜਿਹੜਾ ਆਡੀਟਰ ਜਨਰਲ, ਠੀਕ ਹੈ, ਆਡੀਟਰ ਜਨਰਲ ਕਹਾਂਗੇ ਜਾਂ ਕੈਗ ਕਹਾਂਗੇ ਇਹਨੂੰ। ਠੀਕ ਹੈ, ਸ਼ੋਰਟ ਦੇ ਵਿੱਚ ਆਡੀਟਰ ਜਨਰਲ ਕਿਹਾ ਜਾਂਦਾ ਹੈ, ਫੁੱਲ ਦੇ ਵਿੱਚ ਕੈਗ ਕਿਹਾ ਜਾਂਦਾ ਹੈ, ਕੰਟਰੋਲਰ ਐਂਡ ਆਡੀਟਰ ਜਨਰਲ ਕਿਹਾ ਜਾਂਦਾ ਹੈ। ਠੀਕ ਹੈ, ਇਹਨੂੰ ਪੂਰੀ ਤਰ੍ਹਾਂ ਸਰਕਾਰੀ ਕੰਟਰੋਲਾਂ ਤੋਂ ਮੁਕਤ ਕਰ ਦਿੱਤਾ ਗਿਆ 1919 ਦੇ ਐਕਟ ਦੇ ਤਹਿਤ। ਤੇ 1935 ਦਾ ਜਿਹੜਾ ਭਾਰਤ ਸਰਕਾਰ ਦਾ ਐਕਟ ਸੀਗਾ ਉਹਦੇ ਵਿੱਚ ਕੀ ਹੈ, ਜਿਹੜਾ ਪ੍ਰਾਂਤ ਹੈ, ਸੂਬੇ ਹੈ, ਠੀਕ ਹੈ ਜੀ, 9 ਪ੍ਰੋਵਿੰਸਸ ਸੀ, ਸੌਰੀ 11 ਪ੍ਰੋਵਿੰਸਸ ਸੀ ਉਸ ਸਮੇਂ, ਉਹਦੇ ਵਿੱਚ ਵੀ ਆਡੀਟਰ ਜਨਰਲ ਦੇ ਉਹਦੇ ਦੀ ਜਿਹੜੀ ਹੈ ਉਹਨੂੰ ਵਿਵਸਥਾ ਕਰਕੇ ਉਹਨੂੰ ਹੋਰ ਪਾਵਰਾਂ ਦਿੱਤੀਆਂ ਗਈਆਂ। ਆਜ਼ਾਦੀ ਤੋਂ ਬਾਅਦ ਭਾਰਤ ਦੇ ਸੰਵਿਧਾਨ ਦੇ ਅਨੁਛੇਦ 148 ਐਕਟ ਦੇ ਤਹਿਤ ਭਾਰਤ ਦੇ ਰਾਸ਼ਟਰਪਤੀ ਵੱਲੋਂ ਕੈਗ ਦੀ ਨਿਯੁਕਤੀ ਕੀਤੀ ਗਈ। ਠੀਕ ਹੈ ਜੀ, ਇਹ ਇੰਪੋਰਟੈਂਟ ਹੈ। ਆਜ਼ਾਦੀ ਤੋਂ ਬਾਅਦ ਆਰਟੀਕਲ 148 ਦੇ ਤਹਿਤ ਤੇ ਸਾਲ 1958 ਦੇ ਵਿੱਚ ਜੰਮੂ ਕਸ਼ਮੀਰ ਨੂੰ ਕੈਗ ਦੇ ਅਧਿਕਾਰ ਖੇਤਰ ਦੇ ਵਿੱਚ ਸ਼ਾਮਲ ਕਰ ਲਿਆ ਗਿਆ। ਠੀਕ ਹੈ, ਜਿਹੜਾ ਜੰਮੂ ਕਸ਼ਮੀਰ ਸੀ ਉਹਦਾ ਆਪਣਾ ਅਲੱਗ ਸੰਵਿਧਾਨ ਸੀਗਾ ਤੇ ਉਹ ਕੈਗ ਦੇ ਅਧੀਨ ਨਹੀਂ ਆਉਂਦਾ ਸੀ ਤੇ 1958 ਦੇ ਵਿੱਚ ਉਹਨੂੰ ਵੀ ਕੈਗ ਦੇ ਦਾਇਰੇ ਦੇ ਵਿੱਚ ਸ਼ਾਮਲ ਕਰ ਲਿਆ ਗਿਆ। ਇਹ ਸਾਰੇ ਫੈਕਟ ਇੰਪੋਰਟੈਂਟ ਹੈ ਜੀ, ਧਿਆਨ ਚ ਰੱਖਣੇ। ਜੰਮੂ ਕਸ਼ਮੀਰ ਨੂੰ ਕਿਸ ਸਾਲ ਕੈਗ ਦੇ ਅਧਿਕਾਰ ਖੇਤਰ ਵਿੱਚ ਸ਼ਾਮਲ ਕੀਤਾ ਗਿਆ? 1958 ਦੇ ਵਿੱਚ। ਆਡੀਟਰ ਜਨਰਲ ਉਹਦੇ ਦਾ ਨਾਮ ਬਦਲ ਕੇ ਕੈਗ ਕਦੋਂ ਰੱਖਿਆ ਗਿਆ ਸੀ? 1866 ਦੇ ਵਿੱਚ ਰੱਖਿਆ ਗਿਆ ਸੀ। ਠੀਕ ਹੈ ਜੀ, ਧਿਆਨ ਚ ਰੱਖਣਾ। ਸਭ ਤੋਂ ਪਹਿਲਾਂ ਅਕਾਊਂਟੈਂਟ ਜਨਰਲ ਹੁੰਦਾ ਸੀ ਇਹਦਾ ਨਾਮ। ਠੀਕ ਹੈ ਜੀ, ਇਹ 1858 ਦੇ ਵਿੱਚ ਇਹਦਾ ਗਠਨ ਹੋਇਆ ਸੀਗਾ ਤੇ 1800 ਠੀਕ ਹੈ 60 ਦੇ ਵਿੱਚ 59 ਦੇ ਵਿੱਚ, ਠੀਕ ਹੈ, ਅਕਾਊਂਟੈਂਟ ਦੀ ਜਗ੍ਹਾ ਤੇ ਆਡੀਟਰ ਸ਼ਬਦ ਯੂਜ਼ ਕੀਤਾ ਜਾਣ ਲੱਗਿਆ, ਆਡੀਟਰ ਜਨਰਲ ਕਰ ਦਿੱਤਾ ਗਿਆ ਤੇ 1866 ਦੇ ਵਿੱਚ, ਠੀਕ ਹੈ ਜੀ, ਤੇ ਇਹਦਾ ਨਾਮ ਕੈਗ ਕਰ ਦਿੱਤਾ ਗਿਆ। ਇਹ ਧਿਆਨ ਚ ਰੱਖਣਾ ਜੀ। ਉਹ ਅਪਾਇੰਟਸ ਦੀ ਕੈਗ ਆਫ ਇੰਡੀਆ, ਭਾਰਤ ਦੇ ਕੈਗ ਦੀ ਨਿਯੁਕਤੀ ਕੌਣ ਕਰਦਾ ਹੈ? ਹਾਂਜੀ, ਰਾਸ਼ਟਰਪਤੀ ਦੁਆਰਾ ਦੀ ਨਿਯੁਕਤੀ ਕੀਤੀ ਜਾਂਦੀ ਹੈ। ਵਿਚ ਆਰਟੀਕਲ ਆਫ ਦੀ ਕਨਸਟੀਟਿਊਸ਼ਨ ਆਫ ਇੰਡੀਆ ਪ੍ਰੋਵਾਈਡਸ ਫਾਰ ਐਨ ਇੰਡੀਪੈਂਡੈਂਟ ਆਫਿਸ ਫਾਰ ਦੀ ਕੈਗ। ਕੈਗ ਦੇ ਲਈ ਇੱਕ ਇੰਡੀਪੈਂਡੈਂਸ ਆਫਿਸ ਹੈ, ਉਹ ਕਿਹੜਾ ਆਰਟੀਕਲ ਆ ਪ੍ਰੋਵਾਈਡ ਕਰਾਉਂਦਾ ਹੈ? ਆਰਟੀਕਲ 148 ਐਕਟ ਦੇ ਤਹਿਤ ਇਹਦਾ ਗਠਨ ਕੀਤਾ ਗਿਆ। ਭਾਰਤ ਦੇ ਸੰਵਿਧਾਨ ਦੇ ਆਰਟੀਕਲ 148 ਦੇ ਕੈਗ ਨੂੰ ਇੱਕ ਸੁਤੰਤਰ ਉਹਦੀ ਦੀ ਵਿਵਸਥਾ ਕੀਤੀ ਗਈ ਹੈ ਤੇ ਇਹਨੂੰ ਸੰਖੇਪ ਜਾਂ ਛੋਟ ਰੂਪ ਦੇ ਵਿੱਚ ਆਡੀਟਰ ਜਨਰਲ ਵੀ ਕਿਹਾ ਜਾਂਦਾ ਹੈ। ਠੀਕ ਹੈ ਜੀ, ਇਹ ਭਾਰਤੀ ਲੇਖਾ ਤੇ ਲੇਖਾ ਪ੍ਰੀਖਣ ਵਿਭਾਗ ਦਾ ਮੁਖੀ ਹੁੰਦਾ ਹੈ। ਭਾਰਤੀ ਲੋਕਾਂ ਦੇ ਪਰਸ ਦਾ ਰਖਵਾਲਾ ਹੈ। ਦੇਸ਼ ਦੀ ਸਮੁੱਚੀ ਵਿੱਤੀ ਪ੍ਰਣਾਲੀ ਨੂੰ ਇਹ ਕੰਟਰੋਲ ਕਰਦਾ ਹੈ। ਠੀਕ ਹੈ ਜੀ, ਕੈਗ ਦਾ ਰਾਜ ਅਤੇ ਕੇਂਦਰੀ ਦੋਹਾਂ ਪੱਧਰਾਂ ਤੇ ਧਿਆਨ ਦੇਣਾ ਹੈ। ਕੈਗ ਹੈ ਜਿਹੜਾ ਉਹ ਸੈਂਟਰ ਗਵਰਨਮੈਂਟ ਵਿੱਚ ਵੀ ਤੇ ਸਟੇਟ ਗਵਰਨਮੈਂਟ ਦੇ ਵਿੱਚ ਵੀ, ਦੋਵਾਂ ਦੇ ਵਿੱਚ ਵਿੱਤੀ ਪ੍ਰਣਾਲੀ ਦਾ ਕੰਟਰੋਲ ਹੁੰਦਾ ਹੈ। ਠੀਕ ਹੈ ਜੀ, ਇਸ ਦਾ ਫਰਜ਼ ਹੈ ਭਾਰਤ ਦੇ ਸੰਵਿਧਾਨ ਦੇ ਅਨੁਸਾਰ ਤੇ ਸੰਸਦ ਦੇ ਕਾਨੂੰਨਾਂ ਦੇ ਅਧੀਨ, ਠੀਕ ਹੈ, ਵਿੱਤੀ ਪ੍ਰਸ਼ਾਸਨ ਨੂੰ ਸੰਭਾਲਣਾ ਇਹਦਾ ਮੁੱਖ ਕੰਮ ਹੈ
ਤੇ ਡਾਕਟਰ ਬੀ ਆਰ ਅੰਬੇਦਕਰ ਨੇ ਕੈਗ ਨੂੰ ਭਾਰਤੀ ਸੰਵਿਧਾਨ ਦਾ ਸਭ ਤੋਂ ਮਹੱਤਵਪੂਰਨ ਅਧਿਕਾਰੀ ਕਿਹਾ ਸੀ, ਕੈਗ ਨੂੰ। ਠੀਕ ਹੈ, ਡਾਕਟਰ ਬੀ ਆਰ ਅੰਬੇਦਕਰ ਨੇ। ਠੀਕ ਹੈ, ਧਿਆਨ ਚ ਰੱਖ ਲੈਣਾ ਹੈ। ਤੇ ਫਾਈਨੈਂਸ ਕਮਿਸ਼ਨ ਦੀ ਸਥਾਪਨਾ ਦੇ ਗਠਨ ਦੇ ਵਿੱਚ ਵੀ ਡਾਕਟਰ ਬੀ ਆਰ ਅੰਬੇਦਕਰ ਨੇ ਮੁੱਖ ਭੂਮਿਕਾ ਨਿਭਾਈ ਸੀ। ਠੀਕ ਹੈ ਜੀ, ਇਹ ਸਾਰੇ ਦੇ ਸਾਰੇ ਫੈਕਟ ਇੰਪੋਰਟੈਂਟ ਹੈ, ਧਿਆਨ ਚ ਰੱਖਣੇ ਜੀ। ਵਿਚ ਹੂ ਸੈਡ ਦੈਟ ਕੈਗ ਸ਼ੈਲ ਬੀ ਦੀ ਮੋਸਟ ਇੰਪੋਰਟੈਂਟ ਆਫਿਸ ਅੰਡਰ ਦੀ ਕਨਸਟੀਟਿਊਸ਼ਨ ਆਫ ਇੰਡੀਆ। ਭਾਰਤ ਦੇ ਸੰਵਿਧਾਨ ਦੇ ਅਧੀਨ ਕੈਗ ਸਭ ਤੋਂ ਮਹੱਤਵਪੂਰਨ ਜਿਹੜਾ ਆਫਿਸਰ ਹੈ, ਇਹ ਕਿਸ ਨੇ ਕਿਹਾ ਸੀ? ਇਹ ਬੀ ਆਰ ਅੰਬੇਦਕਰ ਨੇ ਇਹ ਕਹੇ ਸੀ ਸ਼ਬਦ। ਹੂ ਇਜ਼ ਦੀ ਗਾਰਡੀਅਨ ਆਫ ਦੀ ਪਬਲਿਕ ਪਰਸ, ਲੋਕਾਂ ਦੇ ਪਰਸ ਦਾ ਰਖਵਾਲਾ ਕੌਣ ਹੈ? ਐਂਡ ਕੰਟਰੋਲ ਦੀ ਐਂਟਾਇਰ ਫਾਈਨੈਂਸ਼ੀਅਲ ਸਿਸਟਮ ਆਫ ਦੀ ਕੰਟਰੀ ਐਟ ਬੋਥ ਲੈਵਲ, ਸੈਂਟਰ ਐਂਡ ਸਟੇਟ। ਸੈਂਟਰ ਅਤੇ ਸਟੇਟ ਦੋਹਾਂ ਪੱਧਰਾਂ ਤੇ ਭਾਰਤ ਦੇ ਫਾਈਨੈਂਸ਼ੀਅਲ ਸਿਸਟਮ ਨੂੰ ਕੌਣ ਕੰਟਰੋਲ ਕਰਦਾ ਹੈ? ਹਾਂਜੀ, ਇਹਦਾ ਜਿਹੜਾ ਰਾਈਟ ਆਂਸਰ ਹੈ ਉਹ ਹੈ ਕੈਗ। ਠੀਕ ਹੈ, ਕੰਟਰੋਲਰ ਐਂਡ ਆਡੀਟਰ ਜਨਰਲ। ਠੀਕ ਹੈ, ਧਿਆਨ ਚ ਰੱਖਣਾ ਜੀ। ਹਾਂਜੀ, ਇਹਦੀ ਨਿਯੁਕਤੀ ਤੇ ਕਾਰਜਕਾਲ। ਠੀਕ ਹੈ, ਜਿਹੜਾ ਕੈਗ ਹੈ ਉਹਦੀ ਨਿਯੁਕਤੀ ਰਾਸ਼ਟਰਪਤੀ ਦੁਆਰਾ ਕੀਤੀ ਜਾਂਦੀ ਹੈ ਆਰਟੀਕਲ 148 ਦੇ ਤਹਿਤ। ਉਹਦਾ ਸੰਭਾਲਣ ਤੋਂ ਪਹਿਲਾਂ ਰਾਸ਼ਟਰਪਤੀ ਦੇ ਸਾਹਮਣੇ ਸਹੁੰ ਲੈਂਦਾ ਹੈ। ਸਹੁੰ ਲਿੱਤੀ ਜਾਂਦੀ ਹੈ ਭਾਰਤ ਸੰਵਿਧਾਨ ਦੇ ਪ੍ਰਤੀ ਸੱਚਾ ਵਿਸ਼ਵਾਸ ਤੇ ਵਫਾਦਾਰੀ ਦੀ, ਭਾਰਤ ਦੀ ਏਕਤਾ ਤੇ ਅਖੰਡਤਾ ਨੂੰ ਬਰਕਰਾਰ ਜਾਂ ਕਾਇਮ ਰੱਖਣ ਦੀ, ਆਪਣੇ ਫਰਜ਼ਾਂ ਨੂੰ ਪੂਰੀ ਲਗਨ ਨਾਲ, ਯੋਗਤਾ ਨਾਲ, ਗਿਆਨ ਤੇ ਵਿਵੇਕ ਨਾਲ, ਬਿਨਾਂ ਕਿਸੇ ਡਰ, ਭੈ ਤੇ ਪੱਖ ਤੋਂ ਨਿਭਾਉਣ ਦੀ ਸਹੁੰ ਚੁੱਕੀ ਜਾਂਦੀ ਹੈ। ਕਾਨੂੰਨ ਦੀ ਮਰਿਆਦਾ ਨੂੰ ਤੇ ਸੰਵਿਧਾਨ ਦੀ ਮਰਿਆਦਾ ਨੂੰ ਬਰਕਰਾਰ ਰੱਖਣ ਦੀ ਵੀ ਸਹੁੰ ਜਿਹੜੀ ਹੈ ਉਹ ਕੈਗ ਦੁਆਰਾ ਲਿੱਤੀ ਜਾਂਦੀ ਹੈ। ਠੀਕ ਹੈ ਜੀ, ਧਿਆਨ ਰੱਖਣਾ ਜੀ। ਇਹ ਕਾਰਜਕਾਲ ਹੈ ਜਿਹੜੀ ਇਹਦਾ ਜੀ ਉਹ 6 ਸਾਲ ਜਾਂ 65 ਸਾਲ ਦੀ ਉਮਰ ਜੋ ਵੀ ਪਹਿਲਾਂ ਸਮਾਪਤ ਹੋ ਜਾਵੇ ਉਹ ਹੈ ਜੀ। ਇਸ ਤੋਂ ਪਹਿਲਾਂ ਵੀ ਉਹ ਆਪਣਾ ਅਸਤੀਫਾ ਦੇ ਸਕਦਾ ਹੈ ਰਾਸ਼ਟਰਪਤੀ ਦੇ ਨੂੰ ਸੰਬੋਧਿਤ ਕਰਕੇ। ਠੀਕ ਹੈ ਜੀ, ਅਪਾਇੰਟਿੰਗ ਅਥਾਰਟੀ ਰਾਸ਼ਟਰਪਤੀ ਹੈ ਤੇ ਰੈਜ਼ਿਗਨੇਸ਼ਨ ਵੀ ਉਹ ਰਾਸ਼ਟਰਪਤੀ ਨੂੰ ਹੀ ਭੇਜਦਾ ਹੈ। ਤੇ ਕਾਰਜਕਾਲ 6 ਸਾਲ ਜਾਂ 65 ਸਾਲ ਜਿਹੜਾ ਪਹਿਲਾਂ ਪੂਰਾ ਹੋ ਜੇ। ਰਾਸ਼ਟਰਪਤੀ ਕੈਗ ਨੂੰ ਉਸੇ ਤਰ੍ਹਾਂ ਹਟਾ ਸਕਦਾ ਹੈ ਜਿਵੇਂ ਸੁਪਰੀਮ ਕੋਰਟ ਦੇ ਜੱਜਾਂ ਨੂੰ ਹਟਾਇਆ ਜਾਂਦਾ ਹੈ। ਠੀਕ ਹੈ ਜੀ, ਦੂਜੇ ਸ਼ਬਦਾਂ ਵਿੱਚ ਕਹਾਂਗੇ ਸੰਸਦ ਦੇ ਦੋਹਾਂ ਸਦਨਾਂ ਦੁਆਰਾ ਵਿਸ਼ੇਸ਼ ਬਹੁਮਤ ਦੇ ਨਾਲ ਦੁਰਵਿਵਹਾਰ ਜਾਂ ਅਯੋਗਤਾ ਦਾ ਮਤਾ ਪਾਸ ਕਰਕੇ ਹੀ ਕੈਗ ਨੂੰ ਹਟਾਇਆ ਜਾ ਸਕਦਾ ਹੈ। ਠੀਕ ਹੈ ਜੀ, ਧਿਆਨ ਚ ਰੱਖਣਾ ਹੈ, ਵੈਰੀ ਵੈਰੀ ਇੰਪੋਰਟੈਂਟ ਫੈਕਟ ਹੈ ਜੀ। ਹਾਂਜੀ, ਕੈਗ ਆਫ ਇੰਡੀਆ ਕੈਨ ਬੀ ਰਿਮੂਵਡ ਫਰੋਮ ਆਫਿਸ ਓਨਲੀ ਬਾਈ ਦੀ। ਹਾਂਜੀ, ਕਿਸ ਦੁਆਰਾ ਹਟਾਇਆ ਜਾ ਸਕਦਾ ਹੈ ਕੈਗ? ਹਾਂਜੀ, ਇਹ ਸੰਸਦ ਦੇ ਵਿੱਚ ਪਹਿਲਾਂ ਮਤਾ ਜਾਏਗਾ, ਮਤਾ 2/3 ਬਹੁਮਤ ਨਾਲ ਪਾਸ ਹੋਏਗਾ, ਉਸ ਮਤੇ ਦੇ ਉੱਪਰ ਰਾਸ਼ਟਰਪਤੀ ਸਾਈਨ ਕਰੇਗਾ ਤੇ ਫਿਰ ਰਾਸ਼ਟਰਪਤੀ ਹੈ ਜਿਹੜਾ ਉਹਨੂੰ ਹਟਾਉਣ ਦੇ ਲਈ ਪਾਰਲੀਮੈਂਟ ਦੇ ਦੋਹਾਂ ਹਾਊਸਾਂ ਦੇ ਵਿੱਚ ਐਡਰੈਸ ਕਰੇਗਾ, ਸੰਬੋਧਨ ਕਰੇਗਾ। ਇਹਦਾ ਰਾਈਟ ਆਂਸਰ ਬਣੇਗਾ ਜੀ ਏ, ਪਾਰਲੀਮੈਂਟ ਆਫ ਇੰਡੀਆ, ਪ੍ਰੈਜ਼ੀਡੈਂਟ ਆਫ ਇੰਡੀਆ ਆਫਟਰ ਐਨ ਐਡਰੈਸ ਇਨ ਬੋਥ ਹਾਊਸ ਆਫ ਪਾਰਲੀਮੈਂਟ। ਠੀਕ ਹੈ ਜੀ, ਪਾਰਲੀਮੈਂਟ ਦੇ ਦੋਹਾਂ ਹਾਊਸਾਂ ਨੂੰ ਸੰਬੋਧਿਤ ਕਰਨ ਤੋਂ ਬਾਅਦ ਜਿਹੜਾ ਪ੍ਰੈਜ਼ੀਡੈਂਟ ਹੈ ਉਹਨੂੰ ਇਸ ਅਹੁਦੇ ਤੋਂ ਰਿਮੂਵ ਕਰ ਦੇਵੇਗਾ, ਹਟਾ ਦੇਵੇਗਾ। ਹਾਂਜੀ, ਕੈਗ ਆਫ ਇੰਡੀਆ ਕੈਨ ਬੀ ਰਿਮੂਵਡ ਫਰੋਮ ਹਿਜ਼ ਆਫਿਸ ਇਨ ਲਾਈਕ ਮੈਨਰ ਐਜ਼। ਦੱਸਣਾ ਹੈ ਕੈਗ ਨੂੰ ਉਹਦੇ ਤੋਂ ਹਟਾਇਆ ਜਾ ਸਕਦਾ ਹੈ ਕਿਸ ਤਰੀਕੇ ਦੇ ਨਾਲ? ਉਹੀ ਤਰੀਕਾ ਬਣਾਇਆ ਜਾਏਗਾ ਜਿਹੜਾ ਸੁਪਰੀਮ ਕੋਰਟ ਦੇ ਜੱਜਾਂ ਨੂੰ ਹਟਾਉਣ ਲਈ ਵਰਤਿਆ ਗਿਆ ਹੈ। ਠੀਕ ਹੈ ਜੀ, 2/3 ਵਿਸ਼ੇਸ਼ ਬਹੁਮਤ ਦੇ ਨਾਲ। ਵਾਟ ਇਜ਼ ਦੀ ਟੈਨਿਓਰ ਆਫ ਦੀ ਆਫਿਸ ਆਫ ਦੀ ਕੈਗ? ਕੈਗ ਦਾ ਦੱਸਣਾ ਹੈ ਕਾਰਜਕਾਲ ਕਿੰਨਾ ਹੈ। ਕੈਗ ਦਾ ਕਾਰਜਕਾਲ 6 ਸਾਲ ਜਾਂ 65 ਸਾਲ, ਜਿਹੜਾ ਸਭ ਤੋਂ ਘੱਟ ਹੈ ਦੋਵਾਂ ਦੇ ਵਿੱਚੋਂ ਜਿਹੜਾ ਜਲਦੀ ਪੂਰਾ ਹੋ ਜੇ ਉਹ ਹੈ ਜੀ। ਠੀਕ ਹੈ ਜੀ, ਕੈਗ ਦੇ ਉਹਦੇ ਨੂੰ ਨਿਰਪੱਖ ਜਾਂ ਆਜ਼ਾਦ ਰੱਖਣ ਦੇ ਲਈ ਕਿਹੜੇ ਕਦਮ ਚੁੱਕੇ ਗਏ ਆ? ਠੀਕ ਹੈ, ਇਹ ਬਹੁਤ ਇੰਪੋਰਟੈਂਟ ਫੈਕਟ ਧਿਆਨ ਚ ਰੱਖਣੇ ਹੈ। ਭਾਰਤੀ ਸੰਵਿਧਾਨ ਦੇ ਵਿੱਚ ਕੈਗ ਨੂੰ ਸੁਤੰਤਰਤਾ ਤੇ ਉਹਦੀ ਸੁਰੱਖਿਆ ਯਕੀਨੀ ਬਣਾਉਣ ਦੇ ਲਈ ਬਹੁਤ ਸਾਰੇ ਉਪਬੰਧ ਕੀਤੇ ਗਏ ਆ। ਸਭ ਤੋਂ ਪਹਿਲਾਂ ਕੈਗ ਦਾ ਕਾਰਜਕਾਲ ਸੁਰੱਖਿਅਤ ਕੀਤਾ ਗਿਆ। ਇਹ ਕੈਗ ਨੂੰ ਰਾਸ਼ਟਰਪਤੀ ਆਪਣੀ ਮਰਜ਼ੀ ਨਾਲ ਨਹੀਂ ਹਟਾ ਸਕਦਾ। ਸੰਸਦ ਦੇ ਵਿੱਚ 2/3 ਮਤੇ ਦੇ ਨਾਲ ਪ੍ਰਕਿਰਿਆ ਜਿਹੜੀ ਕਿ ਬਹੁਤ ਹਾਰਡ ਪ੍ਰੋਸੈਸ ਹੈ ਉਹਦੇ ਤਹਿਤ ਹੀ ਹਟਾਇਆ ਜਾ ਸਕਦਾ ਹੈ। ਠੀਕ ਹੈ ਜੀ, ਯਾਨੀ ਕਿ ਇਹਨੂੰ ਕੈਗ ਨੂੰ ਹਟਾਉਣ ਦੀ ਪ੍ਰਕਿਰਿਆ ਬਹੁਤ ਔਖੀ ਹੈ, ਇਹਦੇ ਨਾਲ ਵੀ ਇਹਨੂੰ ਸੁਰੱਖਿਆ ਪ੍ਰਦਾਨ ਕੀਤੀ ਗਈ ਹੈ। ਕੈਗ ਇੱਕ ਵਾਰ ਜਦੋਂ ਸੇਵਾ ਮੁਕਤ ਹੋ ਜਾਂਦਾ ਹੈ ਜਾਂ ਆਪਣੇ ਉਹਦੇ ਤੋਂ ਅਸਤੀਫਾ ਦੇ ਦਿੰਦਾ ਹੈ, ਉਸ ਤੋਂ ਬਾਅਦ ਉਹ ਭਾਰਤ ਸਰਕਾਰ ਜਾਂ ਕਿਸੇ ਰਾਜ ਸਰਕਾਰ ਦੇ ਅਧੀਨ ਕੋਈ ਵੀ ਉਹਦਾ ਸੰਭਾਲ ਨਹੀਂ ਸਕਦਾ। ਠੀਕ ਹੈ ਜੀ, ਧਿਆਨ ਰੱਖਣਾ ਹੈ, ਭਾਰਤ ਸਰਕਾਰ ਦੇ ਅਧੀਨ ਵੀ ਨਹੀਂ ਕੰਮ ਕਰ ਸਕਦਾ, ਨਾ ਹੀ ਉਹ ਰਾਜ ਸਰਕਾਰ ਦੇ ਅਧੀਨ ਕੰਮ ਕਰ ਸਕਦਾ। ਉਸ ਦੀਆਂ ਤਨਖਾਹਾਂ ਤੇ ਹੋਰ ਸੇਵਾ ਜਿਹੜੀਆਂ ਸ਼ਰਤਾਂ ਉਹ ਸੰਸਦ ਦੁਆਰਾ ਨਿਰਧਾਰਿਤ ਕੀਤੀਆਂ ਜਾਂਦੀਆਂ ਤੇ ਤਨਖਾਹ ਸੁਪਰੀਮ ਕੋਰਟ ਦੇ ਜੱਜਾਂ ਦੇ ਬਰਾਬਰ ਹੀ ਇਹਨੂੰ ਦਿੱਤੀ ਜਾਂਦੀ ਹੈ। ਠੀਕ ਹੈ ਜੀ, ਧਿਆਨ ਰੱਖਣਾ ਹੈ, ਸਾਰੇ ਫੈਕਟ ਇੰਪੋਰਟੈਂਟ ਹੈ। ਜਦੋਂ ਕੈਗ ਦੀ ਨਿਯੁਕਤੀ ਹੋ ਜਾਂਦੀ ਹੈ ਤਾਂ ਉਹਦੀ ਨਿਯੁਕਤੀ ਤੋਂ ਬਾਅਦ ਉਹਦੀਆਂ ਸੇਵਾਵਾਂ ਦੇ ਵਿੱਚ ਸ਼ਰਤਾਂ ਦੇ ਵਿੱਚ ਕੋਈ ਬਦਲਾਅ ਨਹੀਂ ਕੀਤਾ ਜਾ ਸਕਦਾ, ਕੋਈ ਘਟਾਈਆਂ ਨਹੀਂ ਜਾ ਸਕਦੀਆਂ, ਨਾ ਤਨਖਾਹ ਘਟਾਈ ਜਾ ਸਕਦੀ। ਠੀਕ ਹੈ, ਨਾ ਹੀ ਉਹਦਾ ਕਾਰਜਕਾਲ ਹੈ 6 ਸਾਲ ਤੋਂ 5 ਸਾਲ ਕੀਤਾ ਜਾ ਸਕਦਾ ਹੈ, ਉਮਰ 65 ਤੋਂ ਵੱਧ ਵੀ ਨਹੀਂ ਕੀਤੀ ਜਾ ਸਕਦੀ। ਕੈਗ ਦੇ ਦਫ਼ਤਰ ਦੇ ਪ੍ਰਸ਼ਾਸਨਿਕ ਜਿੰਨੇ ਵੀ ਖਰਚੇ ਹੈ, ਉਹਦੀਆਂ ਤਨਖਾਹਾਂ, ਭੱਤੇ, ਪੈਨਸ਼ਨਾਂ ਸਾਰੇ ਕੰਸੋਲੀਡੇਟਡ ਫੰਡ ਆਫ ਇੰਡੀਆ ਦੇ ਵਿੱਚ ਉਹਦਾ ਭੁਗਤਾਨ ਕੀਤਾ ਜਾਏਗਾ ਤੇ ਭੁਗਤਾਨ ਕਰਨ ਸਮੇਂ ਸੰਸਦ ਦੇ ਵਿੱਚ ਉਹਦੇ ਉੱਪਰ ਕੋਈ ਵੀ ਵੋਟਿੰਗ ਨਹੀਂ ਹੋਵੇਗੀ। ਠੀਕ ਹੈ ਜੀ, ਧਿਆਨ ਰੱਖਣਾ ਹੈ। ਤੇ ਕੋਈ ਵੀ ਮੰਤਰੀ ਸੰਸਦ ਦੇ ਵਿੱਚ ਕੈਗ ਦੀ ਨੁਮਾਇੰਦਗੀ ਨਹੀਂ ਕਰੇਗਾ। ਠੀਕ ਹੈ, ਕੋਈ ਵੀ ਮੰਤਰੀ ਸੰਸਦ ਦੇ ਵਿੱਚ ਸਪੀਚ ਦਿੰਦੇ ਸਮੇਂ ਕੈਗ ਦੇ ਬਿਹਾਫ ਤੇ ਕੋਈ ਵੀ ਸਪੀਚ ਜਾਂ ਭਾਸ਼ਣ ਨਹੀਂ ਦੇਵੇਗਾ, ਇਹ ਧਿਆਨ ਰੱਖਣਾ ਜੀ। ਹਾਂਜੀ, ਕੈਗ ਦੇ ਦਫ਼ਤਰ ਦੇ ਜਿੰਨੇ ਵੀ ਖਰਚੇ ਹੈ, ਤਨਖਾਹਾਂ, ਪੈਨਸ਼ਨਾਂ ਆਦਿ ਕਿਸ ਵਿੱਚੋਂ ਭੁਗਤਾਨ ਕੀਤੇ ਜਾਂਦੇ ਆ? ਇਹ ਕੰਸੋਲੀਡੇਟਡ ਫੰਡ ਆਫ ਇੰਡੀਆ, ਭਾਰਤ ਦੇ ਸੰਚਿਤ ਨਿਧੀ ਫੰਡ ਦੇ ਵਿੱਚੋਂ ਹੀ ਦਿੱਤੇ ਜਾਂਦੇ ਜੀ। ਕੈਗ ਦੀ ਤਨਖਾਹ ਕੌਣ ਨਿਰਧਾਰਤ ਕਰਦਾ ਹੈ? ਕੈਗ ਦੀ ਤਨਖਾਹ ਜਿਹੜੀ ਉਹ ਪਾਰਲੀਮੈਂਟ ਦੁਆਰਾ ਤੈਅ ਕੀਤੀ ਜਾਂਦੀ ਹੈ। ਸਾਰੀਆਂ ਸੇਵਾਵਾਂ, ਸ਼ਰਤਾਂ, ਕਾਰਜਕਾਲ, ਸਾਰੀਆਂ ਪਾਵਰਾਂ ਪਾਰਲੀਮੈਂਟ ਕੋਲ ਹੈ। ਕੈਗ ਦੇ ਸੰਬੰਧ ਵਿੱਚ ਕਿਹੜਾ ਕਥਨ ਠੀਕ ਨਹੀਂ? ਹਾਂਜੀ, ਇਸ ਨੂੰ ਰਾਸ਼ਟਰਪਤੀ ਦੁਆਰਾ ਹਟਾਇਆ ਜਾ ਸਕਦਾ ਹੈ ਜੋ ਸੁਪਰੀਮ ਕੋਰਟ ਦੇ ਜੱਜਾਂ ਨੂੰ ਹਟਾਉਣ ਦੇ ਤਰੀਕੇ ਦੇ ਸਮਾਨ ਹੈ। ਬਿਲਕੁਲ ਰਾਈਟ ਹੈ ਜੀ। ਇੱਕ ਵਾਰ ਕੈਗ ਦੇ ਅਹੁਦੇ ਤੋਂ ਸੇਵਾ ਮੁਕਤ ਜਾਂ ਅਸਤੀਫਾ ਦੇਣ ਤੋਂ ਬਾਅਦ ਉਹ ਭਾਰਤ ਸਰਕਾਰ ਜਾਂ ਕਿਸੇ ਰਾਜ ਸਰਕਾਰ ਦੇ ਅਧੀਨ ਕੋਈ ਅਹੁਦਾ ਨਹੀਂ ਸੰਭਾਲ ਸਕਦਾ, ਇਹ ਵੀ ਬਿਲਕੁਲ ਠੀਕ ਹੈ ਜੀ। ਉਸ ਦੀਆਂ ਤਨਖਾਹਾਂ, ਹੋਰ ਸੇਵਾ ਸ਼ਰਤਾਂ ਸੰਸਦ ਦੁਆਰਾ ਨਿਰਧਾਰਿਤ ਕੀਤੀਆਂ ਜਾਂਦੀਆਂ ਹਨ ਤੇ ਤਨਖਾਹ ਸੁਪਰੀਮ ਕੋਰਟ ਦੇ ਜੱਜਾਂ ਦੇ ਬਰਾਬਰ ਹੁੰਦੀ ਹੈ, ਇਹ ਵੀ ਠੀਕ ਹੈ ਜੀ। ਤੇ ਪੁੱਛਿਆ ਸੀ ਉਹਨਾਂ ਨੇ ਇਹਨਾਂ ਵਿੱਚੋਂ ਕੋਈ ਕਿਹੜਾ ਠੀਕ ਨਹੀਂ ਹੈ? ਸਾਰੇ ਦੇ ਸਾਰੇ ਠੀਕ ਹੈ ਤੇ ਇਹਦਾ ਰਾਈਟ ਆਂਸਰ ਬਣੇਗਾ ਉਪਰੋਕਤ ਵਿੱਚੋਂ ਕੋਈ ਠੀਕ ਨਹੀਂ, ਇਹ ਗਲਤ ਬਣੇਗਾ ਜੀ। ਠੀਕ ਹੈ ਜੀ, ਜਦਕਿ ਉਪਰੋਕਤ ਤਿੰਨੇ ਠੀਕ ਹੈ, ਇਹਦੇ ਵਿੱਚ ਲਿਖਿਆ ਗਿਆ ਉਪਰੋਕਤ ਵਿੱਚੋਂ ਕੋਈ ਠੀਕ ਨਹੀਂ, ਇਹਦਾ ਮਤਲਬ ਗਲਤ ਹੋ ਗਿਆ ਤੇ ਗਲਤ ਆਪਾਂ ਚੂਜ਼ ਕਰਨਾ ਸੀ। ਸੰਵਿਧਾਨਿਕ ਵਿਵਸਥਾ। ਹਾਂਜੀ, ਆਰਟੀਕਲ 148 ਦੇ ਵਿੱਚ ਕੈਗ ਦੀ ਨਿਯੁਕਤੀ, ਸਹੁੰ ਤੇ ਸੇਵਾ ਸ਼ਰਤਾਂ ਦਾ ਵਰਣਨ ਕੀਤਾ ਗਿਆ ਹੈ। ਆਰਟੀਕਲ 149 ਦੇ ਵਿੱਚ ਕੈਗ ਦੀਆਂ ਜਿਹੜੇ ਕੰਮ, ਸ਼ਕਤੀਆਂ, ਪਾਵਰ ਹੈ, ਜਿਹੜੇ ਫੰਕਸ਼ਨ ਹੈ, ਉਹਦਾ ਵਰਣਨ ਕੀਤਾ ਗਿਆ ਹੈ। ਆਰਟੀਕਲ 150 ਦੇ ਵਿੱਚ ਹਾਂਜੀ ਇਹ ਦੱਸਿਆ ਗਿਆ ਹੈ ਵੀ ਜਿਹੜਾ ਕੇਂਦਰ ਦੇ ਰਾਜ ਹੈ, ਠੀਕ ਹੈ ਜੀ, ਉਹ ਅਕਾਊਂਟਸ ਦੇ ਸਟੇਟਮੈਂਟ ਕਾਇਮ ਰੱਖਣਗੇ ਕੈਗ ਦੀ ਸਲਾਹ ਤੇ, ਜਿਵੇਂ ਕੈਗ ਕਹੇਗਾ ਉਸੇ ਤਰ੍ਹਾਂ ਦੇ ਅਕਾਊਂਟ ਦੇ ਸਟੇਟਮੈਂਟ ਰੱਖੇ ਜਾਣਗੇ ਕੇਂਦਰ ਤੇ ਰਾਜ ਸਰਕਾਰਾਂ ਦੁਆਰਾ। ਆਰਟੀਕਲ 151 ਠੀਕ ਹੈ ਜੀ 151 ਦੇ ਤਹਿਤ ਕੇਂਦਰ ਦੇ ਖਾਤਿਆਂ ਨਾਲ ਸੰਬੰਧਿਤ ਕੈਗ ਦੀ ਰਿਪੋਰਟ ਰਾਸ਼ਟਰਪਤੀ ਨੂੰ ਸੌਂਪੀ ਜਾਏਗੀ। ਧਿਆਨ ਰੱਖਣਾ ਹੈ, ਕੈਗ ਆਪਣੀ ਰਿਪੋਰਟ ਹੈ ਜਿਹੜੀ ਉਹ ਰਾਸ਼ਟਰਪਤੀ ਨੂੰ ਸਬਮਿਟ ਕਰਦਾ ਹੈ, ਨਾ ਕਿ ਪਾਰਲੀਮੈਂਟ ਨੂੰ। ਠੀਕ ਹੈ ਜੀ, ਤੇ ਇਸੇ ਤਰ੍ਹਾਂ ਹੀ ਫਾਈਨੈਂਸ ਕਮਿਸ਼ਨ ਹੈ, ਉਹ ਵੀ ਆਪਣੀ ਰਿਪੋਰਟ ਹੈ ਜਿਹੜੀ ਉਹ ਪਾਰਲੀਮੈਂਟ ਨੂੰ ਡਾਇਰੈਕਟ ਸਬਮਿਟ ਨਹੀਂ ਕਰਦਾ, ਉਹ ਪ੍ਰੈਜ਼ੀਡੈਂਟ ਨੂੰ ਸਬਮਿਟ ਕਰਦਾ ਹੈ ਫਾਈਨੈਂਸ ਕਮਿਸ਼ਨ। ਕਿਸੇ ਰਾਜ ਦੇ ਖਾਤਿਆਂ ਦੇ ਸੰਬੰਧ ਦੇ ਵਿੱਚ ਭਾਰਤ ਦੇ
ਕੈਗ ਦੇ ਜਿਹੜੀ ਰਿਪੋਰਟ ਹੈ ਉਹ ਰਾਜ ਦੇ ਰਾਜਪਾਲ ਨੂੰ ਸੌਂਪੀ ਜਾਏਗੀ। ਧਿਆਨ ਰੱਖਣਾ ਹੈ ਰਾਜ ਦੇ ਖਾਤਿਆਂ ਦੇ ਸੰਬੰਧ ਵਿੱਚ, ਠੀਕ ਹੈ ਜੀ। ਜਿਹੜਾ ਸੈਂਟਰ ਗਵਰਨਮੈਂਟ ਦੀ ਆ ਗਈ, ਕੇਂਦਰ ਦੇ ਸੰਬੰਧ ਵਿੱਚ ਜਿੰਨੇ ਵੀ ਖਾਤੇ ਉਹਦੀ ਰਿਪੋਰਟ ਆ ਕੈਗ ਆ ਉਹ ਪ੍ਰੈਜ਼ੀਡੈਂਟ ਨੂੰ ਸਬਮਿਟ ਕਰੇਗਾ, ਤੇ ਰਾਜ ਸਰਕਾਰ ਨਾਲ ਸੰਬੰਧਿਤ ਜਿਹੜੀ ਵੀ ਹੈਗੀ ਹੈ ਰਿਪੋਰਟ ਉਹ ਰਾਜ ਦੇ ਰਾਜਪਾਲ ਨੂੰ ਸੌਂਪੀ ਜਾਏਗੀ, ਤੇ ਜਿਹੜਾ ਰਾਜਪਾਲ ਆ ਉਹਨੂੰ ਰਾਜ ਵਿਧਾਨ ਸਭਾ ਦੇ ਸਾਹਮਣੇ ਇਸ ਰਿਪੋਰਟ ਨੂੰ ਪੇਸ਼ ਕਰੇਗਾ ਜਾਂ ਰੱਖੇਗਾ, ਤੇ ਉਹਦਾ ਰਾਸ਼ਟਰਪਤੀ ਜਾਂ ਸੰਸਦ ਦੇ ਦੋਹਾਂ ਸਦਨਾਂ ਦੀ ਪਟਲ ਤੇ ਇਸ ਰਿਪੋਰਟ ਨੂੰ ਰੱਖੇਗਾ, ਠੀਕ ਹੈ ਜੀ। ਇਹ ਸਾਰੇ ਫੈਕਟ ਇੰਪੋਰਟੈਂਟ ਆ, ਧਿਆਨ 'ਚ ਰੱਖਣੇ। ਆਰਟੀਕਲ 279, ਠੀਕ ਹੈ ਜੀ। ਨੈਟ ਇਨਕਮ ਦੀ ਗਣਨਾ ਕੈਗ ਦੁਆਰਾ ਪ੍ਰਮਾਣਿਤ ਕੀਤੀ ਜਾਂਦੀ ਹੈ। ਮਤਲਬ ਇਹ ਹੈ ਵੀ ਇੱਕ ਫਾਈਨੈਂਸ਼ੀਅਲ ਈਅਰ ਦੇ ਦੌਰਾਨ ਟੈਕਸ ਦੇ ਰੂਪ ਵਿੱਚ ਕਿੰਨੀ ਆਮਦਨ ਕਲੈਕਟ ਹੋਈ ਹੈ, ਠੀਕ ਹੈ ਜੀ, ਤੇ ਉਹਦਾ ਸਰਟੀਫਿਕੇਟ ਦੇਣਾ, ਠੀਕ ਹੈ ਜੀ, ਉਹ ਕੰਮ ਹੈਗਾ ਕੈਗ ਦਾ। ਉਹਦਾ ਸਰਟੀਫਿਕੇਟ ਅੰਤਮ ਮੰਨਿਆ ਜਾਂਦਾ ਹੈ। ਧਿਆਨ ਦੇਣਾ ਹੈ ਵੀ ਕਿੰਨੀ ਟੈਕਸ ਰੈਵਨਿਊ ਕਲੈਕਟ ਹੋਈ ਹੈ, ਉਹਦਾ ਸਰਟੀਫਿਕੇਟ ਜਿਹੜਾ ਦਿੰਦਾ ਹੈ ਉਹ ਕੈਗ ਦਿੰਦਾ ਹੈ, ਤੇ ਉਸ ਟੈਕਸ ਰੈਵਨਿਊ ਦੀ ਸੈਂਟਰ ਤੇ ਸਟੇਟ ਦੇ ਵਿੱਚ ਵੰਡ ਕਰਨ ਦਾ ਕੰਮ ਹੈ ਉਹ ਹੈ ਫਾਈਨੈਂਸ ਕਮਿਸ਼ਨ ਦਾ। ਹਾਂਜੀ, ਤੀਸਰਾ ਜਿਹੜਾ ਸ਼ਡਿਊਲ ਹੈ, 12 ਟੋਟਲ ਸ਼ਡਿਊਲ ਹੈ ਆਪਣੇ, ਉਹਦੇ ਵਿੱਚ ਭਾਰਤ ਦੇ ਸੰਵਿਧਾਨ ਦੀ ਤੀਜੀ ਅਨੁਸੂਚੀ ਦੇ ਵਿੱਚ ਸੈਕਸ਼ਨ 4 ਦੇ ਵਿੱਚ ਉਹਦਾ ਸੰਭਾਲਣ ਦੇ ਸਮੇਂ ਕੈਗ ਹੈ ਭਾਰਤ ਦੇ ਸੁਪਰੀਮ ਕੋਰਟ ਦੇ ਜੱਜਾਂ ਦੁਆਰਾ ਚੁੱਕੀ ਜਾਣ ਵਾਲੀ ਸਹੁੰ ਦੀ ਵਿਵਸਥਾ ਕਰਦਾ ਹੈ। ਜਿਹੜੀ ਸਹੁੰ ਸੁਪਰੀਮ ਕੋਰਟ ਦੇ ਜੱਜਾਂ ਦੁਆਰਾ ਚੁੱਕੀ ਜਾਂਦੀ ਹੈ ਉਹੀ ਸਹੁੰ ਜਿਹੜੀ ਉਹ ਚੁੱਕੀ ਜਾਂਦੀ ਹੈ ਕੈਗ ਦੁਆਰਾ। ਯਾਨੀ ਕਿ ਸਾਰੀਆਂ ਜਿਹੜੀਆਂ ਸੇਵਾਵਾਂ ਸ਼ਰਤਾਂ ਜਿਹੜੀਆਂ ਹੈਗੀਆਂ ਹਟਾਉਣ ਦੀ ਵਿਧੀ ਕਾਰਜਕਾਲ ਉਹ ਸਾਰਾ ਹੈ ਸੁਪਰੀਮ ਕੋਰਟ ਦੇ ਜੱਜਾਂ ਦੇ ਸਮਾਨ ਹੈ, ਠੀਕ ਹੈ ਜੀ। ਸੁਪਰੀਮ ਕੋਰਟ ਦੇ ਜੱਜਾਂ ਦਾ ਕਾਰਜਕਾਲ ਹੈ ਜਿਹੜਾ ਉਹ 65 ਸਾਲ ਹੁੰਦਾ ਹੈ, ਪਰ ਇਹਦੇ ਵਿੱਚ ਇੱਕ ਪ੍ਰੋਵੀਜ਼ਨ ਹੈ ਵੀ 65 ਦੇ ਨਾਲ ਜਿਹੜਾ ਉਹ 6 ਸਾਲ ਦੀ ਪ੍ਰੋਵੀਜ਼ਨ ਰੱਖੀ ਗਈ ਹੈ, ਜਿਹੜਾ ਦੋਵਾਂ ਚੋਂ ਪਹਿਲਾਂ ਪੂਰਾ ਹੋ ਜੇ। ਬਾਕੀ ਸਾਰੀਆਂ ਸੇਵਾਵਾਂ ਤੇ ਸ਼ਰਤਾਂ ਸੇਮ ਹੈ। ਵਿਚ ਆਰਟੀਕਲ ਆਫ ਇੰਡੀਅਨ ਕਨਸਟੀਟਿਊਸ਼ਨ ਸਟੇਟਸ ਦੀ ਡਿਊਟੀ ਐਂਡ ਪਾਵਰ ਆਫ ਦੀ ਕੈਗ ਆਫ ਇੰਡੀਆ। ਕੈਗ ਦੇ ਭਾਰਤ ਦੇ ਕੈਗ ਦੀ ਜਿਹੜੀ ਡਿਊਟੀਜ਼ ਹੈ ਜਾਂ ਪਾਵਰ ਹੈ ਉਹਦੇ ਸੰਬੰਧ ਦੇ ਵਿੱਚ ਕਿਹੜਾ ਆਰਟੀਕਲ ਹੈ? ਹਾਂਜੀ, ਉਹ ਹੈ ਆਰਟੀਕਲ 149। ਇਹ ਧਿਆਨ 'ਚ ਰੱਖਣਾ ਹੈ। ਜਿਹੜਾ 148 ਹੈ ਇਹਦੇ ਵਿੱਚ ਇਹਦਾ ਗਠਨ ਕੀਤਾ ਗਿਆ ਹੈ, ਇਹਦੇ ਵਿੱਚ ਜਿਹੜੀ ਨਿਯੁਕਤੀ ਹੈ ਤੇ ਇਹਦਾ ਜ਼ਿਕਰ ਕੀਤਾ ਗਿਆ ਹੈ, ਤੇ ਆਰਟੀਕਲ 151 ਦੇ ਵਿੱਚ ਦੱਸਿਆ ਗਿਆ ਵੀ ਉਹ ਆਪਣੀ ਰਿਪੋਰਟ ਹੈ ਜਿਹੜੀ ਉਹ ਰਾਸ਼ਟਰਪਤੀ ਨੂੰ ਸੌਂਪੇਗਾ। ਕੈਗ ਆਪਣੀ ਰਿਪੋਰਟ ਕਿਸ ਆਰਟੀਕਲ ਤਹਿਤ ਰਾਸ਼ਟਰਪਤੀ ਨੂੰ ਸੌਂਪਦਾ ਹੈ? ਹਾਂਜੀ, ਆਰਟੀਕਲ 151 ਦੇ ਤਹਿਤ ਜਿਹੜੀ ਰਿਪੋਰਟ ਕੈਗ ਦੁਆਰਾ ਉਹ ਰਾਸ਼ਟਰਪਤੀ ਨੂੰ ਸੌਂਪੀ ਜਾਂਦੀ ਹੈ। ਕੈਗ ਦੇ ਕੰਮ, ਹਾਂਜੀ, ਕੈਗ ਭਾਰਤ ਦੇ ਸੰਸਦ ਨਿਧੀ ਅਤੇ ਹਰੇਕ ਰਾਜ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ ਜਿਨ੍ਹਾਂ 'ਚ ਵਿਧਾਨ ਸਭਾ, ਠੀਕ ਹੈ ਜੀ, ਧਿਆਨ ਰੱਖਣਾ ਹੈ ਭਾਰਤ ਸਰਕਾਰ, ਸਾਰੇ ਸਟੇਟ ਤੇ ਸਾਰੇ ਯੂਟੀ ਜਿਨ੍ਹਾਂ ਦੇ ਵਿੱਚ ਵਿਧਾਨ ਸਭਾ ਹੈ ਉਹਨਾਂ ਦੇ ਕੰਸੋਲੀਡੇਟਡ ਫੰਡ ਦੇ ਵਿੱਚੋਂ ਕੀਤੇ ਜਾਣ ਵਾਲੇ ਖਰਚਿਆਂ ਦੀ ਜਾਂਚ ਕਰਦਾ ਹੈ, ਠੀਕ ਹੈ ਜੀ। ਕੰਟੀਜੈਂਸੀ ਫੰਡ ਜਾਂ ਪਬਲਿਕ ਅਕਾਊਂਟ ਵਿੱਚੋਂ ਕੀਤੇ ਜਾਣ ਵਾਲੇ ਖਰਚਿਆਂ ਦੀ ਵੀ ਜਾਂਚ ਹੈ ਜਿਹੜੀ ਉਹ ਕੈਗ ਦੁਆਰਾ ਕੀਤੀ ਜਾਂਦੀ ਹੈ। ਕੰਸੋਲੀਡੇਟਡ ਫੰਡ, ਕੰਟੀਜੈਂਸੀ ਫੰਡ ਜਿਹਨੂੰ ਆਪਾਤਕਾਲੀਨ ਜਿਹੜੇ ਫੰਡ ਕਿਹਾ ਜਾਂਦਾ ਹੈ, ਤੇ ਪਬਲਿਕ ਅਕਾਊਂਟ ਦੇ ਵਿੱਚੋਂ ਕੀਤੇ ਜਾਣ ਵਾਲੇ ਖਰਚਿਆਂ ਦੀ ਜਾਂਚ ਹੈ ਜਿਹੜੀ ਉਹ ਕੈਗ ਦੇ ਦਾਇਰੇ ਵਿੱਚ ਹੁੰਦੀ ਹੈ, ਠੀਕ ਹੈ ਜੀ। ਕੇਂਦਰ ਸਰਕਾਰ ਅਤੇ ਰਾਜ ਸਰਕਾਰ ਦੇ ਕਿਸੇ ਵੀ ਵਿਭਾਗ, ਠੀਕ ਹੈ, ਚਾਹੇ ਉਹ ਵਪਾਰ ਨਿਰਮਾਣ ਹੋਵੇ, ਲਾਭ ਨੁਕਸਾਨ ਦੇ ਖਾਤੇ ਹੋਣ, ਬੈਲੈਂਸ ਸ਼ੀਟਾਂ ਹੋਣ, ਹੋਰ ਵਾਧੂ ਖਾਤਿਆਂ ਨੂੰ ਵੀ ਆਡਿਟ ਕੌਣ ਕਰਦਾ ਹੈ ਜੀ? ਕੈਗ ਕਰਦਾ ਹੈ। ਭਾਰਤ ਸਰਕਾਰ, ਰਾਜ ਸਰਕਾਰ ਦੇ ਵਪਾਰ ਨਾਲ ਸੰਬੰਧਿਤ ਲਾਭ ਹਾਨੀ ਖਾਤੇ, ਬੈਲੈਂਸ ਸ਼ੀਟਾਂ ਸਭ ਦਾ ਆਡਿਟ ਕੌਣ ਕਰਦਾ ਜੀ? ਉਹ ਕੈਗ ਦੁਆਰਾ ਕੀਤਾ ਜਾਂਦਾ ਹੈ। ਹਾਂਜੀ, ਲੋੜ ਪੈਣ ਤੇ ਸੰਬੰਧਿਤ ਕਾਨੂੰਨਾਂ ਦੇ ਦੁਆਰਾ ਉਹ ਸਾਰੀਆਂ ਸੰਸਥਾਵਾਂ, ਅਥਾਰਟੀਆਂ, ਸਰਕਾਰੀ ਕੰਪਨੀਆਂ, ਕਾਰਪੋਰੇਸ਼ਨਾਂ ਜੋ ਕੇਂਦਰ ਤੇ ਰਾਜ ਸਰਕਾਰਾਂ ਤੋਂ ਵਿੱਤ ਪ੍ਰਾਪਤ ਕਰਦੀਆਂ ਉਹਦੇ ਆਮਦਨ ਦੇ ਖਰਚਿਆਂ ਦੀ ਜਾਂਚ ਕਰਦਾ ਹੈ। ਹੁਣ ਧਿਆਨ ਦਿਓ, ਇਹਦਾ ਕਹਿਣ ਦਾ ਮਤਲਬ ਕੀ ਹੈ? ਜਿਵੇਂ ਪੰਜਾਬ ਗਵਰਨਮੈਂਟ ਹੈ, ਇਹਦੇ ਅੰਡਰ ਬਹੁਤ ਸਾਰੇ ਜਿਹੜੇ ਬੋਰਡ ਆ ਜਿਹੜੇ ਗਠਨ ਕੀਤੇ ਗਏ ਆ। ਆਪਾਂ ਉਦਾਹਰਨ ਲੈ ਲੈਣੇ ਪੰਜਾਬ ਰਾਜ ਬਿਜਲੀ ਬੋਰਡ ਦੀ, ਇਹਦੇ ਜਿਹੜੇ ਇਹ ਘਾਟੇ ਵਿੱਚ ਜਾ ਰਿਹਾ ਪੰਜਾਬ ਰਾਜ ਬਿਜਲੀ ਬੋਰਡ, ਤੇ ਇਹਦੇ ਖਰਚਿਆਂ ਦੀ ਪੂਰਤੀ ਹੈ ਜਿਹੜੀ ਉਹ ਕੀਤੀ ਜਾਂਦੀ ਹੈ ਪੰਜਾਬ ਸਰਕਾਰ ਦੁਆਰਾ, ਤੇ ਇਹ ਘਾਟੇ ਵਿੱਚ ਜਾ ਰਿਹਾ, ਬਾਕੀ ਇਹਦੇ ਖਾਤਿਆਂ ਦੀ ਜਿਹੜੀ ਜਾਂਚ ਆ ਉਹ ਕੈਗ ਕਰ ਸਕਦਾ ਹੈ, ਠੀਕ ਹੈ ਜੀ। ਇਹ ਕਹਿਣ ਦਾ ਮਤਲਬ ਇਹ ਹੈ। ਇਸ ਤਰ੍ਹਾਂ ਬਹੁਤ ਸਾਰੇ ਕਾਰਪੋਰੇਸ਼ਨ ਹੈ ਜਿਵੇਂ ਕਿ ਪੰਜ ਸਭ ਘਾਟੇ 'ਚ ਜਾ ਰਿਹਾ, ਠੀਕ ਹੈ ਜੀ, ਉਹਨੂੰ ਮਰਜ ਕਰਨ ਦੀ ਤਿਆਰੀ ਹੈ ਪਨਗ੍ਰੇਨ ਦੇ ਵਿੱਚ। ਇਹ ਸਾਰਾ ਕੁਝ ਇਹਨਾਂ ਦੇ ਜਿਹੜੇ ਘਾਟੇ 'ਚ ਜਾ ਰਹੇ ਇੰਸਟੀਚਿਊਟ ਹੈ ਜਾਂ ਲਾਭ 'ਚ ਜਾ ਰਹੇ ਇੰਸਟੀਚਿਊਟ ਹੈ ਉਹਨਾਂ ਦੇ ਖਾਤਿਆਂ ਦੀ ਜਿਹੜੀ ਜਾਂਚ ਆ ਉਹ ਕੈਗ ਕਰ ਸਕਦਾ ਹੈ। ਰਾਸ਼ਟਰਪਤੀ ਜਾਂ ਰਾਜਪਾਲ ਦੁਆਰਾ ਸਿਫਾਰਿਸ਼ ਕੀਤੀ ਜਾਣ ਵਾਲੀ ਅਥਾਰਟੀ ਦੇ ਖਾਤਿਆਂ ਦਾ ਵੀ ਆਡਿਟ ਹੈ ਜਿਹੜਾ ਉਹ ਕਰ ਸਕਦਾ ਹੈ, ਠੀਕ ਹੈ ਜੀ। ਵੀ ਜੇ ਰਾਸ਼ਟਰਪਤੀ ਜਾਂ ਰਾਜਪਾਲ ਇਹਨੂੰ ਕਹਿਣ ਵੀ ਇਸ ਸੰਸਥਾ ਦੇ ਖਾਤਿਆਂ ਦੀ ਜਾਂਚ ਕਰੇ ਤਾਂ ਕੈਗ ਉਹ ਖਾਤਿਆਂ ਦੀ ਜਾਂਚ ਵੀ ਕਰੇਗਾ। ਜਿਵੇਂ ਸਥਾਨਕ ਸੰਸਥਾਵਾਂ, ਲੋਕਲ ਬੋਡੀਜ਼, ਠੀਕ ਹੈ, ਲੋਕਲ ਬੋਡੀਜ਼ ਦੇ ਖਾਤਿਆਂ ਦੀ, ਵੈਸੇ ਮਿਊਨਿਸਪੈਲਿਟੀਜ਼ ਹੋ ਗਈਆਂ, ਇਹਨਾਂ ਦੇ ਖਾਤਿਆਂ ਦੀ ਜਾਂਚ ਆ ਉਹ ਕੈਗ ਦਾ ਕੰਮ ਨਹੀਂ, ਪਰ ਜੇ ਸਿਫਾਰਿਸ਼ ਕਰ ਦੇਵੇ ਤਾਂ ਫਿਰ ਕੈਗ ਇਹਨਾਂ ਦੇ ਖਾਤਿਆਂ ਦੀ ਜਾਂਚ ਕਰੇਗਾ। ਰਾਸ਼ਟਰਪਤੀ ਨੂੰ ਉਸ ਪ੍ਰੂਫ ਦੀ ਡਰਾਫਟ ਦੀ ਸਲਾਹ ਦਿੰਦਾ ਹੈ ਜਿਸ ਵਿੱਚ ਕੇਂਦਰ ਤੇ ਰਾਜਾਂ ਨੇ ਖਾਤੇ ਰੱਖੇ ਜਾਣੇ ਆ, ਠੀਕ ਹੈ ਜੀ। ਦੱਸਣਾ ਫਾਰਮੈਟ ਦੱਸਦਾ ਜੀ ਕਿਸ ਫਾਰਮੈਟ ਦੇ ਵਿੱਚ ਖਾਤੇ ਜਿਹੜੇ ਅਕਾਊਂਟ ਹੈ ਉਹ ਰੱਖੇ ਜਾਣਗੇ। ਹਾਂਜੀ, ਕੇਂਦਰ ਦੇ ਖਾਤਿਆਂ ਨਾਲ ਸੰਬੰਧਿਤ ਆਪਣੀ ਆਡਿਟ ਰਿਪੋਰਟ ਹੈ ਜਿਹੜਾ ਉਹ ਰਾਸ਼ਟਰਪਤੀ ਨੂੰ ਸੌਂਪਦਾ ਹੈ, ਤੇ ਰਾਸ਼ਟਰਪਤੀ ਕਾਂ ਸੰਸਦ ਦੇ ਦੋਹਾਂ ਪਟਲਾਂ ਤੇ ਇਸ ਨੂੰ ਰੱਖਦਾ ਹੈ, ਠੀਕ ਹੈ ਜੀ। ਇਹ ਧਿਆਨ 'ਚ ਰੱਖਣਾ। ਹਾਂਜੀ, ਰਾਜ ਦੇ ਖਾਤਿਆਂ ਨਾਲ ਸੰਬੰਧਿਤ ਜਿਹੜੀ ਰਿਪੋਰਟ ਹੈ, ਠੀਕ ਹੈ, ਉਹ ਰਾਜਪਾਲ ਨੂੰ ਸੌਂਪੀ ਜਾਂਦੀ ਹੈ ਕੈਗ ਦੁਆਰਾ, ਤੇ ਜੋ ਕਿ ਗਾਂ ਅੱਗੇ ਰਾਜ ਵਿਧਾਨ ਸਭਾ ਦੇ ਸਮਕਸ਼ ਉਹਨੂੰ ਪੇਸ਼ ਕਰਦਾ ਹੈ। ਹਾਂਜੀ, ਜਿਹੜੀ ਸੰਸਦ ਦੀ ਲੋਕ ਲੇਖਾ ਕਮੇਟੀ ਜਿਹਨੂੰ ਪਬਲਿਕ ਅਕਾਊਂਟ ਕਮੇਟੀ ਕਹਿੰਦੇ ਨੇ, ਉਹਦੇ ਇੱਕ ਗਾਈਡ, ਦੋਸਤ ਤੇ ਸਲਾਹਕਾਰ ਵਜੋਂ ਇਹ ਕੰਮ ਕਰਦੀ ਹੈ ਸੰਸਥਾ, ਠੀਕ ਹੈ ਜੀ। ਧਿਆਨ 'ਚ ਰੱਖਣਾ, ਬਹੁਤ ਇੰਪੋਰਟੈਂਟ ਫੈਕਟ ਹੈ ਜੀ। ਰਿਪੋਰਟ ਆਫ ਦੀ ਕੈਗ ਆਫ ਇੰਡੀਆ ਰਿਲੇਟਿੰਗ ਟੂ ਦੀ ਅਕਾਊਂਟਸ ਆਫ ਅ ਸਟੇਟ ਸ਼ੈਲ ਬੀ ਸਬਮਿਟਡ ਟੂ ਦੀ। ਹਾਂਜੀ, ਗੱਲ ਹੋ ਰਹੀ ਹੈ ਸਟੇਟ ਨਾਲ ਸੰਬੰਧਿਤ ਜਿਹੜੇ ਅਕਾਊਂਟ ਹੈ ਉਹਨਾਂ ਦੀ ਆਡਿਟ ਰਿਪੋਰਟ ਦੀ ਗੱਲ ਹੋ ਰਹੀ ਹੈ। ਰਿਪੋਰਟ ਕੈਗ ਕਿਹਨੂੰ ਸਬਮਿਟ ਕਰੇਗਾ? ਗਵਰਨਰ ਆਫ ਦੀ ਸਟੇਟ ਨੂੰ ਕਰੇਗਾ, ਠੀਕ ਹੈ ਜੀ। ਉਸ ਰਾਜ ਦੇ ਰਾਜਪਾਲ ਨੂੰ ਇਹ ਰਿਪੋਰਟ ਸਬਮਿਟ ਕੀਤੀ ਜਾਏਗੀ। ਹਾਂਜੀ, ਵਿਚ ਆਫ ਦੀ ਫੋਲੋਇੰਗ ਸਟੇਟਮੈਂਟ ਵਿਦ ਰੈਫਰੈਂਸ ਟੂ ਆਡਿਟ ਰਿਪੋਰਟ ਸਬਮਿਟਡ ਬਾਈ ਦੀ ਕੈਗ ਆਫ ਇੰਡੀਆ ਇਜ਼ ਆਰ ਕਰੈਕਟ। ਦੱਸਣਾ ਹੈ ਵੀ ਹੇਠਾਂ ਦਿੱਤੀਆਂ ਸਟੇਟਮੈਂਟ ਵਿੱਚੋਂ ਕਿਹੜੀਆਂ ਕੈਗ ਨਾਲ ਸੰਬੰਧਿਤ ਠੀਕ ਹਨ। ਆਰਟੀਕਲ 151 ਆਫ ਦੀ ਕਨਸਟੀਟਿਊਸ਼ਨ ਆਫ ਇੰਡੀਆ ਟਾਕਸ ਅਬਾਊਟ ਦੀ ਆਡਿਟ ਰਿਪੋਰਟ। ਆਡਿਟ ਰਿਪੋਰਟ ਬਾਰੇ ਗੱਲ ਕਰਦਾ ਹੈ। ਹਾਂਜੀ, ਬਿਲਕੁਲ ਸਹੀ ਹੈ। ਇਹਦੇ ਵਿੱਚ ਦੱਸਿਆ ਗਿਆ ਹੈ ਵੀ ਜਿਹੜੀ ਆਡਿਟ ਰਿਪੋਰਟ ਹੈ ਉਹ ਰਾਸ਼ਟਰਪਤੀ ਨੂੰ ਸੌਂਪੀ ਜਾਏਗੀ ਕੈਗ ਦੁਆਰਾ। ਇਹ ਬਿਲਕੁਲ ਰਾਈਟ ਸਹੀ ਹੈ। ਕੈਗ ਸਬਮਿਟ ਦੀ ਆਡਿਟ ਰਿਪੋਰਟ ਆਫ ਦੀ ਯੂਨੀਅਨ ਗਵਰਨਮੈਂਟ ਬਿਫੋਰ ਦੀ ਪਾਰਲੀਮੈਂਟ। ਜਿਹੜਾ ਕੈਗ ਹੈ ਆਪਣੀ ਰਿਪੋਰਟ ਹੈ ਉਹ ਯੂਨੀਅਨ ਗਵਰਨਮੈਂਟ, ਠੀਕ ਹੈ ਜੀ, ਪਾਰਲੀਮੈਂਟ ਦੇ ਸਾਹਮਣੇ ਆਪਣੀ ਰਿਪੋਰਟ ਸਬਮਿਟ ਕਰਦਾ ਹੈ। ਇਹ ਬਿਲਕੁਲ ਗਲਤ ਹੋ ਗਿਆ ਜੀ, ਠੀਕ ਹੈ ਜੀ। ਕੈਗ ਆਪਣੀ ਰਿਪੋਰਟ ਕਿਹਨੂੰ ਸਬਮਿਟ ਕਰਦਾ ਹੈ ਜੀ? ਉਹ ਪ੍ਰੈਜ਼ੀਡੈਂਟ ਨੂੰ ਸਬਮਿਟ ਕਰਦਾ ਹੈ, ਸੈਂਟਰ ਦੇ ਵਿੱਚ ਪ੍ਰੈਜ਼ੀਡੈਂਟ ਨੂੰ ਸਬਮਿਟ ਕਰਦਾ ਹੈ। ਕੈਗ ਸਬਮਿਟ ਦੀ ਆਡਿਟ ਰਿਪੋਰਟ ਆਫ ਅ ਸਟੇਟ ਟੂ ਦੀ ਗਵਰਨਰ ਆਫ ਦੀ ਰਿਸਪੈਕਟਿਵ ਸਟੇਟ। ਕੈਗ ਆਪਣੀ ਸਟੇਟ ਨਾਲ ਸੰਬੰਧਿਤ ਆਡਿਟ ਰਿਪੋਰਟ ਹੈ ਉਸ ਸਟੇਟ ਦੇ ਗਵਰਨਰ ਨੂੰ ਪੇਸ਼ ਕਰਦਾ ਹੈ। ਇਹ ਬਿਲਕੁਲ ਸਹੀ ਹੈ ਜੀ, ਠੀਕ ਹੈ। ਇਹਦਾ ਮਤਲਬ ਉਹਨਾਂ ਨੇ ਆਪਾਂ ਨੂੰ ਪੁੱਛੀ ਕਰੈਕਟ 1 ਤੇ 3 ਹੈ ਜਿਹੜੀ ਉਹ ਕਰੈਕਟ ਹੈ। ਇਹਦਾ ਰਾਈਟ ਆਂਸਰ ਬਣ ਜਾਏਗਾ ਏ, ਠੀਕ ਹੈ ਜੀ। ਇਹਦੇ ਵਿੱਚ ਗਲਤੀ ਜਿਹੜੀ ਹੋਈ ਹੈ ਉਹਦੇ ਵਿੱਚ ਕਿਹਾ ਗਿਆ ਪਾਰਲੀਮੈਂਟ ਨੂੰ ਸਬਮਿਟ ਕਰਦਾ ਹੈ, ਪਾਰਲੀਮੈਂਟ ਨੂੰ ਨਹੀਂ ਸਬਮਿਟ ਕਰਦਾ, ਇਹ ਸਬਮਿਟ ਕਰਦਾ ਹੈ ਪ੍ਰੈਜ਼ੀਡੈਂਟ ਨੂੰ, ਠੀਕ ਹੈ ਜੀ। ਇਹ ਧਿਆਨ ਰੱਖਣਾ। ਇਹਦੇ ਵਿੱਚ ਈਅਰ ਦੀ ਕੈਗ, ਠੀਕ ਹੈ, ਡਿਊਟੀਜ਼, ਪਾਵਰਸ, ਕੰਡੀਸ਼ਨ ਆਫ ਸਰਵਿਸ ਐਕਟ ਪਾਸਡ
ठीक है, ये दसना है भी किहड़े ईयर ਦੇ ਵਿੱਚ कैग ਦੀਆਂ ਡਿਊਟੀਜ਼ ਪਾਵਰ ਤੇ ਕੰਡੀਸ਼ਨ ਸਰਵਿਸ ਐਕਟ ਨੂੰ ਪਾਸ ਕੀਤਾ ਗਿਆ। ਇਹ 1971 ਦੇ ਵਿੱਚ ਪਾਸ ਕੀਤਾ ਗਿਆ ਤੇ ਇਹਨੂੰ ਆਰਟੀਕਲ 151 ਦੇ ਵਿੱਚ, ਠੀਕ ਹੈ ਜੀ, ਸੌਰੀ 149 ਦੇ ਵਿੱਚ ਇਹਨੂੰ ਜਿਹੜਾ ਹੈ ਦਰਜ ਕੀਤਾ ਗਿਆ। ਧਿਆਨ 'ਚ ਰੱਖਣਾ ਹੈ 1971 ਦੇ ਵਿੱਚ ਇਹ ਐਕਟ ਪਾਸ ਕੀਤਾ ਗਿਆ ਸੀ ਤੇ 149 ਜਿਹੜਾ ਆਰਟੀਕਲ ਹੈ ਉਹਦੇ ਵਿੱਚ ਇਹ ਸਾਰੀਆਂ ਡਿਊਟੀਜ਼ ਤੇ ਪਾਵਰ ਹੈ ਜਿਹੜੀਆਂ ਇਹਨੂੰ ਦਰਜ ਕੀਤਾ ਗਿਆ ਸੀ। ਵਿਚ ਆਫ ਦੀ ਫੋਲੋਇੰਗ ਡਿਊਟੀਜ਼ ਇਜ਼ ਨਾਟ ਪਰਫਾਰਮਡ ਬਾਈ ਦੀ ਕੈਗ ਆਫ ਇੰਡੀਆ। ਦੱਸਣਾ ਇਹਨਾਂ ਵਿੱਚੋਂ ਕਿਹੜੀ ਡਿਊਟੀ ਹੈ ਜਿਹੜੀ ਕੈਗ ਦੁਆਰਾ ਨਹੀਂ ਪਰਫਾਰਮ ਕੀਤੀ ਜਾਂਦੀ। ਟੂ ਆਡਿਟ ਐਂਡ ਰਿਪੋਰਟ ਆਲ ਦੀ ਐਕਸਪੈਂਡੀਚਰ ਆਫ ਦੀ ਕੰਸੋਲੀਡੇਟਡ ਫੰਡ ਆਫ ਇੰਡੀਆ। ਭਾਰਤ ਦੇ ਕੰਸੋਲੀਡੇਟਡ ਫੰਡ ਵਿੱਚੋਂ ਕੀਤੇ ਜਾਣ ਵਾਲੇ ਸਾਰੇ ਖਰਚਿਆਂ ਦੀ ਰਿਪੋਰਟ ਜਾਂ ਆਡਿਟ ਕਰਨਾ, ਹਾਂਜੀ ਇਹ ਇਹਦਾ ਕੰਮ ਹੈ। ਟੂ ਆਡਿਟ ਐਂਡ ਰਿਪੋਰਟ ਆਲ ਦੀ ਐਕਸਪੈਂਡੀਚਰ ਫਰੋਮ ਦੀ ਕੰਟੀਜੈਂਸੀ ਫੰਡ ਆਫ ਦੀ ਪਬਲਿਕ ਐਂਡ ਪਬਲਿਕ ਅਕਾਊਂਟ। ਪਬਲਿਕ ਅਕਾਊਂਟ ਅਤੇ ਕੰਟੀਜੈਂਸੀ ਫੰਡ ਦੇ ਸਾਰੇ ਖਰਚਿਆਂ ਦੀ ਆਡਿਟ ਕਰਨਾ, ਇਹ ਵੀ ਇਹਦਾ ਕੰਮ ਹੈ। ਟੂ ਆਡਿਟ ਐਂਡ ਰਿਪੋਰਟ ਔਨ ਆਲ ਟ੍ਰੇਡਿੰਗ ਮੈਨੂਫੈਕਚਰਿੰਗ ਐਂਡ ਪ੍ਰੋਫਿਟ ਐਂਡ ਲੋਸ ਅਕਾਊਂਟ। ਲਾਭ ਹਾਨੀ ਖਾਤੇ ਤੇ ਸਾਰੇ ਜਿਹੜੇ ਵਪਾਰਿਕ ਮੈਨੂਫੈਕਚਰਿੰਗ ਆ ਉਹਦੀ ਰਿਪੋਰਟ ਆਡਿਟ ਕਰਨਾ, ਇਹ ਵੀ ਇਹਦਾ ਕੰਮ ਹੈ। ਟੂ ਕੰਟਰੋਲ ਦੀ ਰਸੀਟ ਐਂਡ ਇਸ਼ੂ ਆਫ ਪਬਲਿਕ ਮਨੀ, ਠੀਕ ਹੈ, ਐਂਡ ਇਨਸ਼ੋਰ ਡੈਟ ਪਬਲਿਕ ਰੈਵਨਿਊ ਇਜ਼ ਲੋਜ਼ਡ ਇਨ ਦੀ ਐਕਸਚੈਕਰ। ਹਾਂਜੀ, ਕੰਟਰੋਲ ਕਰਨਾ ਪਬਲਿਕ ਮਨੀ ਨੂੰ, ਅਜਿਹਾ ਇਹਦਾ ਕੋਈ ਕੰਮ ਨਹੀਂ, ਠੀਕ ਹੈ ਜੀ। ਪਬਲਿਕ ਮਨੀ ਨੂੰ ਕੰਟਰੋਲ ਕਰਨਾ ਜਿਹੜਾ ਉਹ ਆਰਬੀਆਈ ਦਾ ਕੰਮ ਹੈ, ਠੀਕ ਹੈ ਜੀ, ਧਿਆਨ 'ਚ ਰੱਖ ਲੈਣਾ, ਇਹ ਗਲਤ ਹੋ ਗਿਆ ਜਿੱਥੇ। ਕੰਸੀਡਰ ਦੀ ਫੋਲੋਇੰਗ ਸਟੇਟਮੈਂਟ ਅਬਾਊਟ ਦੀ ਕੈਗ ਨਾਲ ਸੰਬੰਧਿਤ ਜਿਹੜੀ ਉਹ ਸਟੇਟਮੈਂਟ ਹੈ ਜਿਹੜੀਆਂ ਉਹਨੂੰ ਆਪਾਂ ਕੰਸੀਡਰ ਕਰਨਾ ਹੈ ਤੇ ਦੱਸਣਾ ਹੈ ਵੀ ਕਿਹੜੀ ਸਟੇਟਮੈਂਟ ਹੈ ਉਹ ਕਰੈਕਟ ਹੈ। ਹੀ ਇਜ਼ ਰਿਸਪੌਂਸਿਬਲ ਓਨਲੀ ਟੂ ਪਾਰਲੀਮੈਂਟ, ਕਹਿੰਦੇ ਕੇਵਲ ਪਾਰਲੀਮੈਂਟ ਦੇ ਪ੍ਰਤੀ ਇਹ ਜਵਾਬਦੇਹ ਹੁੰਦਾ, ਰਿਸਪੌਂਸਿਬਲ ਹੁੰਦਾ ਹੈ, ਠੀਕ ਹੈ। ਹੀ ਸਰਟੀਫਾਈ ਦੀ ਨੈਟ ਪ੍ਰੋਸੀਡਸ ਆਫ ਐਨੀ ਟੈਕਸ, ਹਾਂਜੀ ਕਿਸੇ ਵੀ ਟੈਕਸ ਨੂੰ ਸਰਟੀਫਾਈ ਕਰਦਾ, ਹਾਂਜੀ ਬਿਲਕੁਲ ਸਹੀ ਹੈ। ਇਹ ਸਰਟੀਫਿਕੇਟ ਹੈ ਜਿਹੜਾ ਇਸੇ ਦੁਆਰਾ ਦਿੱਤਾ ਜਾਂਦਾ ਹੈ ਵੀ ਕਿੰਨਾ ਜਿਹੜਾ ਟੈਕਸ ਹੈ, ਨੈਟ ਟੈਕਸ ਹੈ ਜਿਹੜਾ ਉਹ ਕਲੈਕਟ ਹੋਇਆ ਹੈ। ਹੀ ਹੈਜ਼ ਕੰਟਰੋਲ ਓਵਰ ਦੀ ਇਸ਼ੂ ਆਫ ਮਨੀ ਫਰੋਮ ਦੀ ਕੰਸੋਲੀਡੇਟਡ ਫੰਡ ਆਫ ਇੰਡੀਆ। ਕੰਸੋਲੀਡੇਟਡ ਆਫ ਫੰਡ ਦੇ ਵਿੱਚੋਂ ਜਿਹੜਾ ਪੈਸਾ ਜਾਰੀ ਕਰਨਾ ਉਹਦੀ ਤੇ ਇਹਦਾ ਕੰਟਰੋਲ ਹੈ, ਬਿਲਕੁਲ ਗਲਤ ਹੈ। ਇਹ ਤਾਂ ਸਿਰਫ ਖਾਤਿਆਂ ਦੀ ਜਾਂਚ ਕਰਦਾ ਕੰਸੋਲੀਡੇਟਡ ਫੰਡ ਦੀ। ਹਾਂਜੀ ਤੀਸਰਾ ਗਲਤ ਹੋ ਗਿਆ, ਤੀਸਰੇ ਨੂੰ ਐਲੀਮੀਨੇਟ ਕਰਾਂਗੇ, ਆ ਵੀ ਗਲਤ ਹੋ ਗਿਆ, ਆ ਵੀ ਗਲਤ ਹੋ ਗਿਆ, ਆ ਵੀ ਗਲਤ ਹੋ ਗਿਆ। ਇਹਦਾ ਮਤਲਬ ਫਰਸਟ ਤੇ ਸੈਕੰਡ ਰਾਈਟ ਹੋ ਗਿਆ, ਠੀਕ ਹੈ ਜੀ। ਹਾਂਜੀ ਇਹਦੇ ਵਿੱਚ ਕਿਹਾ ਗਿਆ ਵੀ ਰਿਸਪੌਂਸਿਬਲ ਓਨਲੀ ਟੂ ਪਾਰਲੀਮੈਂਟ, ਇਹ ਬਿਲਕੁਲ ਰਾਈਟ ਹੈ ਵੀ ਜਿਹੜਾ ਕੈਗ ਹੈ ਉਹ ਪਾਰਲੀਮੈਂਟ ਦੇ ਪ੍ਰਤੀ ਜਵਾਬਦੇਹ ਹੁੰਦਾ। ਰਿਪੋਰਟ ਹੈ ਜਿਹੜੀ ਕੈਗ ਹੈ ਉਹ ਪ੍ਰੈਜ਼ੀਡੈਂਟ ਨੂੰ ਸਬਮਿਟ ਕਰਦਾ ਹੈ। ਪ੍ਰੈਜ਼ੀਡੈਂਟ ਆ ਉਸ ਰਿਪੋਰਟ ਨੂੰ ਲੋਕ ਸਭਾ ਰਾਜ ਸਭਾ ਦੇ ਵਿੱਚ ਪੇਸ਼ ਕਰਦਾ ਹੈ ਤੇ ਉਸ ਰਿਪੋਰਟ ਤੇ ਪਬਲਿਕ ਅਕਾਊਂਟ ਕਮੇਟੀ ਹੈ ਜਿਹੜੀ, ਠੀਕ ਹੈ, ਉਸ ਰਿਪੋਰਟ ਨੂੰ ਧਿਆਨ ਨਾਲ ਗੌਰ ਨਾਲ ਵੱਚਦੀ ਹੈ ਤੇ ਇਸ ਲਈ ਕਹਿ ਸਕਦੇ ਹਾਂ ਜਿਹੜਾ ਕੈਗ ਹੈ ਉਹ ਰਿਸਪੌਂਸਿਬਲ ਹੈ ਪਾਰਲੀਮੈਂਟ ਦੇ ਪ੍ਰਤੀ। ਕੈਗ ਅਤੇ ਲੋਕ ਲੇਖਾ ਕਮੇਟੀ, ਠੀਕ ਹੈ, ਪਬਲਿਕ ਅਕਾਊਂਟ ਕਮੇਟੀ ਤੇ ਕੈਗ। ਲੋਕ ਲੇਖਾ ਕਮੇਟੀ ਭਾਰਤ ਸਰਕਾਰ ਐਕਟ 1919 ਦੇ ਤਹਿਤ ਗਠਿਤ ਕੀਤੀ ਗਈ ਇੱਕ ਸਥਾਈ ਕਮੇਟੀ ਹੈ, ਠੀਕ ਹੈ, ਧਿਆਨ ਰੱਖਣਾ ਪਰਮਾਨੈਂਟ ਬੋਡੀ ਹੈ ਇਹ। ਲੋਕ ਲੇਖਾ ਕਮੇਟੀ ਦੇ ਵਿੱਚ ਟੋਟਲ 22 ਮੈਂਬਰ ਹੁੰਦੇ ਆ, ਜਿਹਦੇ ਵਿੱਚੋਂ 15 ਮੈਂਬਰ ਹੈ ਜਿਹੜੇ ਉਹ ਲੋਕ ਸਭਾ ਦੇ ਵਿੱਚੋਂ ਤੇ 7 ਮੈਂਬਰ ਹੈ ਜਿਹੜੇ ਉਹ ਰਾਜ ਸਭਾ ਦੇ ਵਿੱਚੋਂ ਲਏ ਜਾਂਦੇ ਆ, ਠੀਕ ਹੈ ਜੀ। ਕੈਗ ਦੀ ਆਡਿਟ ਰਿਪੋਰਟ ਹੈ ਜਿਹੜੀ, ਠੀਕ ਹੈ, ਉਹ ਲੋਕ ਲੇਖਾ ਕਮੇਟੀ ਨੂੰ ਸੌਂਪੀ ਜਾਂਦੀ ਹੈ, ਠੀਕ ਹੈ। ਕੈਗ ਦੀ ਆਡਿਟ ਰਿਪੋਰਟ ਹੈ ਕੇਂਦਰ ਤੇ ਰਾਜਾਂ ਦੀ ਜਿਹੜੀ ਲੋਕ ਲੇਖਾ ਕਮੇਟੀ ਨੂੰ ਸੌਂਪੀ ਜਾਂਦੀ ਹੈ ਤੇ ਨਿਯੋਜਨ ਖਾਤਿਆਂ, ਵਿੱਤ ਖਾਤਿਆਂ ਤੇ ਜਨਤਕ ਖੇਤਰ ਦੇ ਅਦਾਰਿਆਂ ਬਾਰੇ ਆਡਿਟ ਰਿਪੋਰਟਾਂ ਲੋਕ ਲੇਖਾ ਕਮੇਟੀ ਦੁਆਰਾ ਪੜਤਾਲ ਕੀਤੀਆਂ ਜਾਂਦੀਆਂ। ਕਹਿੰਦਾ ਮਤਲਬ ਹੈ ਵੀ ਜਿਹੜੀ ਰਿਪੋਰਟ ਰਾਜਪਾਲ ਹੈ ਉਹ ਰਾਜ ਦੀ ਲੋਕ ਲੇਖਾ ਕਮੇਟੀ ਕੋਲ ਜਾਏਗੀ ਤੇ ਰਾਸ਼ਟਰਪਤੀ ਕੋਲ ਜਿਹੜੀ ਰਿਪੋਰਟ ਸੌਂਪੀ ਗਈ ਹੈ ਉਹ ਸੰਸਦ ਦੀ ਜਿਹੜੀ ਲੋਕ ਲੇਖਾ ਕਮੇਟੀ ਕੋਲ ਜਾਏਗੀ ਤੇ ਲੋਕ ਲੇਖਾ ਕਮੇਟੀ ਹੈ ਜਿਹੜੀ ਉਹ ਕੈਗ ਦੀਆਂ ਰਿਪੋਰਟਾਂ ਦੀ ਪੜਤਾਲ ਕਰੇਗੀ। ਇਸ ਲਈ ਕਿਹਾ ਗਿਆ ਜਿਹੜਾ ਕੈਗ ਹੈ ਉਹ ਪਾਰਲੀਮੈਂਟ ਦੇ ਪ੍ਰਤੀ ਜਵਾਬਦੇਹ ਹੈ। ਕੇਂਦਰ ਸਰਕਾਰ ਕੇਂਦਰੀ ਪੱਧਰ ਤੇ ਇਹ ਰਿਪੋਰਟ ਕੈਗ ਦੁਆਰਾ ਰਾਸ਼ਟਰਪਤੀ ਨੂੰ ਪੇਸ਼ ਕੀਤੀ ਜਾਂਦੀ ਹੈ ਜੋ ਸੰਸਦ ਦੇ ਦੋਹਾਂ ਸਦਨਾਂ ਦੇ ਪਟਲ ਤੇ ਇਸ ਨੂੰ ਰੱਖਦਾ ਹੈ, ਠੀਕ ਹੈ ਜੀ, ਧਿਆਨ ਰੱਖਣਾ ਹੈ ਕਿ ਕੈਗ ਜ਼ਰੂਰੀ ਮਾਮਲਿਆਂ ਦੀ ਸੂਚੀ ਤਿਆਰ ਕਰਦਾ ਹੈ ਤੇ ਇਸ ਨੂੰ ਲੋਕ ਲੇਖਾ ਕਮੇਟੀ ਨੂੰ ਸੌਂਪਦਾ ਹੈ, ਠੀਕ ਹੈ ਜੀ, ਧਿਆਨ ਰੱਖਣਾ ਹੈ। ਕੈਗ ਕਈ ਵਾਰ ਸਿਆਸਤਦਾਨਾਂ ਤੇ ਸਰਕਾਰੀ ਅਧਿਕਾਰੀਆਂ ਦੇ ਵਿਚਾਰਾਂ ਦੀ ਵਿਆਖਿਆ ਦੇ ਅਨੁਵਾਦ ਵੀ ਕਰਦਾ ਹੈ ਵੀ ਜਿਹੜੇ ਵੱਖ-ਵੱਖ ਜਿਹੜੇ ਪੋਲੀਟੀਸ਼ੀਅਨਸ ਹੈਗੇ ਆ ਜਾਂ ਆਫੀਸ਼ੀਅਲ ਹੈਗੇ ਉਹਨਾਂ ਦੁਆਰਾ ਜੋ ਵੀ ਰਿਮਾਰਕਸ ਦਿੱਤੇ ਜਾਂਦੇ ਆ, ਐਕਸਪਲੇਨੇਸ਼ਨ ਦਿੱਤੀ ਜਾਂਦੀ ਹੈ ਪਾਰਲੀਮੈਂਟ ਦੇ ਵਿੱਚ ਜਾਂ ਆਊਟ ਆਫ ਪਾਰਲੀਮੈਂਟ, ਉਹਨਾਂ ਦੀ ਵੀ ਵਿਆਖਿਆ ਉਹ ਆਪਣੀਆਂ ਰਿਪੋਰਟਾਂ ਦੇ ਵਿੱਚ ਉਹਦਾ ਜ਼ਿਕਰ ਕਰਦਾ ਹੈ। ਕੈਗ ਦੇਖਦਾ ਹੈ ਕਿ ਉਸ ਦੁਆਰਾ ਪ੍ਰਸਤਾਵਿਤ ਸੁਧਾਰਾਤਮਕ ਜਿਹੜੇ ਸੁਧਾਰਾਂ ਤੇ ਕਾਰਵਾਈ ਕੀਤੀ ਗਈ ਹੈ ਜਾਂ ਨਹੀਂ, ਠੀਕ ਹੈ। ਜਿਹੜਾ ਕੈਗ ਹੈ ਉਹ ਆਪਣੀ ਸਿਫਾਰਸ਼ਾਂ ਭੇਜਦਾ ਵੀ ਇਸ ਤਰੀਕੇ ਦੇ ਨਾਲ ਜਿਹੜਾ ਹੈ ਸੁਧਾਰ ਕੀਤੇ ਜਾਣ, ਠੀਕ ਹੈ, ਖਰਚਿਆਂ ਦੇ ਵਿੱਚ ਕਮੀ ਕੀਤੀ ਜਾਵੇ। ਤਾਂ ਜੇ ਉਹ ਦੇਖਦਾ ਵੀ ਨਹੀਂ ਉਹਦੇ ਸੁਝਾਅ ਨੂੰ ਅਡਾਪਟ ਕੀਤਾ ਜਾ ਰਿਹਾ ਤਾਂ ਇਸ ਸੰਬੰਧ ਦੇ ਵਿੱਚ ਉਹ ਲੋਕ ਲੇਖਾ ਕਮੇਟੀ ਉਹ ਮਾਮਲੇ ਲੋਕ ਲੇਖਾ ਕਮੇਟੀ ਨੂੰ ਭੇਜਦਾ ਹੈ ਤੇ ਮਾਮਲੇ ਤੇ ਲੋੜੀ ਕਾਰਵਾਈ ਕਰਨ ਦੀ ਜਿਹੜੀ ਉਹ ਸਿਫਾਰਸ਼ ਕਰਦਾ ਹੈ। ਕੈਗ ਹੈ ਸੰਸਦ ਦੀ ਲੋਕ ਲੇਖਾ ਕਮੇਟੀ ਦੇ ਗਾਈਡ, ਦੋਸਤ ਤੇ ਸਲਾਹਕਾਰ ਵਜੋਂ ਵੀ ਕੰਮ ਕਰਦਾ ਹੈ। ਵੈਰੀ ਇੰਪੋਰਟੈਂਟ ਫੈਕਟ ਹੈ ਜੀ, ਧਿਆਨ ਰੱਖਣਾ। ਹਾਂਜੀ, ਹੂ ਅਮੰਗ ਦੀ ਫੋਲੋਇੰਗ ਇਜ਼ ਨੋਨ ਐਜ਼ ਫਰੈਂਡ, ਫਿਲੋਸਫਰ ਐਂਡ ਗਾਈਡ ਆਫ ਦੀ ਪਬਲਿਕ ਅਕਾਊਂਟ ਕਮੇਟੀ। ਦੱਸਣਾ ਪਬਲਿਕ ਅਕਾਊਂਟ ਕਮੇਟੀ ਦੇ ਇੱਕ ਦੋਸਤ, ਫਿਲੋਸਫਰ ਤੇ ਅਗਵਾਈ ਕਰਦੇ ਤੌਰ ਤੇ ਕੌਣ ਕੰਮ ਕਰਦਾ ਹੈ, ਉਹ ਕੰਮ ਕਰਦਾ ਹੈ ਜੀ ਕੈਗ, ਠੀਕ ਹੈ ਜੀ। ਆਡੀਟਰ ਜਨਰਲ ਰਹਿ ਗਿਆ ਇੱਥੇ, ਠੀਕ ਹੈ ਜੀ। ਯੂਕੇ ਦੇ ਕੈਗ ਨਾਲ ਤੁਲਨਾ, ਠੀਕ ਹੈ ਜੀ, ਭਾਰਤੀ ਕੈਗ ਦੀ ਯੂਕੇ ਦੇ ਕੈਗ ਦੇ ਨਾਲ ਤੁਲਨਾ। ਭਾਰਤ ਵਿੱਚ ਕੈਗ ਸਿਰਫ ਆਡੀਟਰ ਜਨਰਲ ਦੀ ਭੂਮਿਕਾ ਨਿਭਾਉਂਦਾ ਹੈ, ਠੀਕ ਹੈ ਜੀ, ਇਕੱਲਾ ਇਹਦਾ ਕੰਮ ਆਡਿਟ ਕਰਨਾ ਹੈ, ਨਾ ਕਿ ਕੰਟਰੋਲਰ ਦੀ ਜਾਂ ਅਕਾਊਂਟੈਂਟ ਜਨਰਲ ਦੀ ਭੂਮਿਕਾ ਨਹੀਂ ਨਿਭਾਉਂਦਾ। ਜਦਕਿ ਬ੍ਰਿਟੇਨ ਦੇ ਵਿੱਚ ਜਿਹੜਾ ਕੈਗ ਹੈ ਉਹ ਆਡੀਟਰ ਜਨਰਲ ਦੇ ਨਾਲ ਕੰਟਰੋਲਰ ਤੇ ਆਡੀਟਰ ਅਕਾਊਂਟੈਂਟ ਜਨਰਲ ਦੀ ਭੂਮਿਕਾ ਵੀ ਜਿਹੜੀਆਂ ਸ਼ਕਤੀਆਂ ਜਿਹੜੀਆਂ ਉਹ ਕੈਗ ਦੇ ਕੋਲ ਹੁੰਦੀਆਂ। ਭਾਰਤ ਦੇ ਵਿੱਚ ਜਿਹੜਾ ਕੈਗ ਹੈ ਪੈਸੇ ਖਰਚ ਕਰਨ ਤੋਂ ਬਾਅਦ ਖਾਤਿਆਂ ਦਾ ਆਡਿਟ ਕਰਦਾ ਹੈ, ਜਦਕਿ ਯੂਕੇ ਦੇ ਵਿੱਚ ਕੈਗ ਦੀ ਮਨਜ਼ੂਰੀ ਤੋਂ ਬਿਨਾਂ ਕੋਈ ਵੀ ਪੈਸਾ ਸਰਕਾਰੀ ਖਜ਼ਾਨੇ ਚੋਂ ਕਢਾਇਆ ਨਹੀਂ ਜਾ ਸਕਦਾ। ਇਸ ਤੋਂ ਪਤਾ ਲੱਗਦਾ ਹੈ ਵੀ ਜਿਹੜਾ ਯੂਕੇ ਦਾ ਕੈਗ ਹੈ ਉਹ ਕਿੰਨਾ ਪਾਵਰਫੁਲ ਹੈ। ਭਾਰਤ ਵਿੱਚ ਜਿਹੜਾ ਕੈਗ ਹੈ ਉਹ ਸੰਸਦ ਦਾ ਮੈਂਬਰ ਨਹੀਂ ਹੁੰਦਾ, ਜਦਕਿ ਬ੍ਰਿਟੇਨ ਦੇ ਵਿੱਚ ਜਿਹੜਾ ਕੈਗ ਹੈ ਹਾਊਸ ਆਫ ਕਾਮਨਸ ਦਾ ਮੈਂਬਰ ਹੁੰਦਾ, ਧਿਆਨ ਚ ਰੱਖ ਲੈਣਾ। ਭਾਰਤ ਵਿੱਚ ਕੈਗ ਦਾ ਕਾਰਜਕਾਲ ਜਿਹੜਾ ਉਹ 6 ਸਾਲ, ਜਦਕਿ ਬ੍ਰਿਟੇਨ ਦੇ ਵਿੱਚ 10 ਸਾਲ ਹੁੰਦਾ, ਠੀਕ ਹੈ ਜੀ, ਧਿਆਨ ਚ ਰੱਖ ਲੈਣਾ। ਕਾਰਜਕਾਲ ਦੇ ਵਿੱਚ ਵੀ ਫਰਕ ਪਾਇਆ ਜਾਂਦਾ। ਇਹ ਸਾਰੇ ਫੈਕਟ ਇੰਪੋਰਟੈਂਟ ਹੈ ਜੀ। ਹਾਂਜੀ, ਕੈਗ ਦੇ ਦਫ਼ਤਰ ਦਾ ਢਾਂਚਾ। ਹਾਂਜੀ, ਭਾਰਤੀ ਲੇਖਾ ਤੇ ਲੇਖਾ ਵਿਭਾਗ ਦੀ ਅਗਵਾਈ ਭਾਰਤ ਦੇ ਕੈਗ ਦੁਆਰਾ ਕੀਤੀ ਜਾਂਦੀ ਹੈ, ਠੀਕ ਹੈ। ਭਾਰਤੀ ਲੇਖਾ ਤੇ ਲੇਖਾ ਵਿਭਾਗ ਦੀ ਅਗਵਾਈ ਹੈ ਜਿਹੜਾ ਉਹ ਕੈਗ ਦੁਆਰਾ ਕੀਤੀ ਜਾਂਦੀ ਹੈ ਤੇ ਉਸ ਦੀ ਮਦਦ ਲਈ 5 ਜਿਹੜੇ ਡਿਪਟੀ ਜਿਹੜੇ ਕੈਗ ਹੈ ਜਿਹੜੇ ਉਹ ਨਿਯੁਕਤ ਕੀਤੇ ਜਾਂਦੇ ਆ, ਠੀਕ ਹੈ ਜੀ। ਟੋਟਲ 6 ਮੈਂਬਰੀ ਕੈਗ ਹੈ ਜਿਹੜਾ ਉਹ ਕਮਿਸ਼ਨ ਹੈ ਜਿਹਦੇ ਵਿੱਚ ਕੈਗ ਤੇ 5 ਡਿਪਟੀ ਕੈਗ ਜਿਹੜੇ ਹੁੰਦੇ ਆ। ਸ਼੍ਰੀ ਵੀ ਨਰਹਰੀ ਰਾਓ ਭਾਰਤ ਦੇ ਪਹਿਲੇ ਜਿਹੜੇ ਕੈਗ ਹੈ ਉਹ ਸਨ ਨਰਹਰੀ ਰਾਓ। ਜੰਮੂ ਤੇ ਕਸ਼ਮੀਰ ਦੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਸਾਬਕਾ ਰਾਜਪਾਲ, ਠੀਕ ਹੈ ਜੀ, ਗਰੀਸ਼ ਚੰਦਰ ਮੁਰਮੂ GC ਮੁਰਮੂ ਭਾਰਤ ਦੇ ਮੌਜੂਦਾ ਜਿਹੜੇ ਕੈਗ ਹੈ, ਠੀਕ ਹੈ ਜੀ, ਉਹਨਾਂ ਨੇ 8 ਅਗਸਤ 2020 ਨੂੰ ਆਪਣਾ ਅਹੁਦਾ ਸੰਭਾਲਿਆ ਸੀ। ਉਹ ਭਾਰਤ ਦੇ 14ਵੇਂ ਕੈਗ ਹੈ। ਭਾਰਤ ਦੇ ਪਹਿਲੇ ਕੈਗ ਹੈ ਸ਼੍ਰੀ ਵੀ ਨਰਹਰੀ ਰਾਓ
ਤੇ ਮੌਜੂਦਾ ਜਿਹੜੇ ਕੈਗ ਹੈ ਉਹ ਜੀ ਸੀ ਮੁਰਮੂ, ਗਰੀਸ਼ ਚੰਦਰ ਮੁਰਮੂ ਹੈ ਤੇ 14ਵੇਂ ਕੈਗ ਹੈ। ਇਹ ਧਿਆਨ 'ਚ ਰੱਖ ਲੈਣਾ। ਨੋਟ ਕੀ ਕਰਨਾ ਹੈ, ਜਿਹੜਾ ਭਾਰਤੀ ਜਿਹੜਾ ਕੈਗ ਹੈ ਆਰਬੀਆਈ ਬੈਂਕ, ਠੀਕ ਹੈ, ਰਿਜ਼ਰਵ ਬੈਂਕ ਆਫ ਇੰਡੀਆ, LIC, SBI, FCI ਦਾ ਆਡਿਟ ਨਹੀਂ ਕਰਦਾ। ਇਹ ਧਿਆਨ 'ਚ ਰੱਖ ਲੈਣਾ। LIC, SBI ਤੇ FCI ਦਾ ਆਡਿਟ ਨਹੀਂ ਕਰਦਾ। ਤੇ ਕੈਗ ਹੋਰ ਵਿੱਤੀ ਜਿਹੜੇ ਸੈਕਟਰ ਹੈ ਜਿਵੇਂ ਸੇਬੀ, IRDA ਤੇ PFRDA ਇਹਦਾ ਆਡਿਟ ਕਰਦਾ ਜੀ, ਠੀਕ ਹੈ ਜੀ, ਇਹਨਾਂ ਦਾ ਆਡਿਟ ਕਰਦਾ ਹੈ, ਪਰ LIC, SBI, RBI ਤੇ FCI ਦਾ ਆਡਿਟ ਨਹੀਂ ਕਰਦਾ। ਇਹ ਨੋਟ ਕਰ ਲੈਣਾ, ਬਹੁਤ ਇੰਪੋਰਟੈਂਟ ਫੈਕਟ ਹੈ ਜੀ। ਹੂ ਇਜ਼ ਦੀ ਕਰੰਟ ਕੈਗ ਆਫ ਇੰਡੀਆ, ਮੌਜੂਦਾ ਕੈਗ ਕੌਣ ਹੈ? 14ਵਾਂ ਕੈਗ ਕੌਣ ਹੈ? ਜੀ ਸੀ ਮੁਰਮੂ, ਗਰੀਸ਼ ਚੰਦਰ ਮੁਰਮੂ, ਠੀਕ ਹੈ ਜੀ। ਪਹਿਲਾਂ ਇਹ ਜੰਮੂ ਕਸ਼ਮੀਰ ਦੇ ਜਿਹੜੇ ਰਾਜਪਾਲ ਹੁੰਦੇ ਸੀਗੇ, ਉਪ ਰਾਜਪਾਲ। ਹੂ ਅਮੰਗ ਦੀ ਫੋਲੋਇੰਗ ਵਾਸ ਦੀ ਫਸਟ ਕੈਗ ਆਫ ਇੰਡੀਆ, ਭਾਰਤ ਦਾ ਪਹਿਲਾ ਕੈਗ ਕੌਣ ਸੀ? ਇਹਨਾਂ 'ਚ ਦੱਸਣਾ। ਵੀ ਨਰਹਰੀ ਰਾਓ ਸੀਗਾ। ਵਿਚ ਆਫ ਦੀ ਫੋਲੋਇੰਗ ਕਾਰਪੋਰੇਸ਼ਨ ਇਜ਼ ਫੁੱਲੀ ਆਡਿਟਡ ਬਾਈ ਦੀ ਕੈਗ, ਦੱਸਣਾ ਹੈ ਵੀ ਪੂਰੀ ਤਰ੍ਹਾਂ ਕੈਗ ਦੁਆਰਾ ਆਡਿਟ ਕਿਹੜੇ ਕਾਰਪੋਰੇਸ਼ਨ ਦਾ ਕੀਤਾ ਜਾਂਦਾ ਹੈ? ਇਹ ਦੱਸਣਾ ਆਪਾਂ। RBI ਦਾ ਨਹੀਂ ਕੀਤਾ ਜਾਂਦਾ, LIC ਦਾ ਨਹੀਂ ਕੀਤਾ ਜਾਂਦਾ, SBI ਦਾ ਨਹੀਂ ਕੀਤਾ ਜਾਂਦਾ, 에ਅਰ ਇੰਡੀਆ ਦਾ ਜਿਹੜਾ ਹੈਗਾ ਆਡਿਟ ਹੈ ਜਿਹੜਾ ਉਹ ਕੈਗ ਦੁਆਰਾ ਕੀਤਾ ਜਾਂਦਾ। ਦੀ ਅਕਾਊਂਟਸ ਆਫ ਵਿਚ ਆਫ ਦੀ ਫੋਲੋਇੰਗ ਆਰ ਨਾਟ ਆਡਿਟ ਬਾਈ ਕੈਗ, ਦੱਸਣਾ ਹੈ ਵੀ ਕਿਹੜੇ ਖਾਤੇ ਕੈਗ ਦੁਆਰਾ ਆਡਿਟ ਨਹੀਂ ਕੀਤੇ ਜਾਂਦੇ? ਸੈਂਟਰਲ ਗਵਰਨਮੈਂਟ ਦੇ ਖਾਤੇ, ਚਾਹੇ ਉਹ ਕੰਸੋਲੀਡੇਟਡ ਫੰਡ ਹੋਵੇ, ਕੰਟੀਜੈਂਸੀ ਫੰਡ ਹੋਵੇ ਜਾਂ ਪਬਲਿਕ ਅਕਾਊਂਟ ਹੋਵੇ, ਠੀਕ ਹੈ ਜੀ। ਸਟੇਟ ਗਵਰਨਮੈਂਟ ਦੇ ਵੀ ਕੀਤੇ ਜਾਂਦੇ ਆ। ਗਵਰਨਮੈਂਟ ਕੰਪਨੀਆਂ ਜਿਹੜੇ ਕਿ ਆਪਣਾ ਜਿਹੜਾ ਵਿੱਤ ਦਾ ਪ੍ਰਬੰਧ ਹੈ ਉਹ ਸਰਕਾਰਾਂ ਤੋਂ ਕਰਵਾਉਂਦੀਆਂ, ਜਿਵੇਂ ਆਪਣੇ ਕੋਲ ਪੰਜਾਬ ਰਾਜ ਬਿਜਲੀ ਬੋਰਡ ਹੋ ਗਿਆ, ਪਨਗ੍ਰੇਨ ਪਨਸਪ ਹੋ ਗਿਆ, ਇਹ ਸਾਰੀਆਂ ਹੋ ਗਈਆਂ। ਮਿਊਨਿਸਪਲ ਇੰਸਟੀਟਿਊਸ਼ਨ ਇਹਦਾ ਜਿਹੜਾ ਹੈਗਾ ਆਡਿਟ ਕੈਗ ਨਹੀਂ ਕਰਦਾ, ਪਰ ਜੇ ਰਾਜਪਾਲ ਜਾਂ ਰਾਸ਼ਟਰਪਤੀ ਰਿਕਮੈਂਡੇਸ਼ਨ ਭੇਜਣੇ ਨੂੰ ਕੈਗ ਨੂੰ ਫਿਰ ਇਹ ਕਰੇਗਾ, ਅਦਰਵਾਈਜ਼ ਨਹੀਂ ਕਰਦਾ, ਠੀਕ ਹੈ ਜੀ। ਇਹਦਾ ਰਾਈਟ ਆਂਸਰ ਬਣੇਗਾ ਇਹ। ਲੋਕਲ ਬੋਡੀਜ਼ ਹੈ ਉਹ ਕੇਵਲ ਰਾਜਪਾਲ ਜਾਂ ਰਾਸ਼ਟਰਪਤੀ ਦੀ ਸਿਫਾਰਿਸ਼ ਤੇ ਹੀ ਕੈਗ ਦੁਆਰਾ ਆਡਿਟ ਕੀਤਾ ਜਾਂਦਾ। ਹਾਂਜੀ, ਅਗਲਾ ਟੌਪਿਕ ਹੈ ਆਪਣਾ ਅਟਾਰਨੀ ਜਨਰਲ, ਆਰਟੀਕਲ 76। ਜਾਣ ਪਹਿਚਾਣ ਕੁਝ। ਭਾਰਤ ਦਾ ਅਟਾਰਨੀ ਜਨਰਲ ਜਿਹੜਾ ਜਿਹਨੂੰ AG ਕਹਿ ਦਿੰਦੇ ਆ, ਇਹ ਕੇਂਦਰ ਦੀ ਕਾਰਜਕਾਰੀ ਸੰਸਥਾ ਦਾ ਇੱਕ ਹਿੱਸਾ ਹੈ, ਠੀਕ ਹੈ, ਧਿਆਨ ਰੱਖਣਾ। ਇਹ ਸੈਂਟਰ ਦੀ ਜਿਹੜੀ ਐਗਜ਼ੀਕਿਊਟਿਵ ਬੋਡੀ ਹੈ ਉਹਦਾ ਇੱਕ ਪਾਰਟ ਹੈ, ਕਿਉਂਕਿ ਇਹ ਆਰਟੀਕਲ 76 ਦੇ ਵਿੱਚ ਆਉਂਦਾ। ਜਿਹੜੇ ਆਰਟੀਕਲ 52 ਤੋਂ ਲੈ ਕੇ 78 ਤੱਕ, ਠੀਕ ਹੈ, ਜਿੰਨੇ ਵੀ ਇਹਦੇ ਵਿੱਚ ਉਹਦੇ ਆਉਂਦੇ ਆ ਉਹ ਸਾਰੀ ਸੈਂਟਰ ਗਵਰਨਮੈਂਟ ਦੀ ਐਗਜ਼ੀਕਿਊਟਿਵ ਬੋਡੀ ਦੇ ਜਿਹੜੇ ਭਾਗ ਹੈ, ਠੀਕ ਹੈ, ਚਾਹੇ ਰਾਸ਼ਟਰਪਤੀ ਹੋਵੇ, ਵਾਈਸ ਪ੍ਰੈਜ਼ੀਡੈਂਟ ਹੋਵੇ, ਪ੍ਰਾਈਮ ਮਿਨਿਸਟਰ ਹੋ ਗਿਆ, ਜਾਂ ਕੈਬਨਿਟ ਮਿਨਿਸਟਰ ਹੋ ਗਏ, ਜਾਂ ਆਰਟੀਕਲ 76 ਦੇ ਵਿੱਚ ਆਉਂਦਾ ਜੀ ਆਪਣੇ ਕੋਲ ਅਟਾਰਨੀ ਜਨਰਲ। ਇਹ ਸਾਰੇ ਦੇ ਸਾਰੇ ਜਿਹੜੇ ਸੈਂਟਰ ਦੀ ਐਗਜ਼ੀਕਿਊਟਿਵ ਬੋਡੀ ਦੇ ਜਿਹੜੇ ਪਾਰਟ ਹੈ। ਹਾਂਜੀ, ਇਹਦੀ ਅਪਾਇੰਟਮੈਂਟ ਦੀ ਗੱਲ ਕਰਦੇ ਹਾਂ ਜੀ ਆਪਾਂ। ਹਾਂਜੀ, ਇਸ ਤੋਂ ਪਹਿਲਾਂ ਇੱਕ ਇੰਪੋਰਟੈਂਟ ਫੈਕਟ ਜਿਹੜਾ ਰਹਿ ਗਿਆ ਆਪਣਾ, ਉਹ AG ਦੇਸ਼ ਦਾ ਸਭ ਤੋਂ ਉੱਚਾ ਕਾਨੂੰਨੀ ਅਧਿਕਾਰੀ ਹੈ, ਠੀਕ ਹੈ ਜੀ। ਸਭ ਤੋਂ ਵੱਡਾ ਜਿਹੜਾ ਲਾ ਆਫਿਸਰ ਹੈ ਉਹ ਹੁੰਦਾ ਜੀ ਆਪਣੇ ਕੋਲ AG, ਅਟਾਰਨੀ ਜਨਰਲ। ਅਟਾਰਨੀ ਜਨਰਲ ਦੀ ਜਿਹੜੀ ਨਿਯੁਕਤੀ ਹੈ ਉਹ ਸਰਕਾਰ ਦੀ ਸਲਾਹ, ਮੰਤਰੀ ਮੰਡਲ ਦੀ ਸਲਾਹ ਤੇ ਰਾਸ਼ਟਰਪਤੀ ਦੁਆਰਾ ਕੀਤੀ ਜਾਂਦੀ ਹੈ, ਠੀਕ ਹੈ। ਜਾਣੀ ਕਿ ਇਹਦੇ ਵਿੱਚ ਰਾਸ਼ਟਰਪਤੀ ਉਸੇ ਆਦਮੀ ਨੂੰ ਹੀ AG ਨਿਯੁਕਤ ਕਰਦਾ ਹੈ ਜਿਹਦੀ ਰਿਕਮੈਂਡੇਸ਼ਨ ਸਰਕਾਰ ਹੈ ਉਹ ਭੇਜਦੀ ਹੈ ਜੀ। AG ਬਣਨ ਦੀਆਂ ਯੋਗਤਾਵਾਂ ਕੀ ਹੈ? ਅਟਾਰਨੀ ਜਨਰਲ ਬਣਨ ਦੀਆਂ ਯੋਗਤਾਵਾਂ, ਭਾਰਤ ਦਾ ਨਾਗਰਿਕ ਹੋਵੇ, ਠੀਕ ਹੈ ਜੀ। ਉਹ ਅਜਿਹਾ ਵਿਅਕਤੀ ਹੋਣਾ ਚਾਹੀਦਾ ਜਿਹੜਾ ਸੁਪਰੀਮ ਕੋਰਟ ਦੇ ਜੱਜਾਂ ਨਿਯੁਕਤ ਕਰਨ ਦੇ ਲਾਇਕ ਜਾਂ ਯੋਗ ਹੋਵੇ। ਹਾਂਜੀ, ਉਸ ਕੋਲ ਹਾਈ ਕੋਰਟ ਦੇ ਜੱਜ ਦੇ ਤੌਰ ਤੇ 5 ਸਾਲ ਦਾ ਤਜਰਬਾ ਹੋਵੇ ਤੇ ਜਾਂ ਹਾਈ ਕੋਰਟ ਦੇ ਵਿੱਚ 10 ਸਾਲ ਦੀ ਵਕਾਲਤ ਦਾ ਤਜਰਬਾ ਹੋਵੇ, ਠੀਕ ਹੈ। ਤੇ ਰਾਸ਼ਟਰਪਤੀ ਦੀ ਦ੍ਰਿਸ਼ਟੀ ਦੇ ਵਿੱਚ ਉਹ ਨਿਆਂ ਦੇ ਸੰਬੰਧ ਵਿੱਚ ਇੱਕ ਉੱਚ ਸਮਰੱਥਾ ਵਾਲਾ ਵਿਅਕਤੀ ਹੋਵੇ, ਠੀਕ ਹੈ ਜੀ। ਆਹ ਜਿਹੜੀਆਂ ਤਿੰਨ ਜਿਹੜੀਆਂ ਯੋਗਤਾਵਾਂ, ਭਾਰਤ ਦਾ ਨਾਗਰਿਕ ਹੋਵੇ ਤੇ ਇਹਨਾਂ ਤਿੰਨਾਂ ਦੇ ਵਿੱਚੋਂ ਇੱਕ ਚੀਜ਼ ਹੋਵੇ, ਜਾਂ ਤਾਂ ਉਹ ਸੁਪਰੀਮ ਕੋਰਟ ਦੇ ਜੱਜ ਨਿਯੁਕਤ ਹੋਣ ਦੇ ਯੋਗ ਹੋਵੇ, ਠੀਕ ਹੈ ਜੀ, ਉਹ ਸਾਰੀਆਂ ਯੋਗਤਾਵਾਂ ਪੂਰੀਆਂ ਕਰਦਾ ਹੋਵੇ ਜਿਹੜਾ ਕਿ ਇੱਕ ਸੁਪਰੀਮ ਕੋਰਟ ਦੇ ਜੱਜ ਬਣਨ ਲਈ ਜ਼ਰੂਰੀ ਹੈ। ਹਾਈ ਕੋਰਟ ਦਾ 5 ਸਾਲ ਦਾ ਤਜਰਬਾ ਹੋਵੇ ਜਾਂ 10 ਸਾਲ ਦੀ ਉਹਦੇ ਕੋਲ ਵਕਾਲਤ ਹੋਵੇ। ਐਕਚੁਅਲ ਦੇ ਵਿੱਚ ਇਹ ਸਾਰੀਆਂ ਜਿਹੜੀਆਂ ਹਾਈ ਕੋਰਟ ਦੇ ਜੱਜ ਬਣਨ ਦੀਆਂ ਹੀ ਯੋਗਤਾਵਾਂ। ਉਹਦੇ ਦੀ ਮਿਆਦ ਸੰਵਿਧਾਨ ਦੇ ਵਿੱਚ ਉਹਦੀ ਮਿਆਦ ਦਾ ਕੋਈ ਵਰਣਨ ਨਹੀਂ ਕੀਤਾ ਗਿਆ, ਇਹਦਾ ਉਹਦਾ ਕਿੰਨਾ ਟਾਈਮ ਦਾ ਹੋਏਗਾ ਇਹਦੇ ਬਾਰੇ ਕੋਈ ਜ਼ਿਕਰ ਨਹੀਂ ਕੀਤਾ ਗਿਆ। ਵੈਰੀ ਵੈਰੀ ਇੰਪੋਰਟੈਂਟ ਫੈਕਟ ਹੈ, ਧਿਆਨ 'ਚ ਰੱਖਣਾ ਜੀ, ਠੀਕ ਹੈ ਜੀ। ਕਿਉਂਕਿ ਬਹੁਤੇ ਜਦੋਂ ਹੁੰਦਾ ਐਗਜ਼ਾਮ ਦੇ ਵਿੱਚ 5 ਸਾਲ ਲਗਾ ਜਾਂਦੇ ਆ, 5 ਈਅਰ ਲਗਾ ਜਾਂਦੇ ਆ, ਪਰ ਜਿਹੜਾ AG ਹੈ ਉਹਦੇ ਦੀ ਮਿਆਦ ਕੋਈ ਫਿਕਸ ਨਹੀਂ ਸੰਵਿਧਾਨ ਦੇ ਵਿੱਚ। ਹਟਾਉਣਾ ਜੀ ਇਹਨੂੰ, ਸੰਵਿਧਾਨ ਵਿੱਚ ਅਟਾਰਨੀ ਜਨਰਲ ਨੂੰ ਹਟਾਉਣ ਦੀ ਪ੍ਰਕਿਰਿਆ ਦਾ ਵੀ ਕੋਈ ਜ਼ਿਕਰ ਨਹੀਂ ਕੀਤਾ ਗਿਆ। ਇਹ ਰਾਸ਼ਟਰਪਤੀ ਦੀ ਖੁਸ਼ੀ ਤੱਕ ਹੀ ਆਪਣੇ ਅਹੁਦੇ ਤੇ ਬਣਿਆ ਰਹਿੰਦਾ ਹੈ। ਰਾਸ਼ਟਰਪਤੀ ਕਿਸੇ ਵੀ ਸਮੇਂ ਇਸ ਨੂੰ ਆਪਣੇ ਅਹੁਦੇ ਤੋਂ ਹਟਾ ਸਕਦਾ ਹੈ, ਠੀਕ ਹੈ ਜੀ। ਤੇ ਅਟਾਰਨੀ ਜਨਰਲ ਖੁਦ ਆਪ ਰਾਸ਼ਟਰਪਤੀ ਨੂੰ ਸੰਬੋਧਿਤ ਕਰਕੇ ਆਪਣਾ ਅਸਤੀਫਾ ਦੇ ਸਕਦਾ ਹੈ, ਠੀਕ ਹੈ ਜੀ। ਇਹ ਇੰਪੋਰਟੈਂਟ ਫੈਕਟ ਹੈ ਜਿਹੜੇ ਤੁਸੀਂ ਧਿਆਨ 'ਚ ਰੱਖਣੇ ਜੀ। ਅਟਾਰਨੀ ਜਨਰਲ ਦੀ ਨਿਯੁਕਤੀ ਲਈ ਜ਼ਰੂਰੀ ਯੋਗਤਾਵਾਂ ਕੀ ਹੈ? ਭਾਰਤ ਦਾ ਨਾਗਰਿਕ ਹੋਵੇ, ਬਿਲਕੁਲ ਸਹੀ ਹੈ। ਸੁਪਰੀਮ ਕੋਰਟ ਦਾ ਜੱਜ ਚੁਣੇ ਜਾਣ ਦੀ ਯੋਗਤਾ ਰੱਖਦਾ ਹੋਵੇ, ਵੀ ਬਿਲਕੁਲ ਠੀਕ ਹੈ। ਰਾਸ਼ਟਰਪਤੀ ਦੀ ਨਜ਼ਰ ਦੇ ਵਿੱਚ ਨਿਆਇਕ ਮਾਮਲਿਆਂ ਦੇ ਵਿੱਚ ਸਮਰੱਥ ਵਿਅਕਤੀ ਹੋਣਾ ਚਾਹੀਦਾ ਹੈ, ਵੀ ਬਿਲਕੁਲ ਸਹੀ ਹੈ। ਰਾਈਟ ਸਾਰੇ ਦੇ ਸਾਰੇ ਠੀਕ ਹੈ ਜੀ। ਇਹਦਾ ਆਨਸਰ ਬਣੇਗਾ 4। ਹੂ ਇਜ਼ ਦੀ ਹਾਈਐਸਟ ਲੀਗਲ ਆਫਿਸਰ ਆਫ ਦੀ ਯੂਨੀਅਨ ਗਵਰਨਮੈਂਟ ਆਫ ਇੰਡੀਆ, ਠੀਕ ਹੈ ਜੀ। ਭਾਰਤ ਸਰਕਾਰ, ਕੇਂਦਰ ਸਰਕਾਰ ਦਾ ਸਭ ਤੋਂ ਉੱਚ ਪੱਧਰ ਦਾ ਜਿਹੜਾ ਕਾਨੂੰਨੀ ਅਧਿਕਾਰੀ ਕੌਣ ਹੈ? ਉਹ ਅਟਾਰਨੀ ਜਨਰਲ ਆਫ ਇੰਡੀਆ ਜੀ, ਠੀਕ ਹੈ ਜੀ। ਅਟਾਰਨੀ ਆਫ ਦੀ ਇੰਡੀਆ ਸਬਮਿਟ ਹਿਜ਼ ਰੈਜ਼ਿਗਨੇਸ਼ਨ ਟੂ ਵਿਚ ਆਫ ਦੀ ਫੋਲੋਇੰਗ, ਜਿਹੜਾ ਅਟਾਰਨੀ ਜਨਰਲ ਹੈ ਉਹ ਆਪਣਾ ਰੈਜ਼ਿਗਨੇਸ਼ਨ ਕਿਸ ਨੂੰ ਸਬਮਿਟ ਕਰਦਾ ਹੈ? ਉਹ ਪ੍ਰੈਜ਼ੀਡੈਂਟ ਨੂੰ ਸਬਮਿਟ ਕਰਦਾ ਹੈ, ਕਿਉਂਕਿ ਇਹਦੀ ਨਿਯੁਕਤੀ ਪ੍ਰੈਜ਼ੀਡੈਂਟ ਦੁਆਰਾ ਕੀਤੀ ਜਾਂਦੀ ਹੈ ਤੇ ਹਮੇਸ਼ਾ ਅਪਾਇੰਟਿੰਗ ਅਥਾਰਟੀ ਨੂੰ ਹੀ ਅਸਤੀਫਾ ਜਿਹੜਾ ਉਹ ਸਬਮਿਟ ਕੀਤਾ ਜਾਂਦਾ ਹੈ, ਠੀਕ ਹੈ। ਕੰਸੀਡਰ ਦੀ ਫੋਲੋਇੰਗ ਸਟੇਟਮੈਂਟ ਹੈ ਉਹਨਾਂ ਦੇ ਵਿਚਾਰ ਕਰਨਾ ਆਪਾਂ। ਅਟਾਰਨੀ ਜਨਰਲ ਆਫ ਇੰਡੀਆ ਇਜ਼ ਦੀ ਇੰਡੀਅਨ ਗਵਰਨਮੈਂਟ ਚੀਫ ਲੀਗਲ ਐਡਵਾਈਜ਼ਰ। ਹਾਂਜੀ, ਬਿਲਕੁਲ ਸਹੀ ਹੈ। ਅਟਾਰਨੀ ਜਨਰਲ ਹੈ ਜਿਹੜਾ ਉਹ ਭਾਰਤ ਸਰਕਾਰ ਦਾ ਸਭ ਤੋਂ ਵੱਡਾ ਲੀਗਲ ਐਡਵਾਈਜ਼ਰ ਹੈ। ਸੈਲਰੀ ਆਫ ਦੀ ਅਟਾਰਨੀ ਜਨਰਲ ਇਜ਼ ਫਿਕਸਡ ਬਾਈ ਦੀ ਪਾਰਲੀਮੈਂਟ ਦੁਆਰਾ ਇਹਦੀ ਜਿਹੜੀ ਤਨਖਾਹ ਫਿਕਸ ਕੀਤੀ ਜਾਂਦੀ ਹੈ। ਅਟਾਰਨੀ ਜਨਰਲ ਇਜ਼ ਅਪਾਇੰਟਡ ਬਾਈ ਦੀ ਪ੍ਰੈਜ਼ੀਡੈਂਟ ਆਫ ਅੰਡਰ ਆਰਟੀਕਲ 76। ਆ ਬਿਲਕੁਲ ਰਾਈਟ ਹੈ। 76 ਆਰਟੀਕਲ ਦੇ ਤਹਿਤ ਪ੍ਰੈਜ਼ੀਡੈਂਟ ਦੁਆਰਾ ਅਟਾਰਨੀ ਜਨਰਲ ਦੀ ਜਿਹੜੀ ਹੈ ਅਪਾਇੰਟਮੈਂਟ ਕੀਤੀ ਜਾਂਦੀ ਹੈ। ਹਾਂਜੀ, ਗੱਲ ਆ ਰਹੀ ਹੈ ਸੈਲਰੀ ਹੈ ਜਿਹੜੀ ਅਟਾਰਨੀ ਜਨਰਲ ਦੀ ਉਹ ਪਾਰਲੀਮੈਂਟ ਦੁਆਰਾ ਫਿਕਸ ਨਹੀਂ ਕੀਤੀ ਜਾਂਦੀ, ਠੀਕ ਹੈ ਜੀ। ਇਹ ਧਿਆਨ 'ਚ ਰੱਖ ਲੈਣਾ। ਇਹਦਾ ਜਿਹੜਾ ਰਾਈਟ ਆਨਸਰ ਬਣ ਜਾਏਗਾ 1 and 3 ਆਰ ਰਾਈਟ, ਠੀਕ ਹੈ। ਇਹ ਦੱਸਣਾ ਸੀ ਕਿਹੜੇ ਕਰੈਕਟ ਸਟੇਟਮੈਂਟ ਹੈ ਜੀ। ਵਟ ਇਜ਼ ਦੀ ਟਰਮ ਆਫ ਅਟਾਰਨੀ ਜਨਰਲ ਆਫ ਇੰਡੀਆ? ਅਟਾਰਨੀ ਜਨਰਲ ਆਫ ਇੰਡੀਆ ਦੀ ਜਿਹੜੀ ਕਿੰਨਾ ਟਾਈਮ ਪੀਰੀਅਡ ਕਾਰਜਕਾਲ ਹੈ ਇਹ ਕੋਈ ਫਿਕਸ ਹੈ ਨਹੀਂਗਾ ਜੀ, ਇਹਦਾ ਨਨ ਆਏਗਾ ਜੀ। ਉਹ ਅਪਾਇੰਟਸ ਦੀ ਅਟਾਰਨੀ ਜਨਰਲ ਆਫ ਇੰਡੀਆ। ਕੌਣ ਅਟਾਰਨੀ ਜਨਰਲ ਦੀ ਨਿਯੁਕਤੀ ਕਰਦਾ ਹੈ ਦੱਸਣਾ ਆਪਾਂ। ਅਟਾਰਨੀ ਜਨਰਲ ਦੀ ਨਿਯੁਕਤੀ ਪ੍ਰੈਜ਼ੀਡੈਂਟ ਦੁਆਰਾ ਕੀਤੀ ਜਾਂਦੀ ਹੈ, ਕੈਬਨਿਟ ਮਿਨਿਸਟਰ ਜਿਹੜਾ ਹੈਗਾ ਕੈਬਨਿਟ ਦੀ ਸਿਫਾਰਿਸ਼ ਤੇ। ਇਹਦੇ ਵਿੱਚ ਆਰਟੀਕਲ ਆਫ ਦੀ ਕਨਸਟੀਟਿਊਸ਼ਨ ਆਫ ਇੰਡੀਆ ਦੀ ਆਫਿਸ ਆਫ ਅਟਾਰਨੀ ਜਨਰਲ ਫॉर ਇੰਡੀਆ ਪ੍ਰੋਵਾਈਡਡ, ਦੱਸਣਾ ਕਿਸ ਆਰਟੀਕਲ ਦੇ ਤਹਿਤ ਅਟਾਰਨੀ ਜਨਰਲ ਦਾ ਜਿਹੜਾ ਆਫਿਸ ਹੈ ਉਹਦੀ ਵਿਵਸਥਾ ਕੀਤੀ ਗਈ ਹੈ। ਆਰਟੀਕਲ 76 ਦੇ ਤਹਿਤ ਇਹਦੀ ਵਿਵਸਥਾ ਕੀਤੀ ਗਈ ਹੈ। ਹਾਂਜੀ, ਅਟਾਰਨੀ ਜਨਰਲ ਦੇ ਕੰਮ ਜਾਂ ਉਹਦੇ ਕੀ ਕਰਤੱਵ ਹੈ? ਹਾਂਜੀ, ਅਜਿਹੇ ਕਾਨੂੰਨ ਮਾਮਲਿਆਂ ਤੇ ਭਾਰਤ ਸਰਕਾਰ ਨੂੰ ਸਲਾਹ ਦੇਣਾ ਜੋ ਰਾਸ਼ਟਰਪਤੀ ਦੁਆਰਾ ਭੇਜੇ ਗਏ ਆ, ਠੀਕ ਹੈ ਜੀ। ਰਾਸ਼ਟਰਪਤੀ ਨੇ ਜੋ ਵੀ ਕਾਨੂੰਨ ਦੇ ਸੰਬੰਧ ਵਿੱਚ ਭੇਜੇ ਆ ਮੁੱਦੇ, ਉਹਨਾਂ ਦੇ ਸਲਾਹ ਦੇਣਾ ਅਟਾਰਨੀ ਜਨਰਲ ਦਾ ਮੁੱਖ ਕੰਮ ਹੈ। ਅਜਿਹੇ ਸਾਰੇ ਕੰਮਾਂ ਨੂੰ ਨਿਭਾਉਣਾ ਜੋ ਰਾਸ਼ਟਰਪਤੀ ਦੁਆਰਾ ਉਸ ਨੂੰ ਕਾਨੂੰਨੀ ਤੌਰ ਤੇ ਸੌਂਪੇ ਗਏ ਆ, ਠੀਕ ਹੈ। ਰਾਸ਼ਟਰਪਤੀ ਨੇ ਜੋ ਵੀ ਕੰਮ ਸੌਂਪੇ ਉਹਨੂੰ ਨਿਭਾਉਣਾ
ਭਾਰਤ ਸਰਕਾਰ ਨਾਲ ਸੰਬੰਧਿਤ ਸਾਰੇ ਮਾਮਲਿਆਂ ਦੇ ਵਿੱਚ ਭਾਰਤ ਸਰਕਾਰ ਦੀ ਤਰਫੋਂ ਸੁਪਰੀਮ ਕੋਰਟ ਜਾਂ ਕਿਸੇ ਵੀ ਹਾਈ ਕੋਰਟ ਦੇ ਵਿੱਚ ਪੇਸ਼ ਹੋਣਾ। ਠੀਕ ਹੈ ਜੀ, ਵੀ ਉਹ ਸਾਰੇ ਮਾਮਲੇ ਜਿਹਦੇ ਵਿੱਚ ਇੱਕ ਧਿਰ ਭਾਰਤ ਸਰਕਾਰ ਹੈ ਤਾਂ ਉਹ ਸਾਰੇ ਕੇਸ ਆ ਜਿਹੜੇ ਅਟਾਰਨੀ ਜਨਰਲ ਦੁਆਰਾ ਲੜੇ ਜਾਂਦੇ ਆ। ਸੰਵਿਧਾਨ ਦੀ ਧਾਰਾ 143 ਜਿਹਦੇ ਤਹਿਤ ਹੈ ਜਿਹੜਾ ਦੇਸ਼ ਦਾ ਰਾਸ਼ਟਰਪਤੀ ਕਿਸੇ ਕਾਨੂੰਨ ਵਿਸ਼ੇ ਦੇ ਸੰਬੰਧ ਵਿੱਚ ਸੁਪਰੀਮ ਕੋਰਟ ਦੇ 5 ਜੱਜਾਂ ਤੋਂ ਸਲਾਹ ਲੈ ਸਕਦਾ ਹੈ। ਠੀਕ ਹੈ, ਉਹਦੇ ਤਹਿਤ ਵੀ ਰਾਸ਼ਟਰਪਤੀ ਉਹਦੇ ਸੰਬੰਧ ਵਿੱਚ ਵੀ ਇਹ ਅਦਾਲਤ ਦੇ ਵਿੱਚ ਜਦੋਂ 5 ਜੱਜਾਂ ਦਾ ਬੈਂਚ ਹੈ ਉਹ ਆਪਣੀ ਸਲਾਹ ਦਿੰਦਾ ਹੈ, ਉਦੋਂ ਵੀ ਭਾਰਤ ਸਰਕਾਰ ਦੀ ਪ੍ਰਤੀਨਿਧਤਾ ਕਰਦਾ ਹੈ। ਠੀਕ ਹੈ, ਅਟਾਰਨੀ ਜਨਰਲ ਸੰਵਿਧਾਨ ਜਾਂ ਕਾਨੂੰਨ ਦੁਆਰਾ ਉਸ ਨੂੰ ਸੌਂਪੇ ਗਏ ਕਾਰਜਾਂ ਨੂੰ ਨਿਭਾਉਣਾ, ਜਿਹੜੇ ਕੰਮ ਉਸ ਨੂੰ ਸੰਵਿਧਾਨ ਵਿੱਚ ਸੌਂਪੇ ਗਏ ਆ ਉਹਨਾਂ ਨੂੰ ਨਿਭਾਉਣਾ, ਉਹ ਵੀ ਉਹਦਾ ਕੰਮ ਹੈ ਜੀ। ਠੀਕ ਹੈ ਜੀ, ਸੰਵਿਧਾਨ ਦੇ ਆਰਟੀਕਲ 143 ਦੇ ਤਹਿਤ ਰਾਸ਼ਟਰਪਤੀ ਦੁਆਰਾ ਸੁਪਰੀਮ ਕੋਰਟ ਵਿੱਚ ਕੀਤੇ ਗਏ ਕਿਸੇ ਵੀ ਸੰਦਰਭ ਦੇ ਵਿੱਚ ਹੇਠਾਂ ਦਿੱਤਿਆਂ ਵਿੱਚੋਂ ਕੌਣ ਭਾਰਤ ਸਰਕਾਰ ਦਾ ਪ੍ਰਤੀਨਿਧਤਵ ਕਰੇਗਾ? ਠੀਕ ਹੈ ਜੀ, ਇਹ ਕਰੇਗਾ ਅਟਾਰਨੀ ਜਨਰਲ। ਠੀਕ ਹੈ ਜੀ, ਅਟਾਰਨੀ ਜਨਰਲ ਨਨ ਆਏਗਾ, ਇਹਦੇ ਵਿੱਚ ਅਟਾਰਨੀ ਜਨਰਲ ਦੀ ਆਪਸ਼ਨ ਨਹੀਂ ਹੈ। ਠੀਕ ਹੈ ਜੀ, ਧਿਆਨ ਰੱਖਣਾ ਹੈ 143 ਦੇ ਤਹਿਤ ਜਦੋਂ ਰਾਸ਼ਟਰਪਤੀ 5 ਜੱਜਾਂ ਦੇ ਬੈਂਚ ਤੋਂ ਸਲਾਹ ਲੈਂਦਾ ਹੈ ਤਾਂ ਉਸ ਸਮੇਂ ਭਾਰਤ ਸਰਕਾਰ ਦੀ ਕੋਰਟ ਦੇ ਵਿੱਚ ਪ੍ਰਤੀਨਿਧਤਾ ਕਰਦਾ ਹੈ ਅਟਾਰਨੀ ਜਨਰਲ। Which of the following appears on the behalf of the government of India in all cases in Supreme Court in which the government of India is considered? ਹਾਂਜੀ, ਉਹ ਸਾਰੇ ਕੇਸ ਜਿਹਦੇ ਵਿੱਚ ਭਾਰਤ ਸਰਕਾਰ ਹੈ ਜਿਹੜਾ ਇੱਕ ਧਿਰ ਹੈ, ਉਹਨਾਂ ਸਾਰੇ ਕੇਸਾਂ ਨੂੰ ਕੌਣ ਅਪੀਅਰ ਹੁੰਦਾ ਹੈ ਭਾਰਤ ਸਰਕਾਰ ਦੇ ਬਿਹਾਫ ਤੇ? ਉਹ ਅਟਾਰਨੀ ਜਨਰਲ ਅਪੀਅਰ ਹੁੰਦਾ ਕੋਰਟ ਦੇ ਵਿੱਚ, ਸੁਪਰੀਮ ਕੋਰਟ ਵਿੱਚ। ਹਾਂਜੀ, ਕੁਝ ਅਧਿਕਾਰ ਤੇ ਸੀਮਾਵਾਂ ਕਿਹੜੇ ਅਧਿਕਾਰ ਇਹਦੀ ਪ੍ਰਾਪਤ ਹੈ ਜਾਂ ਕਿਹੜੀਆਂ ਦੀਆਂ ਲਿਮਿਟੇਸ਼ਨਸ ਹੈ, ਇਹ ਸਭ ਤੋਂ ਜ਼ਿਆਦਾ ਇੰਪੋਰਟੈਂਟ ਹੈ ਇਸ ਪਾਰਟ ਦੇ ਵਿੱਚ। ਹਾਂਜੀ, ਇਸ ਨੂੰ ਸੰਸਦ ਦੇ ਦੋਹਾਂ ਸਦਨਾਂ ਜਾਂ ਸਾਂਝੀ ਬੈਠਕ ਦੇ ਵਿੱਚ ਬੋਲਣ ਜਾਂ ਹਿੱਸਾ ਲੈਣ ਦਾ ਅਧਿਕਾਰ ਹੈ, ਯਾਨੀ ਕਿ ਸੰਸਦ ਦੀਆਂ ਕਾਰਵਾਈਆਂ ਦੇ ਵਿੱਚ ਪ੍ਰੋਸੀਡਿੰਗ ਦੇ ਵਿੱਚ ਪਾਰਟਿਸਿਪੇਟ ਕਰ ਸਕਦਾ ਹੈ। ਸੰਸਦ ਦੀ ਕਿਸੇ ਵੀ ਕਮੇਟੀ ਦੇ ਵਿੱਚ ਇਸ ਨੂੰ ਐਜ਼ ਅ ਮੈਂਬਰ ਅਪਾਇੰਟ ਕੀਤਾ ਜਾ ਸਕਦਾ ਹੈ। ਇਸ ਨੂੰ ਉਹ ਸਾਰੇ ਵਿਸ਼ੇਸ਼ ਅਧਿਕਾਰ ਤੇ ਛੋਟਾਂ ਦਾ ਹੀ ਹੱਕਦਾਰ ਹੈ ਜੋ ਇੱਕ ਸੰਸਦ ਦੇ ਮੈਂਬਰ ਨੂੰ ਮਿਲਦੇ ਆ। ਠੀਕ ਹੈ ਜੀ, ਪਰ ਨੋਟ ਕੀ ਕਰਨਾ ਹੈ, ਜਿਹੜੇ ਸੰਸਦ ਦੇ ਮੈਂਬਰ ਉਹਨਾਂ ਨੂੰ ਤਾਂ VOTING ਦਾ ਵੀ ਅਧਿਕਾਰ ਹੈ, ਪਰ ਇਹਨੂੰ VOTING ਪ੍ਰਕਿਰਿਆ ਵਿੱਚ ਹਿੱਸਾ ਲੈਣ ਦਾ ਅਧਿਕਾਰ ਨਹੀਂ। ਠੀਕ ਹੈ, ਇਹ ਵੋਟ ਨਹੀਂ ਪਾ ਸਕਦਾ। ਠੀਕ ਹੈ, ਬਾਕੀ ਸਾਰੇ ਅਧਿਕਾਰ ਸੰਸਦ ਦੇ ਮੈਂਬਰ ਵਾਲੇ ਇਹਨਾਂ ਨੂੰ ਪ੍ਰਾਪਤ ਹੁੰਦੇ ਆ ਅਟਾਰਨੀ ਜਨਰਲ ਨੂੰ। ਇਹ ਭਾਰਤ ਸਰਕਾਰ ਦੇ ਖਿਲਾਫ ਕਿਸੇ ਵੀ ਮਾਮਲੇ ਦੇ ਵਿੱਚ ਸਲਾਹ ਨਹੀਂ ਦੇ ਸਕਦਾ। ਠੀਕ ਹੈ, ਮੰਨ ਲਓ ਭਾਰਤ ਸਰਕਾਰ ਦੇ ਵਿਰੁੱਧ ਕੋਈ ਕੇਸ ਲੱਗਿਆ ਤਾਂ ਇਹ ਕਿਸੇ ਵਿਅਕਤੀ ਜਾਂ ਕਿਸੇ ਸੰਸਥਾ ਨੂੰ ਸਲਾਹ ਨਹੀਂ ਦੇ ਸਕਦਾ ਭਾਰਤ ਸਰਕਾਰ ਦੇ ਖਿਲਾਫ। ਭਾਰਤ ਸਰਕਾਰ ਦੀ ਆਗਿਆ ਤੋਂ ਬਿਨਾਂ ਕਿਸੇ ਵੀ ਕੰਪਨੀ ਦਾ ਨਿਰਦੇਸ਼ਕ ਨਹੀਂ ਬਣ ਸਕਦਾ। ਸਰਕਾਰੀ ਕਰਮਚਾਰੀਆਂ ਦੀ ਸ਼੍ਰੇਣੀ ਦੇ ਵਿੱਚ ਇਹ ਨਹੀਂ ਹੁੰਦਾ, ਇਸ ਲਈ ਇਹ ਆਪਣੀ ਜਿਹੜੀ ਪ੍ਰਾਈਵੇਟ ਵਕਾਲਤ ਕਰਨ ਤੋਂ ਇਸ ਨੂੰ ਨਹੀਂ ਰੋਕਿਆ ਜਾ ਸਕਦਾ। ਹੁਣ ਧਿਆਨ ਕੀ ਦੇਣਾ? ਧਿਆਨ ਇਹ ਦੇਣਾ ਵੀ ਜਦੋਂ ਤੱਕ ਇਹ ਅਟਾਰਨੀ ਜਨਰਲ ਦੇ ਅਹੁਦੇ ਤੇ ਬਣਿਆ ਹੋਇਆ ਤਦ ਤੱਕ ਇਹ ਭਾਰਤ ਸਰਕਾਰ ਦੇ ਖਿਲਾਫ ਤਾਂ ਇਹਨੇ ਕੋਈ ਕੰਮ ਕਰਨਾ ਨਹੀਂ, ਪਰ ਉਸ ਤੋਂ ਬਾਅਦ ਵੀ ਇਹ ਭਾਰਤ ਸਰਕਾਰ ਦੇ ਖਿਲਾਫ ਨਹੀਂ ਕੋਈ ਕਰ ਸਕਦਾ ਕੰਮ, ਕਿਉਂਕਿ ਇਹ ਭਾਰਤ ਸਰਕਾਰ ਦਾ ਵਕੀਲ ਦੇ ਤੌਰ ਤੇ ਇਹਨੇ ਸਾਰੀਆਂ ਫਾਈਲਾਂ ਦੀਆਂ ਟੱਪੀਆਂ, ਸਾਰੇ ਜਿਹੜੇ ਫਾਈਲਾਂ ਦੇ ਵਿੱਚ ਜਿਹੜੇ ਲੂਜ਼ ਪੁਆਇੰਟ ਇਹਨੂੰ ਪਤਾ ਹੈ। ਇਸ ਕਰਕੇ ਭਾਰਤ ਸਰਕਾਰ ਦੇ ਖਿਲਾਫ ਹੈ ਕੋਈ ਵੀ ਕਿਸੇ ਵੀ ਵਿਅਕਤੀ ਨੂੰ ਜਦੋਂ ਵੀ ਇਹਨੇ ਅਹੁਦਾ ਸੰਭਾਲਿਆ ਉਸ ਤੋਂ ਬਾਅਦ ਜਾਂ ਉਹਦੇ ਦੇ ਦੌਰਾਨ ਕੋਈ ਵੀ ਸਲਾਹ ਨਹੀਂ ਦੇ ਸਕਦਾ। ਠੀਕ ਹੈ ਜੀ, ਧਿਆਨ ਰੱਖਣਾ। ਭਾਰਤ ਦੇ ਸੋਲਿਸਿਟਰ ਜਨਰਲ ਤੇ ਭਾਰਤ ਦੇ ਐਡੀਸ਼ਨਲ ਸੋਲਿਸਿਟਰ ਜਨਰਲ, ਠੀਕ ਹੈ ਜੀ, ਅਟਾਰਨੀ ਜਨਰਲ ਦੀ ਸਰਕਾਰੀ ਡਿਊਟੀ ਵਿੱਚ ਸਹਾਇਤਾ ਕਰਦੇ ਆ। ਠੀਕ ਹੈ, ਧਿਆਨ ਰੱਖਣਾ ਕਿਹੜੇ ਭਾਰਤ ਦਾ ਸੋਲਿਸਿਟਰ ਜਨਰਲ ਤੇ ਐਡੀਸ਼ਨਲ ਸੋਲਿਸਿਟਰ ਜਨਰਲ, ਯਾਨੀ ਕਿ ਦੋ ਜਣੇ ਦੀ ਸਹਾਇਤਾ ਕਰਦੇ ਆ, ਸੋਲਿਸਿਟਰ ਜਨਰਲ ਤੇ ਐਡੀਸ਼ਨਲ ਸੋਲਿਸਿਟਰ ਜਨਰਲ। ਐਡਵੋਕੇਟ ਜਨਰਲ ਹੈ ਜਿਹੜਾ ਇਹ ਰਾਜ ਸਰਕਾਰ ਦਾ ਸਭ ਤੋਂ ਵੱਡਾ ਜਿਹੜਾ ਵਕੀਲ ਹੁੰਦਾ ਹੈ, ਕਾਨੂੰਨੀ ਅਧਿਕਾਰੀ ਹੁੰਦਾ ਹੈ। ਆਰਟੀਕਲ 165 ਦੇ ਤਹਿਤ ਇਹਦਾ ਇਸ ਅਹੁਦੇ ਦੀ ਵਿਵਸਥਾ ਕੀਤੀ ਗਈ ਹੈ। ਕੇਂਦਰ ਸਰਕਾਰ ਨੇ ਕੇ ਵੇਣੂਗੋਪਾਲ ਨੂੰ ਭਾਰਤ ਦਾ 15ਵਾਂ ਜਿਹੜਾ ਏਜੀ ਨਿਯੁਕਤ ਕੀਤਾ ਸੀ 2017 ਦੇ ਵਿੱਚ। ਇਸ ਤੋਂ ਪਹਿਲਾਂ ਮੁਕਲ ਰੋਹਤਗੀ ਸੀਗਾ। ਠੀਕ ਹੈ ਜੀ, ਭਾਰਤ ਦੇ ਪਹਿਲੇ ਜਿਹੜੇ ਅਟਾਰਨੀ ਜਨਰਲ ਜਿਹੜੇ ਉਹ MC ਸੇਤਲਵਾੜ, ਇਹ ਯਾਦ ਰੱਖ ਲੈਣਾ, ਪਹਿਲੇ MC ਸੇਤਲਵਾੜ ਸੀ। ਸਭ ਤੋਂ ਲੰਬਾ ਸਮਾਂ ਉਹਨਾਂ ਨੇ ਏਜੀ ਕੰਮ ਕੀਤਾ, ਲਗਭਗ 15 ਸਾਲ ਦੇ ਲਈ। ਠੀਕ ਹੈ ਜੀ, ਤੇ ਸਭ ਤੋਂ ਘੱਟ ਏਜੀ ਦੇ ਤੌਰ ਤੇ ਕੰਮ ਕਰਨ ਵਾਲੇ ਆ ਉਹ ਸੋਲੀ ਸੋਰਾਬਜੀ ਹੈ, ਭਾਵੇਂ ਕਿ ਉਹ 2 ਵਾਰ ਇਸ ਅਹੁਦੇ ਤੇ ਰਹਿ ਚੁੱਕੇ ਆ। ਠੀਕ ਹੈ ਜੀ, ਇਹ ਧਿਆਨ ਰੱਖਣਾ ਸਭ ਤੋਂ ਇੰਪੋਰਟੈਂਟ ਫੈਕਟ ਹੈ। ਹਾਂਜੀ, ਕੰਸੀਡਰ ਦੀ ਫੋਲੋਇੰਗ ਸਟੇਟਮੈਂਟ, ਹੇਠਾਂ ਦਿੱਤੀਆਂ ਸਟੇਟਮੈਂਟ ਨੂੰ ਕੰਸੀਡਰ ਕਰਨਾ ਤੇ ਦੱਸਣਾ ਕਿਹੜੀ ਸਟੇਟਮੈਂਟ ਠੀਕ ਹੈ। ਅਟਾਰਨੀ ਜਨਰਲ ਮਸਟ ਬੀ ਅ ਪਰਸਨ ਕੁਆਲੀਫਾਈਡ ਟੂ ਬੀ ਅਪਾਇੰਟਡ ਐਜ਼ ਅ ਜੱਜ ਆਫ ਸੁਪਰੀਮ ਕੋਰਟ, ਸੁਪਰੀਮ ਕੋਰਟ ਦੇ ਜੱਜ ਬਣਨ ਦੀ ਯੋਗਤਾ ਰੱਖਦਾ ਹੋਵੇ, ਬਿਲਕੁਲ ਰਾਈਟ ਆਨਸਰ ਹੈ। ਇਨ ਡਿਸਚਾਰਜ ਆਫ ਹਿਸ ਡਿਊਟੀਜ਼, ਆਪਣੀਆਂ ਡਿਊਟੀਆਂ ਦੇ ਨਿਰਵਾਹ ਦੇ ਵਿੱਚ ਅਟਾਰਨੀ ਜਨਰਲ ਇਜ਼ ਅਸਿਸਟਡ ਬਾਈ 4 ਸੋਲਿਸਿਟਰ ਜਨਰਲ, 4 ਸੋਲਿਸਿਟਰ ਜਨਰਲ ਦੁਆਰਾ ਇਹਦੀ ਸਹਾਇਤਾ ਕੀਤੀ ਜਾਂਦੀ। ਬਿਲਕੁਲ ਗਲਤ ਹੈ ਜੀ, ਇੱਕ ਸੋਲਿਸਿਟਰ ਜਨਰਲ ਹੁੰਦਾ ਹੈ ਤੇ ਇੱਕ ਐਡੀਸ਼ਨਲ ਸੋਲਿਸਿਟਰ ਜਨਰਲ ਹੁੰਦਾ ਹੈ, ਉਹ ਸਹਾਇਤਾ ਲਈ ਹੁੰਦੇ ਨੇ। ਇਹਦਾ ਮਤਲਬ ਰਾਈਟ ਆਨਸਰ ਬਣ ਜਾਏਗਾ ਆਪਣੇ ਕੋਲ A। ਕੰਸੀਡਰ ਦੀ ਫੋਲੋਇੰਗ ਸਟੇਟਮੈਂਟ ਅਬਾਊਟ ਦੀ ਡਿਊਟੀਜ਼ ਦੇ ਸੰਬੰਧ ਵਿੱਚ ਅਟਾਰਨੀ ਜਨਰਲ ਦੀਆਂ ਡਿਊਟੀਜ਼ ਦੇ ਸੰਬੰਧ ਵਿੱਚ ਦੱਸਣਾ ਹੈ ਵੀ ਵਿਚ ਸਟੇਟਮੈਂਟਸ ਆਰ ਕਰੈਕਟ, ਕਿਹੜੀਆਂ ਸਟੇਟਮੈਂਟਸ ਠੀਕ ਹਨ। ਟੂ ਗਿਵ ਐਡਵਾਈਸ ਦੀ ਗਵਰਨਮੈਂਟ ਆਫ ਇੰਡੀਆ, ਭਾਰਤ ਸਰਕਾਰ ਨੂੰ ਸਲਾਹ ਦੇਣਾ ਅਪੌਨ ਸੱਚ ਲੀਗਲ ਮੈਟਰਸ, ਅਜਿਹੇ ਕਾਨੂੰਨੀ ਮਾਮਲਿਆਂ ਦੇ ਵਿੱਚ। ਟੂ ਪਰਫਾਰਮ ਸੱਚ ਅਦਰ ਡਿਊਟੀਜ਼ ਆਫ ਲੀਗਲ ਕਰੈਕਟਰਸ ਐਜ਼ ਮੇ ਬੀ ਰੈਫਰਡ ਔਰ ਅਸਾਈਨ ਟੂ ਹਿਮ ਬਾਈ ਦੀ ਪ੍ਰੈਜ਼ੀਡੈਂਟ, ਜਿਹੜੇ ਕਿ ਪ੍ਰੈਜ਼ੀਡੈਂਟ ਦੁਆਰਾ ਉਸ ਨੂੰ ਡਿਊਟੀਆਂ ਸੌਂਪੀਆਂ ਗਈਆਂ ਹਨ, ਉਹਦੇ ਸੰਬੰਧ ਦੇ ਵਿੱਚ ਭਾਰਤ ਸਰਕਾਰ ਨੂੰ ਕੁਝ ਸਲਾਹ ਦੇਣਾ ਕਾਨੂੰਨੀ ਮਾਮਲਿਆਂ ਦੇ ਵਿੱਚ ਬਿਲਕੁਲ ਸਹੀ ਹੈ ਜੀ, ਇਹਦਾ ਮੁੱਖ ਕੰਮ ਹੀ ਇਹੀ ਹੈ। ਟੂ ਗਿਵ ਐਡਵਾਈਸ ਦੀ ਗਵਰਨਮੈਂਟ ਆਫ ਐਨੀ ਸਟੇਟ, ਕਿਸੇ ਵੀ ਸਟੇਟ ਨੂੰ ਕਹਿੰਦੇ ਐਡਵਾਈਸ ਦੇਣਾ, ਇਹ ਇਹਦਾ ਕੰਮ ਨਹੀਂ ਗਾ, ਇਹ ਤਾਂ ਸਿਰਫ ਭਾਰਤ ਸਰਕਾਰ ਦਾ ਵਕੀਲ ਹੈ। ਠੀਕ ਹੈ ਜੀ, ਉਹ ਐਡਵੋਕੇਟ ਜਨਰਲ ਹੁੰਦਾ ਹੈ ਸੈਂਟਰ ਗਵਰਨਮੈਂਟ ਦਾ, ਉਹ ਉਹਦਾ ਕੰਮ ਹੈ ਜੀ। ਇਹਦਾ ਰਾਈਟ ਆਨਸਰ ਬਣ ਜਾਏਗਾ ਜੀ ਫਿਰ 1। ਕੰਸੀਡਰ ਦੀ ਫੋਲੋਇੰਗ ਸਟੇਟਮੈਂਟ ਵਿਦ ਰਿਸਪੈਕਟ ਟੂ ਦੀ ਅਟਾਰਨੀ ਜਨਰਲ ਆਫ ਇੰਡੀਆ, ਚੂਜ਼ ਦੀ ਇਨਕਰੈਕਟ ਸਟੇਟਮੈਂਟ। ਕਹਿੰਦੇ ਅਟਾਰਨੀ ਜਨਰਲ ਦੇ ਸੰਬੰਧ ਦੇ ਵਿੱਚ ਜਿਹੜੀਆਂ ਸਟੇਟਮੈਂਟ ਹੈ ਉਹਨਾਂ ਨੂੰ ਆਪਾਂ ਕੰਸੀਡਰ ਕਰਨਾ ਹੈ ਤੇ ਜਿਹੜੀ ਗਲਤ ਹੈ ਉਹ ਦੱਸਣੀ ਹੈ। ਹੀ ਇਜ਼ ਨਾਟ ਅ ਮੈਂਬਰ ਆਫ ਦੀ ਸੈਂਟਰਲ ਕੈਬਨਿਟ ਦਾ ਇਹ ਮੈਂਬਰ ਨਹੀਂ ਹੁੰਦਾ, ਬਿਲਕੁਲ ਰਾਈਟ ਹੈ ਜੀ। ਹੀ ਇਜ਼ ਨਾਟ ਡੀਬਾਰਡ ਫਰੋਮ ਪ੍ਰਾਈਵੇਟ ਲੀਗਲ ਪ੍ਰੈਕਟਿਸ, ਇਸ ਨੂੰ ਪ੍ਰਾਈਵੇਟ ਲੀਗਲ ਪ੍ਰੈਕਟਿਸ ਤੋਂ ਵਾਂਝਾ ਨਹੀਂ ਕੀਤਾ ਜਾ ਸਕਦਾ, ਬਿਲਕੁਲ ਸਹੀ ਕਾਰਨ ਹੈ ਵੀ ਇਹ ਕੋਈ ਸਰਕਾਰੀ ਅਫਸਰ ਨਹੀਂ। ਹੀ ਇਜ਼ ਨਾਟ ਐਲੀਜੀਬਲ ਟੂ ਵੋਟ ਇਨ ਦੀ ਪਾਰਲੀਮੈਂਟ ਦੇ ਵਿੱਚ ਵੋਟ ਪਾਉਣ ਦਾ ਇਹਨੂੰ ਅਧਿਕਾਰ ਨਹੀਂ, ਇਹ ਵੀ ਬਿਲਕੁਲ ਰਾਈਟ ਹੈ ਜੀ। ਹੀ ਇਜ਼ ਨਾਟ ਅ ਪਾਰਟ ਆਫ ਯੂਨੀਅਨ ਐਗਜ਼ੀਕਿਊਟਿਵ, ਇਹ ਕੇਂਦਰੀ ਕਾਰਜਕਾਰੀ ਜਿਹੜੀ ਹੈਗੀ ਹੈ ਵਿਵਸਥਾ ਉਹਦਾ ਭਾਗ ਨਹੀਂ, ਇਹ ਗਲਤ ਹੋ ਗਿਆ ਜੀ, ਕਿਉਂਕਿ ਇਹਦੀ ਵਿਵਸਥਾ ਆਰਟੀਕਲ 76 ਦੇ ਵਿੱਚ ਕੀਤੀ ਗਈ ਹੈ ਤੇ ਆਰਟੀਕਲ 52 ਤੋਂ ਲੈ ਕੇ 78 ਤੱਕ। ਠੀਕ ਹੈ ਜੀ, ਸਾਰੇ ਦੇ ਸਾਰੇ ਜਿਹੜੇ ਹੈਗੇ ਆ ਉਹ ਯੂਨੀਅਨ ਐਗਜ਼ੀਕਿਊਟਿਵ ਦਾ ਪਾਰਟ ਹੈ। ਅਟਾਰਨੀ ਜਨਰਲ ਆਫ ਇੰਡੀਆ ਕੈਨ, ਦੱਸਣਾ ਹੈ ਭਾਰਤ ਦਾ ਜਿਹੜਾ ਅਟਾਰਨੀ ਜਨਰਲ ਉਹ ਕੀ ਕਰ ਸਕਦਾ। ਟੇਕ ਪਾਰਟ ਇਨ ਦੀ ਪ੍ਰੋਸੀਡਿੰਗ ਆਫ ਦੀ ਲੋਕ ਸਭਾ ਦੀਆਂ ਕਾਰਵਾਈਆਂ 'ਚ ਭਾਗ ਲੈ ਸਕਦਾ ਹੈ। ਬੀ ਆ ਮੈਂਬਰ ਆਫ ਕਮੇਟੀ ਆਫ ਦੀ ਲੋਕ ਸਭਾ ਦੀ ਕਮੇਟੀ ਦਾ ਮੈਂਬਰ ਬਣ ਸਕਦਾ ਹੈ। ਸਪੀਕ ਇਨ ਦੀ ਲੋਕ ਸਭਾ ਦੇ ਵਿੱਚ ਉਹ ਬੋਲ ਸਕਦਾ ਹੈ। ਵੋਟ ਇਨ ਦੀ ਲੋਕ ਸਭਾ ਦੇ ਵਿੱਚ ਵੋਟ ਪਾ ਸਕਦਾ ਹੈ, ਇਹ ਗਲਤ ਹੋ ਗਿਆ ਜੀ। ਹੁਣ ਵਿਚ ਆਫ ਦੀ ਸਟੇਟਮੈਂਟ ਗਿਵਨ ਅਬਵ ਇਜ਼ ਕਰੈਕਟ ਕਿਹੜੇ ਹੈ ਜੀ, 1, 2 ਐਂਡ 3 ਆਰ ਕਰੈਕਟ। ਠੀਕ ਹੈ ਜੀ, ਧਿਆਨ ਰੱਖ ਲੈਣਾ। ਵਿਚ 1 ਇਜ਼ ਨਾਟ ਟਰੂ ਅਬਾਊਟ ਦੀ ਅਟਾਰਨੀ ਜਨਰਲ ਆਫ ਇੰਡੀਆ, ਭਾਰਤ ਦੇ ਅਟਾਰਨੀ ਜਨਰਲ ਦੇ ਸੰਬੰਧ ਵਿੱਚ ਕੀ ਸੱਚ ਨਹੀਂ ਹੈ।
ਹੀ ਇਜ਼ ਦੀ ਲੀਗਲ ਐਡਵਾਈਜ਼ਰ ਆਫ ਦੀ ਗਵਰਨਮੈਂਟ ਆਫ ਇੰਡੀਆ। ਭਾਰਤ ਦਾ ਉਹ ਕਾਨੂੰਨੀ ਸਲਾਹਕਾਰ ਹੈ, ਬਿਲਕੁਲ ਸਹੀ ਹੈ। ਇਸ ਟੈਨਿਓਰ ਐਂਡ ਸੈਲਰੀ ਇਜ਼ ਡਿਸਾਈਡਡ ਬਾਈ ਦੀ ਪ੍ਰੈਜ਼ੀਡੈਂਟ। ਇਹਦੀ ਜਿਹੜੀ ਸੈਲਰੀ ਹੈ ਤੇ ਟੈਨਿਓਰ ਹੈ, ਠੀਕ ਹੈ ਜੀ, ਉਹ ਪ੍ਰੈਜ਼ੀਡੈਂਟ ਦੁਆਰਾ ਡਿਸਾਈਡ ਕੀਤੀ ਜਾਂਦੀ, ਬਿਲਕੁਲ ਰਾਈਟ ਹੈ। ਪਾਰਲੀਮੈਂਟ ਨਹੀਂ ਡਿਸਾਈਡ ਕਰਦਾ, ਠੀਕ ਹੈ ਜੀ। ਪਾਰਲੀਮੈਂਟ ਦਾ ਤੇ ਕਨਸਟੀਟਿਊਸ਼ਨ ਬਿਲਕੁਲ ਚੁੱਪ ਹੈ ਇਸ ਬੰਦੇ ਦੇ ਵਿੱਚ। ਹੀ ਹੈਜ਼ ਦੀ ਵੋਟਿੰਗ ਰਾਈਟ ਇਨ ਦੀ ਪ੍ਰੋਸੀਡਿੰਗ ਆਫ ਦੀ ਪਾਰਲੀਮੈਂਟ। ਉਸ ਨੂੰ ਪਾਰਲੀਮੈਂਟ ਦੀ ਪ੍ਰੋਸੀਡਿੰਗ ਦੇ ਵਿੱਚ ਵੋਟ ਪਾਉਣ ਦਾ ਅਧਿਕਾਰ ਹੈ, ਗਲਤ ਹੋ ਗਿਆ ਜੀ, ਠੀਕ ਹੈ ਜੀ। ਤੇ ਉਹਨਾਂ ਨੇ ਪੁੱਛਿਆ ਸੀ ਨਾਟ ਟਰੂ, ਯਾਨੀ ਕਿ ਗਲਤੀ ਦੱਸਣਾ ਸੀ, ਇਹਦਾ ਰਾਈਟ ਆਂਸਰ ਬਣ ਗਿਆ ਜੀ। ਹੀ ਅਪੀਅਰਸ ਬਿਫੋਰ ਹਾਈ ਕੋਰਟ ਐਂਡ ਸੁਪਰੀਮ ਕੋਰਟ ਇਨ ਕੇਸਸ ਇਨਵੋਲਵਿੰਗ ਯੂਨੀਅਨ ਗਵਰਨਮੈਂਟ। ਉਹਨਾਂ ਸਾਰੇ ਕੇਸਸ ਦੇ ਵਿੱਚ ਇਹ ਅਪੀਅਰ ਹੁੰਦਾ ਹਾਈ ਕੋਰਟ, ਸੁਪਰੀਮ ਕੋਰਟ, ਜਿਹਦੇ ਵਿੱਚ ਭਾਰਤ ਸਰਕਾਰ ਜਾਂ ਕੇਂਦਰ ਸਰਕਾਰ ਸ਼ਾਮਲ ਹੈ। ਇਹ ਵੀ ਬਿਲਕੁਲ ਰਾਈਟ ਹੈ ਜੀ। ਵਿਚ ਆਫ ਦੀ ਫੋਲੋਇੰਗ ਇਜ਼ ਟਰੂ ਅਬਾਊਟ ਦੀ ਅਟਾਰਨੀ ਜਨਰਲ ਆਫ ਇੰਡੀਆ। ਭਾਰਤ ਦੇ ਅਟਾਰਨੀ ਜਨਰਲ ਦੇ ਸੰਬੰਧ ਦੇ ਵਿੱਚ ਦੱਸਣਾ ਕੀ ਗੱਲ ਸੱਚ ਹੈ। ਹੀ ਹੈਜ਼ ਦੀ ਰਾਈਟ ਆਫ ਆਡੀਅੰਸ ਇਨ ਆਲ ਦੀ ਕੋਰਟ ਇਨ ਇੰਡੀਆ। ਭਾਰਤ ਦੀਆਂ ਸਾਰੀਆਂ ਅਦਾਲਤਾਂ ਦੇ ਵਿੱਚ ਉਸ ਕੋਲ ਰਾਈਟ ਹੈ ਆਡੀਅੰਸ, ਯਾਨੀ ਕਿ ਸੁਣਵਾਈ ਦਾ ਕਰਨ ਦਾ, ਬਿਲਕੁਲ ਸਹੀ ਹੈ ਜੀ। ਹਿਸ ਟਰਮ ਆਫ ਆਫਿਸ ਐਂਡ ਰੀਮਿਊਨਰੇਸ਼ਨ ਇਜ਼ ਡਿਸਾਈਡਡ ਬਾਈ ਦੀ ਪ੍ਰੈਜ਼ੀਡੈਂਟ। ਰੀਮਿਊਨਰੇਸ਼ਨ ਦਾ ਤਨਖਾਹ, ਸੈਲਰੀ, ਉਸ ਦੀ ਆਫਿਸ ਦਾ ਕਾਰਜਕਾਲ ਤੇ ਉਹਦੀ ਤਨਖਾਹ ਹੈ ਪ੍ਰੈਜ਼ੀਡੈਂਟ ਦੁਆਰਾ ਡਿਸਾਈਡ ਕੀਤੀ ਜਾਂਦੀ, ਬਿਲਕੁਲ ਸਹੀ। ਹੀ ਐਡਵਾਈਜ਼ਸ ਦੀ ਗਵਰਨਮੈਂਟ ਆਫ ਇੰਡੀਆ, ਉਹ ਭਾਰਤ ਸਰਕਾਰ ਨੂੰ ਸਲਾਹ ਦਿੰਦਾ ਹੈ, ਬਿਲਕੁਲ ਸਹੀ। ਆਲ ਆਫ ਦੀ ਅਬਵ, ਇਹਦਾ ਰਾਈਟ ਆਂਸਰ ਬਣੇਗਾ ਜੀ, ਆਲ ਆਫ ਦੀ ਅਬਵ। ਮੈਨੂੰ ਉਮੀਦ ਹੈ ਅੱਜ ਦਾ ਸੈਸ਼ਨ ਤੁਹਾਨੂੰ ਸਾਰਿਆਂ ਨੂੰ ਪਸੰਦ ਆਇਆ ਹੋਵੇਗਾ। ਧੰਨਵਾਦ।